ਵਿੱਚ ਵਿਵੇਕਦਾਨ ਮੰਗਦੇ ਆ, ਕਿਤੇ ਵੀ ਤਰਕਦਾਨ ਨਹੀਂ ਮੰਗਦੇ। ਅਸੀਂ ਸਾਰੇ ਅਰਦਾਸ ਸਿੱਖ ਸੁਣਦੇ ਵੀ ਆ, ਬਹੁਤਿਆਂ ਨੂੰ ਸਾਨੂੰ ਯਾਦ ਵੀ ਹੈ। ਸਤਿਗੁਰਾਂ ਨੇ ਬਾਣੀ 'ਚ ਜਿੰਨੇ ਮੇਰੀ ਅਰਦਾਸ ਸਾਨੂੰ ਕਰਨੀ ਸਿਖਾਈ ਹੈ, ਵਿਵੇਕਦਾਨ ਮੰਗਣ ਦੀ ਜਾਚ ਦੱਸੀ ਹੈ। ਹਾਰ ਪਰੇ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਵਿਵੇਕ ਬੁੱਧ ਸਭ ਜਗ में निर्मल विचर विचर रस पीजै। विवेक शब्द ਇੰਨੀ ਮੇਰਾ ਆਇਆ ਕਿ ਸਾਡਾ ਵਿਵੇਕੀਆਂ ਦਾ ਪੰਥ ਹੈ, ਵਿਵੇਕਸ਼ੀਲਾਂ ਦਾ ਪੰਥ ਹੈ। ਜਦੋਂ ਅਸੀਂ ਤਰੱਕੀ ਬਣਨ ਪਵਾਂਗੇ, ਅਸੀਂ ਆਪਣੇ ਧਰਮ ਵਾਲੇ ਹੀ ਘੋੜੇ ਚਲਾਵਾਂਗੇ। ਪਿਛਲੇ ਦਿਨੀ ਸਾਡੇ ਵੀਡੀਓ ਵਿੱਚ ਵੀ ਆਇਆ ਕਿ ਕਿਸੇ, ਮੈਨੂੰ ਪਤਾ ਹੈ ਕਿ ਇਹ ਬਿਮਾਰੀ ਅੱਜ ਦੀ ਨਹੀਂ ਹੈ, ਇਹ ਰਾਵਲਪਿੰਡੀ ਦੇ ਨਕਲੀ ਨਿਰੰਕਾਰੀਆਂ ਨੇ ਵੀ ਬਦਲਿਆ ਸੀ। ਪ੍ਰਥਮ ਭਗਉਤੀ ਸਿਮਰ ਕੇ ਦੀ ਥਾਂ ਤੇ ਪ੍ਰਥਮੇ ਨਿਰੰਕਾਰ ਸਿਮਰ ਕੇ ਪ੍ਰਚਾਰਦੇ ਰਹੇ ਨੇ। ਫਿਰ ਘਸੌੜ ਵਾਲੇ ਤੇਜਾ ਸਿੰਘ ਨੇ 1907 ਵਿੱਚ ਪ੍ਰਥਮੇ ਸਤਨਾਮ ਸਿਮਰ ਕੇ ਸ਼ੁਰੂ ਕਰ ਦਿੱਤਾ। ਫਿਰ ਵੇਖਾ ਵੇਖੀ ਕੁਝ ਚਿੱਟੇ ਫੁਲਾਨੇ ਕਾਲੇ ਫੁਲਾਨੇ ਤੁਰ ਪਏ। ਮੇਰਾ ਕਹਿਣ ਤੋਂ ਭਾਵ ਮੇਰਾ ਹਰਜਿੰਦਰ ਸਿੰਘ ਦਲਗੀਰ, ਮੈਂ ਨਾਂ ਨਹੀਂ ਵੈਸੇ ਕਿਸੇ ਦਾ ਲੈਂਦਾ ਹੁੰਦਾ, ਕਦੀ ਵੀ ਬੋਲ ਰਿਹਾ, ਪਰ ਮੈਂ ਕਹਿੰਦਾ ਇਹੋ ਜਿਹੀ ਸੋਚ ਦੇ ਉੱਤੇ ਦੁਰਲਾਂਤ ਹੈ ਜਿਹੜੇ ਆਪਣੇ ਧਰਮ ਦੀਆਂ ਜੜ੍ਹਾਂ ਦੇ ਉੱਤੇ ਘੋੜਾ ਫੇਰਨ ਵਾਲਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਉਹ ਧੀਰ ਬੰਨਿਆਂ ਦੀ ਰਾਮ ਰਾਈਆਂ ਦੀ ਔਲਾਦ ਹੋ ਸਕਦਾ ਪਰ ਗੁਰੂ ਦਾ ਵਾਰਸ ਨਹੀਂ ਹੋ ਸਕਦਾ। ਕਿਉਂਕਿ ਤੁਸੀਂ ਅੱਜ ਜਦੋਂ ਸਾਡੀ ਰਹਿਤ ਮਰਜ਼ਾਦਾ ਬਣੀ, 14 ਸਾਲ ਸਾਡੇ ਬਜ਼ੁਰਗਾਂ ਨੇ, ਮਹਾਤਮਾਵਾਂ ਨੇ, ਸਾਡੇ ਵਿਦਵਾਨਾਂ ਨੇ ਰਹਿਤ ਮਰਜ਼ਾਦਾ ਤਿਆਰ ਕੀਤੀ। ਉਦੋਂ ਕਿਸੇ ਨੇ ਜਾਪ ਸਾਹਿਬ ਦੇ ਉੱਤੇ ਸ਼ੰਕਾ ਨਹੀਂ ਕੀਤਾ, ਕਿਸੇ ਨੇ ਸਵਈਏ ਤੇ ਨਹੀਂ ਕੀਤਾ, ਕਿਸੇ ਨੇ ਚੌਪੀ ਬਾਣੀ ਤੇ ਨਹੀਂ ਕੀਤਾ। ਅੱਜ 21ਵੀਂ ਸਦੀ ਦੇ ਵਿੱਚ ਜਿਹੜੇ ਸਭ ਤੋਂ ਘੱਟ ਪੜ੍ਹੇ ਨੇ, ਇਹ ਮੇਰਾ ਹੰਕਾਰ ਨਹੀਂ, ਮੈਂ ਜਾਤੀ ਗੱਲ ਨਹੀਂ ਕਰਦਾ, ਜਿਹੜੇ 5-5 7 ਜਮਾਤਾਂ ਪੜ੍ਹ ਕੇ ਮਾਈਕ ਤੇ ਬੋਲਣਾ ਸਿੱਖ ਕੇ ਉਹ ਚੌਪੀ ਦੇ ਵੀ ਖਿਲਾਫ ਬੋਲਦੇ ਆ, ਜਾਪ ਸਾਹਿਬ ਦੇ ਵੀ ਖਿਲਾਫ ਬੋਲਦੇ ਆ, ਨਿਤਨੇਮ ਦੇ ਵੀ ਖਿਲਾਫ ਬੋਲਦੇ ਆ, ਅੰਮ੍ਰਿਤ ਵੇਲੇ ਦੇ ਵੀ ਖਿਲਾਫ ਬੋਲਦੇ ਆ। ਇਹ ਸਿੱਖ ਸਮਾਜ ਨੂੰ ਜਾਗਣ ਦਾ ਇਸ ਲਈ ਸਮਾਂ। ਸਾਨੂੰ ਹੁਣ ਕਿਸੇ ਤੋਂ ਖਤਰਾ ਨਹੀਂ ਹੈ ਕਿਉਂਕਿ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਹਰ ਧਰਮ ਨੂੰ ਪ੍ਰਚਾਰ ਕਰਨ ਦਾ ਹੱਕ ਹੈ। ਬੋਧੀ ਹੈ, ਜੈਨੀ ਹੈ, ਇਸਲਾਮ ਹੈ, ਕ੍ਰਿਸਚਨ ਹੈ, ਹਿੰਦੂ ਵੀਰ ਨੇ, ਸਾਡੇ 'ਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਗੁਰੂ ਨੇ ਸਿੱਖ ਹੀ ਇਹੋ ਜਿਹਾ ਬਣਾਇਆ। ਬਾਬੇ ਕੇ ਬਾਬਰ ਕੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਦਾਸ ਸੁਖਮਿੰਦਰ ਸਿੰਘ ਆਸਟ੍ਰੇਲੀਆ ਤੋਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਗੱਲਬਾਤ ਕਰਾਂਗੇ ਜੀ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਕਰੋਨਾ ਮਹਾਮਾਰੀ ਦੇ ਨਾਲ ਸੰਸਾਰ ਭਰ ਦੇ ਵਿੱਚ ਸਾਰਾ ਕੁਝ ਰੁਕ ਗਿਆ, ਪਰ ਨਹੀਂ ਰੁਕਿਆ ਤਾਂ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਲਾਏ ਹੋਏ ਲੰਗਰ ਨਹੀਂ ਰੁਕੇ। ਪਰ ਅਫਸੋਸ ਦੀ ਗੱਲ ਕਿ ਮੈਂ ਕੁਝ ਕੁ ਵੀਡੀਓ ਵੇਖੀਆਂ ਹਨ ਪੰਜਾਬ ਤੋਂ ਕਿ ਸਾਡੇ ਗ੍ਰੰਥੀ ਅਤੇ ਪਾਠੀ ਸਿੰਘਾਂ ਲਈ ਜੋ ਵੀਡੀਓ ਆਈਆਂ ਸਨ ਕਿ ਇਹਨਾਂ ਦੇ ਪਰਿਵਾਰਾਂ ਦੇ ਲਈ ਪੂਰੀ ਮਦਦ ਨਹੀਂ ਕੀਤੀ ਜਾ ਰਹੀ, ਇਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇ। ਅਤੇ ਪਰ ਬੜੇ ਅਫਸੋਸ ਦੀ ਗੱਲ ਆ, ਜੇਕਰ ਇਹ ਦੋਸ਼ ਹੈ ਤਾਂ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਹੈ। ਅਤੇ ਪਰ ਜਿਸ ਤਰ੍ਹਾਂ ਸਾਡੇ ਸਾਰੇ ਸੰਸਾਰ ਦੇ ਭਰ ਦੇ ਵਿੱਚ ਸਾਨੂੰ ਜਲੀਲ ਕੀਤਾ ਜਾ ਰਿਹਾ ਕਿ ਇਹ ਜੋ ਸਾਡੇ ਗ੍ਰੰਥੀ ਅਤੇ ਪਾਠੀ ਸਿੰਘਾਂ ਲਈ ਜੋ ਮਦਦ ਦੀ ਲੋੜ ਆ, ਬੜੀ ਹੀ ਇੱਕ ਇਹ ਸ਼ਰਮ ਵਾਲੀ ਸਾਡੇ ਲਈ ਗੱਲ ਹੈ। ਅਤੇ ਪਰ ਇੱਕ ਇਹ ਸੋਚ ਵੇਖਣੀ ਚਾਹੀਦੀ ਆ, ਕੌਣ ਇਹਨਾਂ ਨੂੰ ਅੱਗੇ ਲੈ ਕੇ ਆਉਂਦਾ, ਕਿਹੜੇ ਚੈਨਲ ਅੱਗੇ ਲੈ ਕਰਕੇ ਆਉਂਦੇ ਆ, ਉਹ ਆਪਾਂ ਨੂੰ ਵੇਖਣਾ ਚਾਹੀਦਾ। ਉਹ ਵੀ ਸਾਡੇ ਸਿੱਖਾਂ ਦੇ ਚੈਨਲ ਹਨ ਅਤੇ ਹਰ ਰੋਜ਼ ਹੀ ਕਿਸੇ ਨਾ ਕਿਸੇ ਗ੍ਰੰਥੀ ਸਿੰਘ ਨੂੰ, ਪਾਠੀ ਸਿੰਘ ਨੂੰ ਲੈ ਕੇ ਬਹਿ ਜਾਂਦੇ ਨੇ। ਉਸ 'ਤੇ ਗੱਲਬਾਤ ਕਰਾਂਗੇ। ਤਾਂ ਬਾਕੀ ਮੇਰੇ ਨਾਲ ਅੱਜ ਭਾਈ ਕਮਲਜੀਤ ਸਿੰਘ ਜੀ ਵਨਚੜੀ, ਜੋ ਇਸ ਵੇਲੇ UK ਦੇ ਵਿੱਚ ਉਹ ਸੇਵਾ ਨਿਭਾ ਰਹੇ ਹਨ, ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਅਤੇ ਆਪਾਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਾਲ ਦੇ ਰਾਹੀਂ ਸ਼ਾਮਲ ਕਰਕੇ ਆਪਾਂ ਗੱਲਬਾਤ ਕਰਾਂਗੇ। ਅਤੇ ਇਸ ਤੋਂ ਬਾਅਦ ਆਪ ਜੀ ਵੀ ਜੇਕਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਹੋਵੇ ਅਤੇ ਜੋ ਸਾਡੀ ਸਕਰੀਨ 'ਤੇ ਨੰਬਰ ਚੱਲ ਰਿਹਾ, ਉਸ ਨੰਬਰ 'ਤੇ ਆਪ ਜੀ ਫੋਨ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਆਪਾਂ ਜੋ ਗੱਲਬਾਤ ਕਰਨੀ ਆ, ਜਿਸ ਤਰ੍ਹਾਂ ਆਪ ਜੀਆਂ ਨੂੰ ਪਤਾ ਹੀ ਹੈ, ਕੱਲ੍ਹ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਗੁਰਗੱਦੀ ਦਿਵਸ ਵੀ ਲੰਘੇ ਹਨ ਅਤੇ ਅੱਜ ਸ਼ਾਇਦ ਜੋ ਕੈਨੇਡਾ ਅਮਰੀਕਾ ਦੇ ਵਿੱਚ ਅੱਜ ਵੀ ਸੰਗਤਾਂ ਨੇ ਮਨਾਏ ਹੋਣਗੇ। ਉਸ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਅਤੇ ਮੇਰੇ ਨਾਲ ਜੁੜ ਗਏ ਹਨ ਜੀ ਇਸ ਫੋਨ ਕਾਲ ਦੇ ਰਾਹੀਂ ਭਾਈ ਕਮਲਜੀਤ ਸਿੰਘ ਜੀ ਵਨਚੜੀ,
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾ ਹਾਂਜੀ ਠੀਕ ਠਾਕ ਸਾਹਿਬ ਜੀ, ਚੜ੍ਹਦੀ ਕਲਾ। ਚੜ੍ਹਦੀ ਕਲਾ ਭਾਈ ਸਾਹਿਬ ਜੀ। ਤੇ ਆਪ ਸਾਰਿਆਂ ਸਰੋਤਿਆਂ ਨੂੰ ਵੀ ਮੈਂ ਇੱਕ ਵਾਰ ਫੇਰ ਤੇ ਭਾਈ ਸਾਹਿਬ ਜੀ ਹੁਣਾਂ ਨੂੰ ਵੀ ਤੇ ਇਸ ਤੋਂ ਬਾਅਦ ਪ੍ਰੋਗਰਾਮ ਵੀ ਜੇ ਲਾਈਵ ਤੋਂ ਬਾਅਦ ਵੀ ਵੇਖਣ ਵਾਲੇ ਆਪ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਜਿਸ ਤਰ੍ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਸ ਤਰ੍ਹਾਂ ਆਪ ਜੀਆਂ ਨੂੰ ਵੀ ਪਤਾ, ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਤਿੰਨਾਂ ਦੇ ਗੁਰਗੱਦੀ ਦਿਵਸ ਕੱਲ੍ਹ ਗਏ ਹਨ। ਪਹਿਲਾਂ ਆਪਾਂ ਉਹਨਾਂ ਬਾਬਤ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਜੋ ਇੱਕ ਨਵਾਂ ਮਸਲਾ ਪੰਜਾਬ ਦੇ ਵਿੱਚ ਚੱਲ ਰਿਹਾ ਸਾਡੇ ਗ੍ਰੰਥੀ ਸਿੰਘਾਂ ਅਤੇ ਪਾਠੀ ਸਿੰਘਾਂ ਦੇ ਪ੍ਰਤੀ, ਉਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਤੇ ਪਹਿਲਾਂ ਜ਼ਰੂਰ ਆਪਾਂ ਜੋ ਸੰਖੇਪ ਦੇ ਵਿੱਚ ਆਪਾਂ ਜੋ ਕੱਲ੍ਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਹਾੜੇ ਲੰਘੇ ਹਨ, ਉਹਨਾਂ ਦੇ ਬਾਬਤ ਜ਼ਰੂਰ ਆਪ ਜੀ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰੋ ਜੀ। ਜੀ ਸੁਖਦਰ ਸਿੰਘ ਸਾਹਿਬ ਜੀ, ਸਭਾ ਸੰਗਤਾਂ ਨੂੰ ਭਾਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ ਜੀ ਤੇ ਸਤਿਗੁਰੂ ਗਰੀਬਨਵਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸੋ ਸੰਗਤ ਦੇ ਵਿੱਚ ਸੇਵਾ ਕਰਨ ਦਾ, ਬੋਲਣ ਦਾ ਮੌਕਾ ਦਿੱਤਾ। ਉੱਥੇ ਆਪ ਜੀ ਦਾ ਵੀ ਧੰਨਵਾਦ ਜੋ ਆਪ ਜੀ ਨੇ ਲਾਇਕ ਸਮਝਿਆ ਜੀ। ਸੋ ਸਾਰੀਆਂ ਸੰਗਤਾਂ ਨੂੰ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦੇ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਭਾਈ ਕਰੋੜਾਂ ਵਧਾਈਆਂ ਹੁਣ ਸਭ ਤੋਂ ਪਹਿਲਾਂ ਤਾਂ ਜੀ। ਜੀ ਸੋ ਗੁਰਮੁਖੋ ਬੇਨਤੀ ਹੈ ਵੀ ਕੌਮ ਦੇ ਵਿੱਚ ਵੈਸੇ ਹੁਣ ਸਮਾਂ ਤੇ ਇਹੋ ਜਿਹਾ ਵੀ ਨੈਟਵਰਕ ਕਰਕੇ ਕਿਸੇ ਨੂੰ ਇਤਿਹਾਸ ਬਾਰੇ ਕਮੀ ਨਹੀਂ ਹੈ, ਕਿਸੇ ਨੂੰ ਜਾਣਕਾਰੀ, ਪਰ ਕਮੀ ਇਸ ਤਰ੍ਹਾਂ ਹੋ ਗਈ ਵੀ ਜਿਵੇਂ ਮਹਾਤਮਾ ਕਹਿੰਦੇ ਨੇ, ਬਹੁਤੇ ਲੋਕ ਜਿਹੜੇ ਨੇ ਉਹ ਫੇਸਬੁੱਕ ਹੀ ਗਿਆਨਾ ਸਿੰਘ ਬਣ ਕੇ ਕਰਕੇ ਨਾ ਜੀ, ਉਹ ਭਾਵੇਂ ਗੁਰਤਾ ਗੱਦੀ ਦਿਵਸ ਹੋਵੇ, ਭਾਵੇਂ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੋਵੇ, ਭਾਵੇਂ ਉਹ ਕਹਿ ਲਓ ਕਿ ਵਿਸਾਖੀ ਦਾ ਦਿਹਾੜਾ ਹੋਵੇ, ਭਾਵੇਂ ਕੋਈ ਵੀ ਹੋਵੇ, ਉਹਦਾ ਥੋੜਾ ਜਿਹਾ ਮਜ਼ਾਕ ਉਡਾ ਦਿੱਤਾ ਜਾਂਦਾ ਵੀ ਇਹ ਸਿੱਖ ਕੌਮ ਜਿਹੜੀ ਹੈ ਕੱਟੜਜਾਦੀ ਹੋ ਗਈ, ਹਨਾ। ਤੇ ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਤੋਂ ਲੈ ਕੇ ਗੁਰਤਾ ਗੱਦੀ ਤੱਕ ਤੇ ਗੁਰਤਾ ਗੱਦੀ ਤੋਂ ਲੈ ਕੇ ਮਹਾਰਾਜ ਸਾਹਿਬ ਦੇ ਜੋਤੀ ਜੋਤ ਸਮਾਉਣ ਤੱਕ ਜੀ। ਸੋ ਜਿੱਥੋਂ ਤੱਕ ਮੈਂ ਵਿਦਵਾਨਾਂ ਕੋਲੋਂ, ਗੁਰਮੁਖਾਂ ਕੋਲੋਂ, ਤੁਹਾਡੇ ਵਰਗੇ ਗੁਰਮੁਖਾਂ ਕੋਲੋਂ, ਮਹਾਂਪੁਰਖਾਂ ਕੋਲੋਂ ਸੁਣਿਆ, ਉਸਤਾਦਾਂ ਕੋਲੋਂ ਸਿੱਖਿਆ, ਜਿਹੜੇ ਲੋਕ ਕਿ ਅੱਜ ਕਹਿੰਦੇ ਨੇ ਵੀ ਇਹ ਕੱਟੜਪੁਣਾ ਹੈ ਜਾਂ ਇਹ ਹੈ ਜਾਂ ਉਹ ਹੈ, ਇਹ ਕੱਟੜਪੁਣਾ ਕਰਦੇ ਨੇ, ਉਹ ਸੱਚਾਈ ਹੈ ਅਸਲ ਵਿੱਚ, ਉਹ ਕੱਟੜਪੁਣਾ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਥੋੜਾ ਮੈਂ ਪਿੱਛੇ ਜਾਵਾਂ, ਮੇਰੀ ਬੇਨਤੀ ਹੈ, ਤੁਸੀਂ ਜਿਹੜਾ ਵਿਸ਼ਾ ਰੱਖਿਆ ਉਸੇ ਵਿਸ਼ੇ ਨੂੰ ਲੈ ਕੇ ਆਪਾਂ ਚੱਲਾਂਗੇ। ਮਹਾਰਾਜ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਲਈਏ ਨਾ, ਤੇ ਉਸ ਸਮੇਂ ਦੇ ਜਿਹੜੇ ਆਪੂ ਬਣੇ ਅਖੌਤੀ ਵਿਦਵਾਨ ਸਨ ਨਾ, ਉਦੋਂ ਵੀ ਵਿਦਵਾਨ, ਜਾਂ ਆਪੂ ਬਣੇ ਗੁਰੂ ਦੇ ਰਿਸ਼ਤੇਦਾਰ ਸਨ, ਜਾਂ ਆਪੂ ਬਣੇ ਜਥੇਦਾਰ ਸਨ, ਉਸ ਸਮੇਂ ਦੇ ਵਿੱਚ ਵੀ ਮਸੰਦ ਕਹਿੰਦੇ ਸੀ ਉਹਨਾਂ ਨੂੰ, ਜਿਹੜਾ ਬ੍ਰਹਮ ਪਸੰਦ ਸਤਿਕਾਰਯੋਗ ਰੁਤਬਾ ਸੀ ਜੀ। ਉਹਨਾਂ ਲੋਕਾਂ ਨੂੰ ਮਹਾਰਾਜ ਸਾਹਿਬ ਦੇ ਪ੍ਰਕਾਸ਼ ਤੋਂ ਹੀ ਬੜੀ ਐਲਰਜੀ ਹੋ ਗਈ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਜਿਹੜਾ ਹੋ ਕਿਉਂ ਗਿਆ, ਉਹਦੇ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਸੱਚੇ ਪਾਤਸ਼ਾਹ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਇਆ ਜੀ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਕੇ ਭਰਾਤਾ ਜੀ ਨੇ ਈਰਖਾ ਸ਼ੁਰੂ ਕੀਤੀ, ਤੁਹਾਨੂੰ ਪਤਾ ਹੀ ਹੈ ਜੀ। ਜੀ ਤੇ ਵਿਸ਼ਾ ਇਹ ਹੈ ਵੀ ਗੁਰਮੁਖੋ ਈਰਖਾ ਇਸ ਕਰਕੇ ਨਹੀਂ ਸ਼ੁਰੂ ਹੋਈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਘਰ ਬੇਟਾ ਕੋ ਪੈਦਾ ਹੋਇਆ, ਇਸ ਕਰਕੇ ਪੈਦਾ ਹੋਈ ਕਿ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਅਨੁਸਾਰ ਭਾਰੀ ਛਠਮ ਪੀਰ ਬੈਠਾ ਗੁਰ ਭਾਰੀ, ਇਹ ਛੇਵਾਂ ਗੁਰੂ ਇੰਨਾ ਭਾਰੀ, ਭਾਵ ਜ਼ੁਲਮ ਤੇ ਸੋ ਜ਼ਾਲਮਾਂ ਤੇ ਇਹਨਾਂ ਦੇ ਇੰਨਾ ਭਾਰੀ ਹੋਣਾ ਵੀ ਉਹਨਾਂ ਚ ਸਾਡੀ ਕੈਟਾਗਰੀ ਵੀ ਹੁੰਦੀ, ਤੇ ਸਾਨੂੰ ਤੇ ਜਾ ਗਾਂਹ ਜਾ ਕੇ ਔਖਾ ਹੋ ਜਾਣਾ ਬੜਾ ਤਕੜਾ ਜੀ। ਤੇ ਉਹਨਾਂ ਨੇ, ਲੋਕਾਂ ਨੇ ਇਸ ਗੱਲ ਨੂੰ ਲੈਂਦਿਆਂ ਹੋਇਆ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਵੱਡੇ ਮਹਾਂਪੁਰਸ਼ਾਂ ਦੇ ਬਚਨਾਂ ਅਨੁਸਾਰ ਜੀ। ਜੀ ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਸੱਪ ਨਾਲ ਡੰਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਸੱਚ ਨੂੰ ਭਾਵ ਦਬਾਉਣ ਦੀ ਕੋਸ਼ਿਸ਼ ਕੀਤੀ ਜੀ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਬੋਲਿਆ, ਹਰ ਗੋਬਿੰਦ ਗੁਰ ਪ੍ਰਭ ਰਾਖਿਆ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰੱਖਿਆ ਕੀਤੀ, ਕਿਉਂਕਿ ਸੱਚ ਦੀ ਰੱਖਿਆ ਹੁੰਦੀ ਵਾਹਿਗੁਰੂ ਹਮੇਸ਼ਾ ਹੀ ਵੇਖ ਲਿਓ ਆਪ ਜੀ। ਜੀ ਫਿਰ ਆ ਗਿਆ ਗੁਰਤਾ ਗੱਦੀ ਦਿਵਸ। ਆਪਾਂ ਇੱਥੇ ਆ ਜਾਈਏ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੇ ਨਾਲ ਇੱਕ ਬੜੀ ਕਮਾਲ ਦੀ ਗੱਲ ਰਲਦੀ ਹੈ, ਉਹ ਮੈਂ ਵਿਸ਼ਾ ਛੋਟਾ ਜਿਹਾ ਰੱਖਦਾ। ਤੇ ਜੇਠ ਦੇ ਮਹੀਨੇ ਦੇ ਵਿੱਚ ਹੀ ਗੁਰਮੁਖੋ ਜਿਹੜਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਕਿਸੇ ਲੋਹਗੜ੍ਹ ਸਾਹਿਬ ਦੇ ਵਿੱਚ 150 ਸਿੰਘ ਨਾਲੇ ਵੀ ਹੈਰਾਨ ਹੋਵੋਗੇ ਤੁਸੀਂ ਜੀ। 150 ਸਿੰਘ ਸੀ ਤੇ ਉਦੋਂ ਵੀ ਜੇਠ ਦਾ ਮਹੀਨਾ ਸੀ। ਇਸੇ ਜੇਠ ਦੇ ਮਹੀਨੇ ਹੀ ਮਾਰੇ ਮੈਂ ਵਿਸ਼ਾ ਰੱਖਾਂਗਾ ਬਾਅਦ ਚ, ਮਹਾਰਾਜ ਨੇ ਵੀਰ ਜੀ ਦਾ ਵਿਆਹ ਕੀਤਾ
ਇਸੇ ਮਹੀਨੇ ਦੇ ਵਿੱਚ ਅੱਜ ਵੀ ਉਹ ਪ੍ਰਥਾ ਝਬਾਲ ਜਾਓ ਚੱਲਦੀ ਆ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬੈਠਦੇ ਨੇ ਨਾ, ਬਾਬਾ ਬੁੱਢਾ ਸਾਹਿਬ ਜੀ 2 ਤਲਵਾਰਾਂ ਪਹਿਨਾਉਂਦੇ ਨੇ, ਮੇਰੀ ਤੇ ਇੱਕ ਪੀਰੀ ਜੀ। ਹੁਣ ਬੇਨਤੀ ਇਹ ਆ ਵੀ ਆਪਾਂ ਇਹ ਚੀਜ਼ ਨੂੰ ਲਈਏ, ਥੋੜਾ ਜਿਹਾ ਹੱਥ ਜੋੜ ਕੇ ਬੇਨਤੀ ਹੈ ਸਾਰੇ ਸੰਗਤ ਨੂੰ, ਜਿਹੜੇ ਸੁਣਦੇ ਨੇ ਮੇਰੇ ਵੀਰ। ਸੋ ਇਹ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਵੀ ਸਿੱਖ ਸ਼ਸਤਰ ਧਾਰੀ ਨਾ ਰਹਿ ਜੇ ਗੁਰੂ, ਇਹ ਗੱਲ ਯਾਦ ਰੱਖਿਓ ਜੀ। ਕਿਉਂਕਿ ਇਹ ਕਿਹਾ ਜਾ ਰਿਹਾ ਨਾ ਵੀ ਅੱਜ ਕਿਰਪਾਨ ਦੀ ਲੋੜ ਨਹੀਂ ਹੈ। ਅੱਜ ਆਮ ਪ੍ਰਚਾਰਕਾਂ ਵੱਲੋਂ ਕਿਰਪਾਨ ਪਾ ਕੇ ਕਿਹਾ ਜਾ ਰਿਹਾ, ਬੜੀ ਵੱਡੀ ਸਾਜ਼ਿਸ਼ ਹੈ ਵੀ ਕਿਰਪਾਨ ਪਾ ਕੇ ਕਿਰਪਾਨ ਲਵਾਓ। ਅਗਲਾ ਇਹ ਸ਼ੱਕ ਨਾ ਕਰੇ ਵੀ ਇਹ ਅੰਮ੍ਰਿਤ ਦੇ ਕੋਈ ਆਪਣਾ ਸੰਦੇਹ ਤੇ ਨਹੀਂ ਕਰਦਾ। ਤੇ ਕਿਰਪਾਨ ਪਾ ਕੇ ਉਹ ਕਹਿੰਦੇ ਨੇ ਵੀ ਅੱਜ ਇਹੋ ਜਿਹੇ ਮਾਰੂ ਸ਼ਸਤਰ ਆ ਗਏ ਨੇ ਵੀ ਕਿਰਪਾਨ ਦੀ ਲੋੜ ਨਹੀਂ। ਤੇ ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਸੁਖਵਿੰਦਰ ਸਿੰਘ ਜੀ ਆਪ ਵੀ ਸੁਣਨ ਵਾਲੇ ਸਰੋਤੇ ਵੀ ਇਹ ਗੱਲ ਦੇ ਗਵਾਹ ਨੇ ਕਿ ਜਿੰਨੇ ਮਾਰੂ ਹਥਿਆਰ ਗੁਰੂ ਸਾਹਿਬਾਂ ਵੇਲੇ ਸੀ ਨਾ, ਉਹਨੇ ਮਾਰੂ ਹਥਿਆਰ ਸ਼ਕਤੀਸ਼ਾਲੀ ਮੇਰੇ ਹਿਸਾਬ ਨਾਲ ਅੱਜ ਵੀ ਨਹੀਂ ਜਾਏਗੇ। ਇਹ ਵੀ ਬੇਨਤੀ ਜੀ ਕਰਦੇ। ਉਹਦੀ ਸਭ ਤੋਂ ਵੱਡੀ ਮਿਸਾਲ ਆਪਾਂ ਗੁਰਤਾ ਗੱਦੀ ਨਾਲ ਜੁੜੇ ਰਹੀਏ ਆਪਾਂ। ਜਦੋਂ ਆਪ ਜੀ ਜਾਓਗੇ ਨਾ ਲੋਹਗੜ੍ਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਜੀ, ਉੱਥੇ ਅੱਜ ਵੀ ਇੱਕ ਲੱਕੜ ਦੀ ਤੋਪ ਪਈ ਹੈ ਜੀ, ਲੱਕੜ ਦੀ ਤੋਪ ਜੀ ਜੀ। ਇਹ ਤੋਂ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਵੀ ਜਿਹੜੇ ਲੋਕ ਸੰਦੇਹ ਕਰਦੇ ਨੇ, ਸ਼ਸਤਰ ਤੇ ਨੁਕਤਾਚੀਨੀ ਕਰਦੇ ਨੇ, ਉਹਨਾਂ ਮੂੰਹ ਤੇ ਸਭ ਤੋਂ ਵੱਡੀ ਚਪੇੜ ਆ ਵੀ ਗੁਰੂ ਦੀ ਬਖਸ਼ਿਸ਼ ਹੋਏ ਨਾ ਤੇ ਛੋਟੇ ਛੋਟੇ ਸ਼ਸਤਰ ਜਿਹੜੇ ਆ ਨਾ ਉਹ ਵੀ ਪਰਮੇਸ਼ਰ ਦਾ ਰੂਪ ਧਾਰਨ ਕਰਕੇ ਤੇ ਦੁਸ਼ਮਣ ਦਾ ਘਾਣ ਕਰਦੇ ਨੇ। ਜਿਹਨੂੰ ਮਹਾਰਾਜ ਨੇ ਇਉਂ ਕਿਹਾ, ਸੈਫ ਤੁਹੀਂ ਸੈਥੀ ਤੁਹੀਂ ਤਬਰਾਰ ਤੀਰ। ਸ਼ਸਤਰ ਪਰਮੇਸ਼ਰ ਦਾ ਰੂਪ ਆ, ਠੀਕ ਹੈ ਨਾ। ਸੋ ਸ਼ਸਤਰ ਨਾਮ ਵਾਲਾ ਪੜ੍ਹ ਕੇ ਵੇਖ ਲਓ ਜੀ, ਉਹਦੇ ਹੱਕ 'ਚ ਨਹੀਂ ਹੈਗੇ ਜਿਹੜੇ ਵੀਰ, ਉਹਨਾਂ ਪ੍ਰਥਾਏ ਆਪਾਂ ਇਸ ਤਰ੍ਹਾਂ ਕਹਿ ਦਿੰਦੇ ਆ ਵੀ ਉਦੋਂ ਇੱਕ ਬਾਜ ਕਰਕੇ ਲੜਾਈ ਹੋਈ ਸੀ, ਬਾਜ ਕਰਕੇ ਲੜਾਈ ਹੋਈ ਸੀ। ਜਿਹੜਾ ਵਿਦੇਸ਼ੀ ਵਲਾਇਤੀ ਬਾਜ ਸੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਉਹ ਬਾਜ, ਆਪਣਾ ਬਾਜ ਛੱਡ ਕੇ ਮਾਲਕ ਨੇ ਉਹ ਬਾਜ ਆਪਣੇ ਕੋਲ ਆਪਣੇ ਅਧੀਨ ਕੀਤਾ। ਮੰਗਣ ਆਏ ਮਹਾਰਾਜ ਨੇ ਜਵਾਬ ਦੇ ਦਿੱਤਾ। ਉਹ ਕਹਿੰਦੇ ਤੁਸੀਂ ਧੱਕਾ ਚੋਰੀ ਕੀਤੀ। ਮਹਾਰਾਜ ਕਹਿੰਦੇ ਤੁਸੀਂ ਨਹੀਂ ਕਰਦੇ, ਤੁਸੀਂ ਵੀ ਤਾਂ ਕੀਤੀ ਹੈ ਨਾ ਜੀ ਜੀ। ਉਹ ਬਾਜ ਨਹੀਂ ਦਿੱਤਾ। ਹੈਰਾਨ ਹੋਵੋਗੇ 150 ਸਿੱਖ ਲੱਕੜ ਦੀ ਤੋਪ ਆ। ਇਤਿਹਾਸ ਪੜ੍ਹ ਕੇ ਵੇਖੋ, ਵੱਡੇ ਮਹਾਂਪੁਰਸ਼ਾਂ ਦੇ ਸੰਤ ਗਿਆਨੀ ਗੋਬਿੰਦ ਸਿੰਘ ਜੀ ਖਾਲਸਾ, ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ, ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਬਚਨ ਸੁਣ ਕੇ ਵੇਖੋ ਤੁਸੀਂ। ਮੈਂ ਬਚਨ ਕਹਿਣ ਤੋਂ ਪਹਿਲਾਂ ਇੱਕ ਹੋਰ ਬੇਨਤੀ ਕਰਦੇ ਹਾਂ, ਮਹਾਂਪੁਰਖਾਂ ਨੂੰ ਵੀ ਨਕਾਰੀ ਜਾਂਦੇ, ਪਤਾ ਵੀ ਉਹਨਾਂ ਨੇ ਇਹ ਇਤਿਹਾਸ ਸੁਣਾਇਆ ਜੀ, ਉਹਨਾਂ ਨੇ ਇਹ ਇਤਿਹਾਸ ਸੁਣਾਇਆ। ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੱਕੜ ਦੀ ਤੋਪ ਚਲਾਈ ਬਾਬਾ ਜੀ। 150 ਸਿੰਘ ਸੀ ਤੇ ਉਧਰ 7200 ਫੌਜੀ ਸੀ, 7200 ਫੌਜੀ ਸੀ ਉਧਰ। ਸ਼ਾਹਜਹਾਨ ਦਾ ਬਾਦਸ਼ਾਹ ਦਾ ਲਾਹੌਰੋਂ ਆਇਆ, ਸਿੱਖਾਂ ਨੇ ਲੱਕੜ ਦੀ ਤੋਪ ਚ ਪਾ ਕੇ ਕੀ ਚਲਾਇਆ, ਹੈਰਾਨ ਹੋਵੋਗੇ। ਪਹਿਲੀ ਗੱਲ ਤਾਂ ਲੱਕੜ ਦੀ ਤੋਪ ਸ਼ਸਤਰ ਤੇ ਭਰੋਸੇ ਦੀ ਗੱਲ ਦੱਸਦਾ ਤੁਹਾਨੂੰ ਜੀ, ਚੱਲ ਹੀ ਨਹੀਂ ਸਕਦੀ ਕਿਉਂਕਿ ਉਹ ਲੱਕੜ ਹੈ ਇਹਨਾਂ ਦੇ ਮੁਤਾਬਕ, ਇਹਨਾਂ ਲੋਕਾਂ ਦੇ ਮੁਤਾਬਕ। ਇੱਕ ਵਾਰ ਬੇਨਤੀ ਕਰਾਂ ਗੁਰਮੁਖੋ, ਇਹ ਸੰਸਾਰ ਬੇਕਾਰ ਸੰਸ਼ੇ ਮੈਂ ਹੈ, ਸੰਸਿਆ ਵਸਿਆ ਸੰਸਾਰ ਹੈ। ਸੰਸਿਆ ਦੀਆਂ ਇਹ ਲਹਿਰਾਂ ਦੀਆਂ ਮਾਰਾਂ ਨਹੀਂ ਝੱਲ ਸਕਦਾ। ਮਾਰੇ ਇਹਦੇ ਚ ਤਰੂ ਉਹੀ ਜਿਹੜਾ ਮਾਰਾਂ ਝੱਲ ਗਿਆ। ਇਹ ਲਹਿਰਾਂ ਦੀਆਂ ਤਰਿਓ ਬ੍ਰਹਮ ਗਿਆਨੀ। ਤੇ ਮੈਂ ਬੇਨਤੀ ਕਰਦਾ ਗੁਰਮੁਖੋ, ਲੱਕੜ ਦੀ ਤੋਪ ਤੇ ਸ਼ੰਕਾ ਕਰਨ ਤੋਂ ਪਹਿਲਾਂ ਇਹ ਪੰਕਤੀ ਦੀ ਵਿਚਾਰ ਜ਼ਰੂਰ ਕਰ ਲਿਓ, ਠੀਕ ਹੈ ਨਾ। ਸੋ ਉੱਥੇ ਮਹਾਰਾਜ ਨੇ ਸਿੱਖਾਂ ਨੂੰ ਸਿਰ ਤੇ ਹੱਥ ਰੱਖ ਕੇ ਬਚਨ ਕਿਹਾ ਵੀ ਤੁਸੀਂ ਇੱਟਾਂ ਤੇ ਪੱਥਰ ਚਲਾਓ, ਉਹਦੇ ਵਿੱਚ ਉਹ ਵੀ ਬੰਬ ਬਣ ਕੇ ਦੁਸ਼ਮਣ ਤੇ ਫਟਣਗੇ। ਵਾਹ ਜੀ ਵਾਹ ਜੀ। ਹੈਰਾਨ ਹੋ ਗਏ ਗੁਰਮੁਖੋ, ਇੱਟਾਂ ਤੇ ਪੱਥਰ ਚੱਲੇ, ਤੋਪ ਅੱਜ ਵੀ ਹੈਗੀ ਆ ਉੱਥੇ। ਸ਼ਸਤਰ ਦੀ ਗੱਲ ਗੁਰਤਾ ਗੱਦੀ ਦੀ ਆਪਾਂ ਮੀਰੀ ਪੀਰੀ ਦੀਆਂ ਕਿਰਪਾਨਾਂ ਦੀ ਮਹਾਨਤਾ ਦੀ ਗੱਲ ਆ ਰਹੀ ਹੈ ਤੇ 150 ਸਿੱਖ ਕੁਝ ਸ਼ਹੀਦ ਹੋਏ ਤੇ ਕੁਝ ਨੇ ਦੁਸ਼ਮਣ ਨੂੰ ਘਰ ਵਾੜ ਕੇ ਕੁੱਟਿਆ, ਘਰ ਵਾੜ ਕੇ ਜਾ ਕੇ ਕੁੱਟਿਆ, ਘਰ ਜਾ ਕੇ ਲਾਹੌਰ ਵਾੜੇ ਹੋ ਜੀ। ਕਿੰਨੀ ਵੱਡੀ ਗੱਲ ਹੈ ਜੀ। ਇਹ ਸ਼ਸਤਰ ਦੀ ਸ਼ਕਤੀ ਦੀ ਗੱਲ ਹੈ। ਅੱਗੇ ਆ ਜਾਓ ਗੁਰਮੁਖੋ। ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਜਿਹੜੀਆਂ ਸੀ ਨਾ, ਉਹੋ ਜਿਹੀਆਂ ਤੇ ਉਹ ਕਿਰਪਾਨਾਂ ਤੁਸੀਂ ਅੱਜ ਵੀ ਅਕਾਲ ਤਖਤ ਸਾਹਿਬ ਜਾਓ ਨਾ, ਉੱਥੇ ਸ਼ਸਤਰ ਸੁਸ਼ੋਭਿਤ ਨੇ, ਆਪ ਜੀ ਨੇ ਵੇਖੇ ਹੋਣਗੇ ਜੀ ਜੀ। ਉਹ ਕਿਰਪਾਨਾਂ ਤੁਸੀਂ ਜਾ ਕੇ ਦੇਖੋ, ਅੱਜ ਵੀ ਸ਼ਕਤੀ ਦਾ ਪ੍ਰਤੀਕ ਬਣੀਆਂ ਹੋਈਆਂ ਨੇ। ਤੇ ਜਿਸੋਂ ਮਹਾਰਾਜ ਨੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਪਹਿਲੀਆਂ, ਉਹ ਉਸ ਜਗ੍ਹਾ ਤੇ ਪਹਿਲੀਆਂ। ਹੈਰਾਨ ਹੋਵੋਗੇ, ਜਿਸ ਤਖਤ ਨੂੰ ਅਕਾਲ ਦਾ ਰੂਪ ਸਮਝ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਬਣਾਇਆ ਜੀ। ਇਹ ਗੱਲ ਮੇਰੀ ਬੇਨਤੀ ਸੁਣਿਓ ਤੁਸੀਂ। ਗੁਰਤਾ ਗੱਦੀ ਦਿਵਸ ਬਾਰੇ ਸਾਰਿਆਂ ਨੂੰ ਪਤਾ, ਪਰ ਮੇਨ ਮੁੱਦਾ ਜਿਹੜਾ ਕੀ ਹੈ ਵੀ ਜਿਹੜੇ ਅੱਜ ਉਹ ਮੁੱਦੇ ਤੇ ਸਾਨੂੰ ਉਹ ਪਿੱਛੇ ਹਟਾਇਆ ਜਾ ਰਿਹਾ ਨਾ, ਆਪਾਂ ਉਹ ਮੁੱਦੇ ਨੂੰ ਮੇਨ ਰੱਖੀਏ। ਮੇਰਾ ਤਰਲਾ ਹੀ ਹੈ ਤੁਹਾਡੇ ਅੱਗੇ ਵੀ ਤੇ ਕੌਮ ਅੱਗੇ ਵੀ, ਜਿਹੜੀ ਚੀਜ਼ ਤੋਂ ਸਾਨੂੰ ਦੁਸ਼ਮਣ ਸਾਡਾ ਡਰਦਾ ਨਾ, ਉਹ ਚੀਜ਼ ਤੋਂ ਸਾਨੂੰ ਦੂਰ ਕੀਤਾ ਜਾ ਰਿਹਾ ਵੀ ਸਿੱਖ ਉਹਦੇ ਨਾਲੋਂ ਟੁੱਟ ਕੇ ਤੇ ਬੇਕਾਰ ਹੋ ਜਾਣ, ਇਹਨਾਂ ਦਾ ਬੇੜਾ ਗਰਕ ਜੇ ਇਹਨਾਂ ਦਾ। ਮੈਂ ਬੇਨਤੀ ਕਰਾਂ, ਸਿੱਖ ਕੌਮ ਦਾ ਬੇੜਾ ਗਰਕਣਾ ਨਹੀਂ, ਜਿਨ੍ਹਾਂ ਨੇ ਸਿੱਖ ਕੌਮ ਦਾ ਬੇੜਾ ਗਰਕਣ ਦਾ ਸੋਚਿਆ ਉਹਨਾਂ ਦਾ ਗਰਕਿਆ ਵੀ ਤੇ ਉਹਨਾਂ ਦਾ ਗਰਕ ਜਾਣਾ ਜੀ ਜੀ ਜੀ। ਖਾਸ ਕਰਕੇ ਜਿਹੜੇ ਸ਼ਸਤਰਾਂ ਤੋਂ ਜਿਨ੍ਹਾਂ ਨੂੰ ਬਹੁਤੀ ਐਨਰਜੀ ਹੈ।
ਜੀ ਜਦੋਂ ਅਕਾਲ ਤਖਤ ਬਣਦਾ ਨਾ ਆਪ ਜੀ, ਜਦੋਂ ਹੁਣ ਵੀ ਜਾਓਗੇ ਕਿਤੇ ਹਰਿਮੰਦਰ ਸਾਹਿਬ ਤੋਂ ਅਕਾਲ ਤਖਤ ਸਾਹਿਬ ਨੂੰ ਜਾਓਗੇ, 2 ਪੌੜੀਆਂ ਨੇ, ਇੱਕ ਖੱਬੇ ਤੇ ਇੱਕ ਸੱਜੇ। ਆਪ ਵਿਚਕਾਰ ਜਾ ਕੇ ਜਦੋਂ ਮੱਥਾ ਟੇਕੋਗੇ, ਥੱਲੇ ਹੀ ਜਿੱਥੇ ਢਾਡੀ ਸਿੰਘ ਲੱਗਦੇ ਨੇ, ਉੱਥੇ ਪੁਰਾਣੀ ਨਿੱਕੀ ਨਿੱਕੀ ਇੱਟ ਹੈ ਉੱਥੇ। ਉਹ ਬਾਬਾ ਬੁੱਢਾ ਸਾਹਿਬ ਦੇ ਭਾਈ ਗੁਰਦਾਸ ਜੀ ਨੇ ਗਾਰਾ ਬਣਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਿਸਤਰੀ ਦਾ ਕੰਮ ਕੀਤਾ। ਬਾਪੂ ਨੇ ਆਪਣੇ ਹੱਥੀ ਉਹ ਇੱਟਾਂ ਲਾਈਆਂ ਤੇ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਮਿਸਤਰੀ ਲਾ ਲੈਂਦੇ। ਵੇਖੋ ਮਹਾਰਾਜ ਦੀ ਨਿਮਰਤਾ ਹੈ। ਆਪ ਅਕਾਲ ਪੁਰਖ ਨੇ ਜੋਤ ਰੂਪ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਮਹਿ ਪ੍ਰਪਾਟੀ ਉਹੀ ਚੱਲੀ ਆਉਂਦੀ ਹੈ, ਜੋਤ ਉਹੀ ਹੈ। ਜੀ 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 ਸਹਕਾਇਆ ਫੇਰ ਪਲਟੀ ਹੈ, ਜੋਤ ਉਹੀ ਹੈ। ਵੇਖੋ ਨਿਮਰਤਾ ਇਹ ਅੱਜ ਸਾਡੇ ਵਰਗੇ ਜਿਹੜੇ ਸੱਚ ਦਾ ਪ੍ਰਚਾਰ ਕਰਨ ਵਾਲੇ, ਗੁਰੂ ਸਾਹਿਬ ਨੂੰ ਪ੍ਰਤੱਖ ਨਹੀਂ ਸਮਝਣ ਵਾਲੇ, ਗੁਰੂ ਸਾਹਿਬ ਨੂੰ ਸਰੀਰ ਕਹਿਣ ਵਾਲੇ ਮੂਰਖ ਲੋਕ ਨੇ ਨਾ, ਆਮ ਕਹਿਣ ਵਾਲੇ ਵੀ ਸਾਡੇ ਵਰਗੇ ਹੀ ਨੇ ਤੇ ਖਾਸ ਕੰਮ ਕਰਕੇ ਖਾਸ ਬਣੇ, ਉਹਨਾਂ ਦੇ ਮੂੰਹ ਤੇ ਪਹਿਲੀ ਗੱਲ ਤੇ ਭੱਟ ਸਾਹਿਬਾਨ ਇਹ ਚਪੇੜ ਮਾਰਦੇ ਨੇ। ਤੇ ਗੁਰੂ ਸਾਹਿਬ ਦੇ ਬੋਲ ਉਹ ਬੰਦਿਆਂ ਨੂੰ ਪਤਾ ਨਹੀਂ ਅਟੈਕ ਨਹੀਂ ਹੁੰਦਾ, ਨਿਮਰਤਾ ਦੇ ਸੁਣ ਕੇ ਵੀ ਉਹ ਲੋਕ ਇਹ ਗੱਲ ਕਹੀ ਜਾਣ ਤੇ ਬੜੀ ਦੁੱਖ ਵਾਲੀ ਗੱਲ। ਉਹਨਾਂ ਵੀਰਾਂ ਨੂੰ ਬੇਨਤੀ, ਪਹਿਲੇ ਇਤਿਹਾਸ ਤੇ ਗੁਰੂ ਸਾਹਿਬ ਦੀ ਬਾਣੀ ਪੜਚੋਲ ਕਰੋ ਇਹਦੀ। ਉਦੋਂ ਮਹਾਰਾਜ ਨੇ ਬਚਨ ਕਹੇ, ਜਦੋਂ ਬਾਬਾ ਬੁੱਢਾ ਸਾਹਿਬ ਨੇ ਕਹੇ, ਮਹਾਰਾਜ ਇਹ ਤਖਤ ਜਿਹੜਾ ਬਣ ਰਿਹਾ ਹੈ ਇਹਨੂੰ ਮਿਸਤਰੀ ਵੀ ਬਣਾ ਸਕਦਾ, ਆਪ ਜੀ ਗਾਈਡ ਕਰੋ ਸਾਨੂੰ, ਇੱਕ ਸਾਈਡ ਤੇ ਬੈਠ ਕੇ ਹੁਕਮ ਕਰੋ ਆਪ ਜੀ, ਜਿਸ ਤਰ੍ਹਾਂ ਬਣਵਾਉਣਾ ਚਾਹੁੰਦੇ ਹੋ ਮਹਾਰਾਜ ਇਹ ਤਖਤ ਉਸੇ ਤਰ੍ਹਾਂ ਬਣੇਗਾ। ਮਹਾਰਾਜ ਕਹਿੰਦੇ ਨਹੀਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਇਹ ਬਾਬਾ ਇਹ ਤਖਤ ਅਕਾਲ ਦਾ ਤਖਤ ਹੈ, ਜਿਹੜਾ ਅਕਾਲ ਤੋਂ ਰਹਿਤ ਹੈ, ਇਸ ਕਰਕੇ ਤਖਤ ਦੀ ਅਸੀਂ ਆਪਣੇ ਹੱਥੀਂ ਸੇਵਾ ਕਰਾਂਗੇ। ਵੇਖੋ ਕਿੰਨੀ ਵੱਡੀ ਉਹ ਇੱਟਾਂ ਜਿਹੜੀਆਂ ਅੱਜ ਵੀ ਲੱਗੀਆਂ 84 ਵੇਲੇ। ਚਲੋ ਅਕਾਲ ਤਖਤ ਸਾਹਿਬ ਦੀ ਉੱਪਰਲੀ ਬਿਲਡਿੰਗ ਟੱਠੀ, ਸਭ ਕੁਝ ਹੋਇਆ, ਪਰ ਉਹ ਥੱਲੜੇ ਤਖਤ ਨੂੰ ਇੱਕ ਗੋਲੀ ਤੱਕ ਨਹੀਂ ਲੱਗੀ, ਜਾ ਕੇ ਦੇਖ ਸਕਦੇ ਤੁਸੀਂ। ਜੀ ਜੀ ਉਹ ਅਕਾਲ ਦਾ ਤਖਤ, ਠੀਕ ਹੈ ਨਾ। ਜੇ ਅਕਾਲ ਵਸ ਹੋਏ ਕਿਸੇ ਮਿਸਤਰੀ ਨੇ ਬਣਾਇਆ ਹੁੰਦਾ ਫਿਰ ਤਾਂ ਢੱਠਦਾ ਹੁੰਦਾ, ਪਰ ਉਹ ਅਕਾਲ ਦਾ ਤਖਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਣਾਇਆ। ਤੇ ਹੈਰਾਨਗੀ ਦੀ ਗੱਲ, ਅਕਾਲ ਤਖਤ ਤੇ ਬੈਠ ਕੇ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲੀ, ਜੀ ਤੁਸੀਂ ਹੈਰਾਨ ਹੋਵੋਗੇ, ਉਹ ਅਕਾਲ ਤਖਤ ਦਾ ਅੱਜ ਖੰਡਨ ਹੋ ਰਿਹਾ। ਕਿੱਡੀ ਦੁੱਖ ਸਿੱਖ ਕੌਮ ਗੁਰਤਾ ਗੱਦੀ ਦੀ ਅਸੀਂ ਵਧਾਈਆਂ ਦੇ ਰਹੇ ਹਾਂ, ਗੁਰਤਾ ਗੱਦੀ ਦੀਆਂ ਅਸੀਂ ਸਾਰੇ ਸੰਗਤ ਨੂੰ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਾਂ। ਉਹ ਕਹਿੰਦੇ ਅਕਾਲ ਤਖਤ ਹੋਇਆ ਹੀ ਕੋਈ ਨਹੀਂ। ਹੈਰਾਨਗੀ ਦੀ ਗੱਲ ਵੇਖੋ ਤੁਸੀਂ, ਅਕਾਲ ਤਖਤ ਨਾਮ ਦਾ ਤਖਤ ਹੋਇਆ ਹੀ ਕੋਈ ਨਹੀਂ, ਬੁੰਗਾ ਹੁੰਦਾ ਸੀ ਕਹਿੰਦੇ ਕਾਲੀਆਂ ਦਾ। ਜੀ ਵੇਖੋ ਕਿੱਡੀ ਉਹਨਾਂ ਦੀ ਇਹ ਸ਼ਬਦਾਵਲੀ ਨੇ, ਤੁਸੀਂ ਕੀ ਸਮਝੋਗੇ, ਕੀ ਕਹੋਗੇ। ਸਿੱਖ ਕੌਮ ਦੀ ਸਿਰਮੌਰ ਸੰਸਥਾ ਵਾ, ਸਿੱਖ ਕੌਮ ਦੀ ਅਗਵਾਈ ਕਰਨ ਵਾਲੀ ਤਖਤ ਸੰਸਥਾ ਵਾ, ਅੱਜ ਉਹਨੂੰ ਬਿਲਕੁਲ ਮੁੱਢੋਂ ਨਕਾਰਿਆ ਜਾ ਰਿਹਾ। ਜੇ ਤੁਹਾਡੇ ਵਰਗੇ ਗੁਰਮੁਖ ਚੈਨਲ ਤੇ, ਜਾਂ ਮੈਂ ਨਾ ਲਵਾਂ ਗੁਰਮੁਖਾਂ ਹੁਕਮ ਵੀ ਨਾ ਲਿਓ, ਜੋ ਬੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਹਿੰਦੇ ਸਰਕਾਰ ਦੇ ਪੱਦੀ ਸ਼ਬਦਾਵਲੀ ਬੋਲਦੇ, ਜਿਹੜੇ ਮੈਂ ਨਾ ਕਹਿ ਸਕਾਂ, ਵਿਚਾਰ ਕਰਨ ਜੋਗੇ ਤਾਂ ਹੈ ਨਹੀਂ, ਉਹ ਸਾਹਮਣੇ ਨਹੀਂ ਬਹਿ ਸਕਦੇ, ਗਾਲਾਂ ਹੀ ਕੱਢਦੇ ਨੇ ਥੱਲੇ ਕਮੈਂਟਾਂ ਤੇ, ਵੇਖਿਓ ਆਪ ਜੀ। ਜਿਹੜਾ ਗਾਲਾਂ ਕੱਢਣ ਵਾਲਾ ਨਾ, ਉਹਨੂੰ ਗੁਰਸਿੱਖ ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਮਹਾਰਾਜ ਦੇ ਬੱਚੇ ਨੇ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ। ਸੋ ਉਹ ਅਕਾਲ ਤਖਤ ਸਾਹਿਬ ਤੇ ਮਹਾਰਾਜ ਨੂੰ 2 ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਵੀ ਪਹਿਨੀਆਂ ਹੈਗੀਆਂ, ਕੱਲਾ ਗੁਰਤਾ ਗੱਦੀ ਨਹੀਂ ਮਿਲੀ। ਹੈਰਾਨ ਹੋਵੋਗੇ ਤੁਸੀਂ। ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਗਈਆਂ ਤੇ ਮਹਾਰਾਜ, ਕਈ ਲੋਕ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਨੇ ਭੁਲੇਖੇ ਨਾ ਪਾ ਦਿੱਤੀਆਂ। ਹਾਂਜੀ, ਇਹ ਵੀ ਮੈਂ ਬੇਨਤੀ ਕਰਾਂ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਈ ਕੌਤਕ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਣਜਾਣ ਨਹੀਂ ਸੀ। ਜੇ ਬ੍ਰਹਮ ਗਿਆਨੀ ਹੋਇਆ ਤੇ ਬ੍ਰਹਮ ਗਿਆਨੀ ਫਿਰ ਗਲਤੀ ਕਰ ਜੇ ਤੇ ਫਿਰ ਬ੍ਰਹਮ ਗਿਆਨੀ ਕੀ ਹੋਇਆ? ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ, ਹਨਾ। ਜੀ। ਸੋ ਇੱਕ ਗੱਲ ਹਮੇਸ਼ਾ ਯਾਦ ਰੱਖਣੀ, ਵਾਹਿਗੁਰੂ ਮੀਰੀ ਤੇ ਪੀਰੀ ਉਸ ਸਮੇਂ ਦੇ ਪੀਰ ਲੋਕ ਜਿਹੜੇ ਸੀ, ਮਹਾਤੜਾ ਨੂੰ ਲੱਤੜ ਕੇ, ਮਹਾਤੜਾ ਨੂੰ ਲਤਾੜ ਕੇ ਆਪਣੀ ਸ਼ਾਨ ਤੇ ਆਪਣੀ ਛਾਤੀ ਚੌੜੀ ਸਮਝਦੇ ਸੀ ਤੇ ਮੁਸ਼ਾਇਰਿਆਂ ਨੂੰ ਵੱਟ ਦੇ ਕੇ ਉਹਨਾਂ ਨੂੰ ਲਤਾੜੀ ਜਾਂਦੇ ਸੀ। ਜੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਤੇ ਤਾਜ ਬੰਨਿਆ, ਉਹ ਤਾਜ ਸਾਨੂੰ ਵੀ ਦਿੱਤਾ, ਜਿਹਨੂੰ ਆਪਾਂ ਪੱਗ, ਦੁਮਾਲਾ, ਦਸਤਾਰ ਕਹਿੰਦੇ ਹਾਂ। ਜਿਹਨੂੰ ਸਿੱਖ ਕੌਮ ਵਿੱਚ ਤਾਂ 4 ਰੰਗ ਹੀ ਦਿੱਤੇ ਨੇ ਸਿਰਫ ਰਹਿਤਨਾਮਿਆਂ ਵਿੱਚ। ਹੁਣ ਜਿੰਨੇ ਮਰਜ਼ੀ, ਹੁਣ ਤਾਂ ਮੈਂ ਹੈਰਾਨ ਆ ਵੀ ਬਾਬਾ ਆਪ ਭਾਵੇਂ ਉਸੇ ਤਰ੍ਹਾਂ ਦੀ ਪੱਗ, ਉਸੇ ਤਰ੍ਹਾਂ ਦਾ ਹਜੂਰੀਆ, ਉਸੇ ਤਰ੍ਹਾਂ ਦੀ 50, ਉਸੇ ਤਰ੍ਹਾਂ ਦਾ ਚੋਲਾ ਪਾਵੇ ਤੇ ਗੁਰੂ ਸਾਹਿਬ ਨੂੰ ਕਹਿੰਦੇ ਰੁਮਾਲੇ ਚੜਾਓ ਹੀ ਨਾ। ਜੀ। ਇਹ ਗੱਲ ਉਹਦੇ ਮੂੰਹੋਂ ਫੱਬਦੀ ਆ। ਵਾਹਿਗੁਰੂ, ਮੈਂ ਮਹਾਰਾਜ ਸਾਹਿਬ ਦੀ ਗੁਰਤਾ ਗੱਦੀ ਦੇ ਕਿਹੜੀਆਂ ਚੀਜ਼ਾਂ ਦੀ ਮਹਾਨਤਾ ਮੈਂ ਉਹ ਦੱਸਣ ਲੱਗਾ ਆਪ ਜੀ ਨੂੰ ਬੇਨਤੀਆਂ ਕਰਕੇ। ਤੇ ਗੁਰਤਾ ਗੱਦੀ ਤੇ ਬੈਠ ਕੇ ਕੀਤਾ ਕਿ ਇਹ ਮੇਰੇ ਨਾਲ ਸਾਰੀ ਕੌਮ ਜ਼ਿਆਦਾ ਜਾਣਦੀ ਹੈ, ਸ਼ੰਕਾਵਾਦੀਆਂ ਨੂੰ ਛੱਡ ਕੇ ਜਾਣਦੇ ਉਹ ਵੀ ਆ, ਪਰ ਮਨ ਜਾਣ ਸਭ ਬਾਤ ਜਾਣਤ ਹੀ ਔਗਣ ਕਰ। ਜੀ ਠੀਕ ਹੈ ਨਾ, ਜਾਣਦੇ ਸਭ ਕੁਝ ਹੈ, ਪਰ ਕਾਹੇ ਕੀ ਕੁਸਲਾਤ ਹੱਥ ਦੀ ਕੂਏ ਪਰ। ਮਹਾਰਾਜ ਕਹਿੰਦੇ ਕੱਲ ਨੂੰ ਖੂਹ 'ਚ ਡਿੱਗੇਗਾ, ਚਿੱਕੜ 'ਚ ਡਿੱਗੇਗਾ, ਗੋਤੇ ਖਾਏਗਾ, ਫਿਰ ਦੀਵੇ ਦਾ ਕੋਈ ਕਸੂਰ ਨਹੀਂ। ਇਹਨੇ ਤਾਂ ਤੈਨੂੰ ਚਾਨਣ ਦਿੱਤਾ ਸੀ, ਬਾਣੀ ਗੁਰਬਾਣੀ ਇਸ ਜਗ ਮੈਂ ਚਾਨਣ।
ਠੀਕ ਹੈ ਨਾ। ਪਰ ਕਰਮ ਵਸੈ ਮਨ ਆਏ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਉਹ ਕੀ ਕਰਨ ਬਾਬਾ ਜੀ ਸੁਖਮਿੰਦਰ ਸਿੰਘ ਜੀ, ਉਹਨਾਂ ਦੇ ਕਰਮ ਇੰਨੇ ਮਾੜੇ ਆ ਵੀ ਸੰਸਿਆ ਰੂਪੀ ਛੱਲਾਂ ਚੋਂ ਉਹ ਬਚ ਨਹੀਂ ਸਕਦੇ। ਜੀ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਤਾਜ ਸੀ ਨਾ ਬਾਬਾ ਜੀ, ਤਾਜ ਦਸਤਾਰ, ਇਹ ਸਾਨੂੰ ਦਿੱਤੀ ਸੀ ਵੀ ਇਹ ਕੋਈ ਵੀ ਬਣ ਸਕਦਾ, ਪਰ ਰੰਗ 4 ਦਿੱਤੇ ਸੀ। ਪਰ ਮੈਂ ਹੈਰਾਨ ਆ ਬਾਬਾ ਜੀ, ਜਿਹੜਾ ਪੱਗ ਨਹੀਂ ਨਾ ਬੰਨਦਾ, ਉਹ ਪੱਗ ਦਾ ਵਿਰੋਧ ਕਰੇ ਕੋਈ ਗੱਲ ਨਹੀਂ, ਉਹ ਵੀ ਸਿੱਖ ਕੌਮ ਚੋਂ ਪੈਦਾ ਨਾ ਹੋਇਆ ਹੋਵੇ। ਜਿਹੜਾ ਬੰਦਾ ਘਰ 'ਚ ਨਹੀਂ ਰਹਿੰਦਾ, ਉਹ ਘਰ ਦਾ ਵਿਰੋਧ ਕਰੇ, ਉਹ ਗੱਲ ਵੱਖਰੀ ਹੈ, ਪਰ ਸਿੱਖ ਕੌਮ ਚੋਂ ਪੈਦਾ ਨਾ ਹੋਇਆ ਹੋਵੇ। ਕਿਉਂਕਿ ਸਿੱਖ ਕੌਮ ਮਹਾਰਾਜ ਕਹਿੰਦੇ ਘਰ ਬੈਠੇ ਗੁਰੂ ਧਿਆਏ, ਉਹ ਮਹਾਰਾਜ ਇੱਕ ਚੀਜ਼ਾਂ ਦਾ ਖੰਡਨ ਕਰਦੇ ਨੇ ਵੀ ਤੂੰ ਇਹ ਚੀਜ਼ਾਂ ਛੱਡਣੀਆਂ ਨਹੀਂ, ਗ੍ਰਸਤੀ ਰਹਿ ਕੇ ਸਭ ਕੁਝ ਕਰ। ਅਕਾਲ ਪੁਰਖ ਵੀ ਗ੍ਰਸਤਨ ਮਹਿ ਤੂੰ ਬੜੋ ਗ੍ਰਸਤੀ ਹੈ ਜੀ। ਦੂਸਰੀ ਗੱਲ, ਜਿਹੜਾ ਬੰਦਾ ਖੁਦ ਇਹ ਕਹਿ ਰਿਹਾ ਵੀ ਇਹ ਗੁਰੂ ਸਾਹਿਬ ਨੂੰ ਰੁਮਾਲੇ ਜਿਹੜੇ ਆ ਉਹ ਸਾਦੇ ਵੀ ਚੱਲ ਸਕਦੇ ਆ ਜਾਂ ਸਾਲਿਕ ਵੀ ਚੱਲ ਸਕਦਾ, ਉਹ ਤਾਂ ਉਹਦਾ ਛੱਡੋ, ਉਹਦਾ ਮੂਰਖ ਬੰਦਾ ਸਧਾਣਾ, ਉਹਦੀ ਵੀ ਗੱਲ ਮੈਂ ਕਰਾਂਗਾ। ਉਹ ਬੰਦੇ ਜਿਹੜੇ ਪ੍ਰਚਾਰਕ ਕਹਿ ਰਹੇ ਆ, ਹੁਣ ਸੁਣਨ ਵਾਲੇ ਇਹ ਨੀ ਸਵਾਲ ਕਰਦੇ ਵੀ ਤੈਨੂੰ ਤੇ ਰੋਜ਼ ਮੈਚਿਕ ਵਾਲੇ ਪੱਗ ਦਸਤਾਰ ਚੋਲੇ ਇੱਕੋ ਜਿਹੇ ਚਾਹੀਦੀ ਹੈ, ਤੇ ਵੀ ਗੁਰੂ ਸਾਹਿਬ ਨੇ ਤੇ ਜਿਹਦੀ ਝੂਰੀ 'ਚ ਬਹਿ ਕੇ ਤੂੰ ਜਿਹਦੇ ਕਰਕੇ ਤੇਰੀ ਦੁਕਾਨ ਚੱਲਦੀ ਆ, ਉਹ ਗੁਰੂ ਸਾਹਿਬ ਨੂੰ ਰੁਮਾਲਾ ਜੇ ਕਿਸੇ ਨੇ ਦੇ ਹੀ ਦਿੱਤਾ ਤੇ ਤੈਨੂੰ ਕੀ ਪ੍ਰੋਬਲਮ ਬਈ? ਜੀ ਮੈਂ ਤੁਹਾਨੂੰ ਇਸੇ ਅਕਾਲ ਤਖਤ ਤੇ ਹੀ ਫੇਰ ਲੈ ਆਉਣਾ। ਇਸ ਅਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਿਰਾਜਮਾਨ ਹੋ ਕੇ ਪੀਰੀ ਵੱਲੋਂ, ਮੀਰੀ ਵੱਲੋਂ ਤੇ ਪੀਰੀ ਵੱਲੋਂ ਇੱਕ ਆਦੇਸ਼ ਦਿੱਤਾ। ਵੇਖੋ ਜੀ, ਜਿਹੜੇ ਲੋਕਾਂ ਨੂੰ ਅਲਰਜੀ ਹੈ ਨਾ ਵੀ ਗੁਰੂ ਘਰਾਂ ਦੇ ਵਿੱਚ ਕੀਮਤੀ ਗੱਡੀਆਂ ਕਿਉਂ ਆ, ਆਪ ਭਾਵੇਂ ਲਈ ਫਿਰਦੇ ਨੇ। ਮੈਂ ਕਹਿੰਦਾ ਗੱਡੀ ਦਾ ਵਿਰੋਧ ਉਹ ਕਰੇ ਜਿਹਦੇ ਬੰਦੇ ਕੋਲ ਗੱਡੀ ਨਹੀਂ ਹੈ, ਸਿਕਿਉਰਿਟੀ ਦਾ ਵਿਰੋਧ ਉਹ ਕਰੇ ਜਿਹਦੇ ਕੋਲ ਸਿਕਿਉਰਿਟੀ ਨਹੀਂ ਹੈ, ਮਹਾਰਾਜ ਦੇ ਬਸਤਰਾਂ ਦਾ ਵਿਰੋਧ ਉਹ ਕਰੇ ਜਿਹੜਾ ਆਪ ਬਸਤਰ ਸਾਦੇ ਪਹਿਨਦਾ ਵਾ, ਠੀਕ ਹੈ ਨਾ। ਤੇ ਉਹ ਗੁਰੂ ਸਾਹਿਬ ਦੇ ਬਿਲਡਿੰਗਾਂ ਦਾ ਵੀ ਜਿਹੜੇ ਗੁਰਦੁਆਰੇ ਕਿਉਂ ਪਾਈ ਜਾਂਦੇ, ਆਪ ਭਾਵੇਂ 65 ਕਿੱਲਿਆਂ 'ਚ ਗੁਰਦੁਆਰਾ ਪਾ ਲਵੇ, ਉਹ ਵਿਰੋਧ ਕਰੇ। ਜਿਹੜਾ ਘਰ ਬਹਿ ਕੇ ਪ੍ਰਚਾਰ ਕਰਦਾ ਗੁਰਦੁਆਰੇ 'ਚ ਰਹਿੰਦਾ ਹੀ ਨਹੀਂ ਜੀ, ਉਹ ਵਿਰੋਧ ਕਰੇ। ਜਿਹੜਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਰਿਹਾ ਬਾਬਾ ਜੀ, ਚੰਗੇ ਭਲੇ ਮੱਤ ਬੁੱਧੀ ਆਪਾਂ ਨੂੰ, ਆਪਾਂ ਕਿਉਂ ਨਹੀਂ ਸਵਾਲ ਕਰਦੇ ਵੀ ਤੂੰ ਐਡੀ ਵੱਡੀ ਬਿਲਡਿੰਗ 65 ਕਿੱਲਿਆਂ 'ਚ ਗੁਰਦੁਆਰਾ ਪਾਇਆ, ਤੂੰ ਮੈਚਿੰਗ ਦੇ ਜਦੋਂ ਵੇਖੋ ਹਰੇਕ ਪ੍ਰੋਗਰਾਮ ਤੇਰੀ ਪੱਗ ਅਲੱਗ, ਝੂਰੀਆ ਅਲੱਗ, ਹਰੇਕ ਚੀਜ਼ ਤੇਰੀ ਅਲੱਗ ਹੁੰਦੀ, ਗੁਰੂ ਸਾਹਿਬ ਦੇ ਰੁਮਾਲਿਆਂ ਤੇ ਤੈਨੂੰ ਪ੍ਰੋਬਲਮ ਕਿਉਂ ਬਈ ਜੀ। ਤੀਸਰੀ ਗੱਲ, ਆਪਾਂ ਦੁੱਧ ਦੀ ਵੀ ਕਰਾਂ ਪਰ ਇਸੇ ਵਿਸ਼ੇ ਤੇ ਰਹਿ ਗਈ। ਮਹਾਰਾਜ ਨੇ ਉਦੋਂ ਐਲਾਨ ਕੀਤਾ ਮੈਨੂੰ ਜਵਾਨੀਆਂ ਤੇ ਸ਼ਸਤਰ ਭੇਟ ਕਰੋ ਜੀ। ਵੇਖੋ ਜੇ ਮੇਰੀ ਖੁਸ਼ੀ ਲੈਣੀ ਆ ਨਾ, ਜਵਾਨੀਆਂ ਦਾ ਮਤਲਬ ਉੱਥੇ ਮਹਾਰਾਜ ਜਿਵੇਂ ਨੌਜਵਾਨ ਇੱਥੇ ਆਓ ਤੇ ਗੁਰਮੁਖੋ ਸ਼ਸਤਰ ਤੇ ਘੋੜੇ ਲੈ ਕੇ ਆਓ, ਸ਼ਸਤਰ ਤੇ ਘੋੜੇ। ਉਦੋਂ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਲੋਹੇ ਦੀਆਂ ਤੋਪਾਂ ਲੈ ਕੇ ਆਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਇਸ਼ਾਰਾ ਹੀ ਕੀਤਾ, ਕਿਸੇ ਕੋਲ ਖੰਜਰ ਦੇਣ ਦੀ ਸ਼ਮਤਾ ਹੈ, ਕਿਸੇ ਉਹ ਮਹਾਰਾਜ ਮੁੱਲ ਨਹੀਂ ਸੀ ਖਰੀਦ ਸਕਦੇ। ਮਹਾਰਾਜ ਦੀਆਂ ਆਪਦੀਆਂ ਫੈਕਟਰੀਆਂ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੀ, ਮਹਾਰਾਜ ਸਾਹਿਬ ਦੀਆਂ ਆਪਦੀਆਂ, ਬਾਬਾ ਜੀ ਸੁਖਮਿੰਦਰ ਸਿੰਘ ਜੀ ਆਪਦੀਆਂ ਫੈਕਟਰੀਆਂ ਸੀ। ਮੈਂ ਇਹਦੇ ਬਾਰੇ ਵੀ ਤੁਹਾਨੂੰ ਬੇਨਤੀ ਕਰਾਂਗਾ, ਫੈਕਟਰੀਆਂ ਵੇਲੇ ਕੀ ਹਾਲਾਤ ਹੋਏ ਉਦੋਂ, ਜੋ ਫੈਕਟਰੀਆਂ ਸੀ ਨਾ ਉਦੋਂ ਬਹੁਤ ਬੁਰੇ ਹਾਲਾਤ ਹੋ ਗਏ ਸੀ ਸਿੱਖਾਂ ਵਾਸਤੇ, ਸਿੱਖਾਂ ਦੀ ਬਦੌਲਤੀ ਜੀ। ਇਹ ਵੀ ਮੈਂ ਬੇਨਤੀ ਕਰਾਂਗਾ। ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਜਿਹਦੇ ਹੁਕਮਨਾਮੇ ਜਾਰੀ ਕੀਤੇ, ਸਿੱਖਾਂ ਨੇ ਨਾਲ ਹੀ ਮਹਾਰਾਜ ਸਾਹਿਬ ਨੇ ਬਚਨ ਕਹੇ। ਜਿਹੜੇ ਵਿਦਵਾਨ ਕੁਝ ਨਹੀਂ ਕਹਿੰਦੇ, ਚਲੋ ਉਹਨਾਂ ਦੀ ਕੋਈ ਮਜਬੂਰੀ ਹੋਊ ਜਾਂ ਨਾ ਉਹ ਦੱਸਦੇ ਹੋਣਗੇ ਜਾਂ ਉਹਨਾਂ ਨੂੰ ਨਾ ਪਤਾ ਹੋਊਗਾ ਜੀ। ਮਹਾਰਾਜ ਨੇ ਨਾਲ ਹੀ ਹੁਕਮ ਕੀਤਾ ਵੀ ਇਹ ਦਸਤਾਰ ਨੂੰ ਜੇ ਤਾਜ ਬਣਾਉਣਾ ਨਾ ਤੇ ਵਧੀਆ ਤੋਂ ਵਧੀਆ ਬਸਤਰ ਭੇਟ ਕਰੋ। ਬਸਤਰੇ ਮੈਂ ਤੁਹਾਨੂੰ ਬਣਾ ਕੇ ਦਿਆਂਗਾ ਆਪਣੇ ਹੱਥੀ, ਜੇ ਮੈਂ ਅਕਾਲ ਦਾ ਤਖਤ ਬਣਾ ਸਕਦਾ ਤੇ ਇਹ ਵੀ ਬਣਾ ਸਕਦਾ। ਮੈਂ ਪੁਰਾਤਨ ਵਿਦਵਾਨਾਂ ਕੋਲੋਂ, ਆਪਣੇ ਉਸਤਾਦਾਂ ਕੋਲੋਂ ਸਿੱਖਿਆ ਤੇ ਇਹ ਬਚਨ ਸੁਣੇ। ਉਦੋਂ ਮਹਾਰਾਜ ਨੇ 3 ਚੀਜ਼ਾਂ ਮੰਗਾਈਆਂ, ਨੌਜਵਾਨ ਲੜਕੇ ਤੇ ਸ਼ਸਤਰ ਘੋੜੇ, ਤੇ ਚੌਥੀ ਚੀਜ਼ ਮੰਗਾਈ ਕੱਪੜਾ ਦਸਤਾਰ ਜੀ। ਇਹ ਗੱਲ ਯਾਦ ਰੱਖਿਓ। ਕਿਉਂ ਦਸਤਾਰ ਮੰਗਾਈ ਜੀ? ਵੱਡੇ ਮਹਾਂਪੁਰਸ਼ਾਂ ਦੇ ਮੈਂ ਬਚਨ ਸੁਣੇ। ਮਹਾਂਪੁਰਸ਼ਾਂ ਦੇ ਪੁਰਾਤਨ ਸਮੇਂ ਨਾ ਤਾਂ ਕੋਈ ਘੋੜੀ ਤੇ ਚੜ ਸਕਦਾ ਸੀ, ਨਾ ਘੋੜੇ ਤੇ, ਨਾ ਕੋਈ ਆਪਣਾ ਕਹਿੰਦੇ, ਜਾਂ ਉਦੋਂ ਪਿੱਤਲ ਦੇ ਕਹਿੰਦੇ ਭਾਂਡੇ ਜ਼ਿਆਦਾ ਕੀਮਤੀ ਹੁੰਦੇ ਸੀ, ਤੁਹਾਨੂੰ ਪਤਾ ਹੀ ਹੈ, ਹੁਣ ਹੀ ਲੋਕਾਂ ਨੇ ਘਰਾਂ ਚੋਂ ਕੱਢੇ। ਤੇ ਨਾ ਹੀ ਕੋਈ ਮੰਜੇ ਤੇ ਸੌਂ ਸਕਦਾ ਸੀ, ਤੇ ਗੁਰਮੁਖੋ ਨਾ ਹੀ ਕੋਈ ਪਰਾਤ ਵਿੱਚ ਆਟਾ ਗੁੰਨ ਸਕਦਾ ਸੀ, ਤੇ ਨਾ ਹੀ ਸਿਰ ਤੇ ਕੋਈ ਤਾਜ, ਪੱਗ ਤਾਜ ਹੈ ਜੀ, ਇਹਨੂੰ ਬੰਨ ਸਕਦਾ ਸੀ ਜੀ। ਵੇਖੋ ਕਿਉਂ ਇਹ ਕੰਮ ਸਾਹ ਸੀ ਵੀ 6000 ਦਹਾਕਾ, 6 ਦਹਾਕੇ ਲੋਕਾਂ ਨੇ ਦੁਨੀਆ ਨੂੰ ਲੁੱਟਿਆ। ਔਰੰਗਜ਼ੇਬ ਨਾਲੋਂ ਵੀ ਭੈੜੇ ਭੈੜੇ ਜ਼ਾਲਮ ਰਾਜੇ ਹੋਏ, ਤੇ ਮੂੰਹ 'ਚ ਗਲ 'ਚ ਕੀ ਪਾ ਕੇ ਰੱਖਦੇ ਹੁੰਦੇ ਸੀ, ਉਹ ਤੇਲ ਪਾਉਣ ਵਾਲੀ ਪੀਕ, ਤੁਹਾਨੂੰ ਪਤਾ ਹੀ ਹੈ ਜੀ। ਜਦੋਂ ਕੋਈ ਜਰਵਾਣਾ ਘੋੜੇ ਤੇ ਚੜਿਆ ਹੁੰਦਾ ਸੀ, ਘੋੜੇ ਤੇ ਚੜਨਾ ਤੇ ਕੀ ਉਹ ਆਪਣਾ ਖਾਧਾ ਹੋਇਆ ਪਾਨ ਮੂੰਹ 'ਚ ਥੁੱਕਦਾ ਹੁੰਦਾ ਸੀ, ਮੂੰਹ 'ਚ। ਇਹ ਹਾਲਾਤ ਸੀ। ਵੱਡੇ ਮਹਾਂਪੁਰਸ਼ਾਂ ਦੇ ਬਚਨ ਸੁਣ ਕੇ ਵੇਖ ਲਓ, ਇਹ ਬਚਨ ਉਹਨਾਂ ਦੇ ਲਿਖੇ ਹੋਏ ਵੀ ਨੇ, ਇਹ ਪੜ੍ਹ ਕੇ ਦੇਖ ਲਓ ਤੁਸੀਂ। ਉਹਨਾਂ ਦਾ ਜਪਜੀ ਸਾਹਿਬ ਦਾ ਟੀਕਾ ਮਹਾਂਪੁਰਸ਼ਾਂ ਨੇ ਸ਼ੁਰੂ ਕੀਤਾ ਸੀ, ਬਾਅਦ 'ਚ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਸਾਹਿਬ ਜੀ ਉਹਨਾਂ ਨੇ ਡਿਊਟੀ ਲਾਈ, ਤੇ ਸੰਗਤਾਂ ਨੂੰ ਵੀ ਹੁਕਮ ਕੀਤਾ ਵੀ ਇਹਨਾਂ ਦਾ ਸਾਥ ਦਿਓ ਤੁਸੀਂ ਕਰਤਾਰ ਸਿੰਘ ਦਾ ਪੂਰਾ। ਹਾਂਜੀ,
ਇਹ ਸ਼ਾਇਦ ਮੈਨੂੰ ਪੂਰਾ ਪਤਾ ਨਹੀਂ, ਕਲਕੱਤੇ ਦੇ ਵਿੱਚ ਹੋਣਗੇ ਜਾਂ ਬੰਬੇ ਦੇ ਮਹਾਂਪੁਰਸ਼ਾਂ ਦੇ, ਉਹ ਲਿਖੇ ਹੋਏ ਨੇ ਉਹ ਟੀਕੇ ਦੇ ਵਿੱਚ। ਉਦੋਂ ਇਹ ਚੀਜ਼ਾਂ ਚੜੀਆਂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਜਿਨ੍ਹਾਂ ਦਾ ਇਹ ਵਿਰੋਧ ਕਰ ਰਹੇ ਨੇ ਤੇ ਸੁਣਾਣਗੇ ਨਹੀਂ ਇਹ ਕਦੀ ਵੀ ਗੱਲ ਜੀ। ਕਿ ਉਦੋਂ ਬਾਬਾ ਜੀ ਬੰਦੂਕਾਂ ਨਹੀਂ ਸੀ ਹੈਗੀਆਂ, ਮੈਨੂੰ ਆਪ ਜੀ ਦੱਸਿਓ ਕਿ ਉਦੋਂ ਤੋਪਾਂ ਨਹੀਂ ਸੀ ਹੈਗੀਆਂ, ਕਿ ਉਸ ਸਮੇਂ ਬੜੇ ਬੜੇ ਹਥਿਆਰ ਨਹੀਂ ਸੀ। ਅੱਜ ਵੀ ਬੀਬੀ ਭਾਗੋ ਵਾਲੀ ਬੰਦੂਕ ਜਾਂ ਬੀਬੀ ਭਾਗੋ ਵਾਲੀ ਹਜੂਰ ਸਾਹਿਬ ਜਾ ਕੇ ਵੇਖੋ, ਮਾੜਾ ਬੰਦਾ ਤੇ ਹਿਲਾ ਨਹੀਂ ਸਕਦਾ, ਐਡੀ ਬੰਦੂਕ ਪਈ ਆ। ਅੱਜ ਐਡੀ ਬੰਦੂਕ ਨਹੀਂ ਕਦੀ ਵੇਖੀ ਹੋਏਗੀ ਕਿਸੇ ਨੇ, ਕਿੰਨੀ ਵੱਡੀ ਬੰਦੂਕ ਹੈ। ਬਿਲਕੁਲ ਭਾਈ ਸਾਹਿਬ ਜੀ, ਤੇ ਮੈਂ ਇੱਕ ਮਿੰਟ ਰੋਕਾਂਗਾ ਆਪ ਜੀਆਂ ਨੂੰ। ਤੇ ਵੈਸੇ ਤੁਸੀਂ ਗੱਲ ਬਹੁਤ ਵਧੀਆ ਕਰ ਰਹੇ, ਮੇਰਾ ਦਿਲ ਨਹੀਂ ਕਰਦਾ ਸੀ ਆਪ ਜੀਆਂ ਨੂੰ ਵਿੱਚ ਰੋਕਾਂ, ਤੇ ਪਰ ਇੱਕ ਦੇਖੋ ਦੂਸਰਾ ਪੱਖ ਵੀ ਆਪਾਂ ਲੈ ਕੇ ਨਾਲ ਚੱਲਦੇ ਹਾਂ। ਆਪ ਸਿਕਿਉਰਟੀਆਂ 'ਚ ਰਹਿੰਦੇ ਨੇ, ਤੇ ਜਿੱਥੋਂ ਗਾਉਣ ਵਜਾਉਣ ਵਾਲੇ ਜਿਹੜੇ ਅੱਜ ਕੱਲ੍ਹ ਪੁੱਠੇ ਸਿੱਧੇ ਗਾਣੇ ਗਾਉਂਦੇ ਨੇ, ਉਹ ਬੌਂਸਰ ਲੈ ਕੇ ਤੁਰਦੇ ਨੇ, ਡੱਬ ਦੇ ਵਿੱਚ ਪਿਸਟਲ ਰੱਖਦੇ ਨੇ। ਤੇ ਸਾਡੇ ਜਿਹੜੇ ਮਹਾਰਾਜ ਨੇ ਸਾਨੂੰ ਆ ਤੁਸੀਂ ਆ ਜਿਹੜੀਆਂ ਚੀਜ਼ਾਂ ਦੱਸ ਰਹੇ ਨਾ, ਘੋੜੇ ਤੇ ਬਿਠਾਇਆ, ਦਸਤਾਰ ਸਿਰ ਤੇ ਬਣਾਈ, ਉਸ ਕੌਮ ਨੂੰ ਕਹਿ ਰਹੇ ਆ ਜੀ ਨਾ ਨਾਮ ਜਪੋ ਤੇ ਨਾ ਹਥਿਆਰ ਰੱਖਣ ਦੀ ਲੋੜ ਆ। ਹਾਂਜੀ, ਤੇ ਇਹ ਹੁਣ ਸਾਡੇ ਜਿਹੜੇ ਵੀਰ ਨੇ ਨਾ, ਸਾਨੂੰ ਵਾਰ-ਵਾਰ ਕਹਿ ਦਿੰਦੇ ਨੇ ਵੀ ਤੁਸੀਂ ਜਾਂ ਥੱਲੇ ਕਿਸੇ ਤਰ੍ਹਾਂ ਭੱਦੇ ਮਜ਼ਾਕ ਵੀ ਕਰਦੇ ਆ। ਇਹ ਤੁਸੀਂ ਹੁਣ ਆਪਣੀ ਸੋਚ ਆਪ ਕਿਤੇ ਬਹਿ ਕੇ ਸੋਚਿਓ ਵੀ ਆਪਾਂ ਕਿੱਥੇ ਇਸ ਵੇਲੇ ਖੜੇ ਆ। ਜੀ ਭਾਈ ਸਾਹਿਬ। ਦੇਖੋ ਮੈਂ ਹੱਥ ਜੋੜ ਕੇ ਬੇਨਤੀ, ਸਿੱਖ ਕਿਸੇ ਨਾਲ ਈਰਖਾ ਨਹੀਂ ਕਰਦਾ ਸੀ, ਈਰਖਾ ਵਸ ਹੋ ਕੇ ਗੱਲ ਨਹੀਂ ਕਹਿ ਰਹੇ ਜੀ। ਸਾਡੇ ਭਰਾ ਨੇ, ਸਾਡੇ ਵੀਰ ਨੇ, ਪਰ ਜੇ ਭਰਾ ਵਿਗੜ ਜੇ ਤੇ ਪੁੱਤਰ ਵਿਗੜ ਜੇ ਤੇ ਮਹਾਰਾਜ ਨੇ ਆਪਾਂ ਪੁੱਤਰ ਰਾਮ ਰਾਏ ਨਹੀਂ ਬਖਸ਼ਿਆ। ਇਹ ਕਿਹੜੀ ਬਾਗ ਦੀ ਮੂਲੀ ਨੇ ਯਾਰ। ਜੀ ਜੀ ਜੀ। ਹੁਣ ਇੱਕ ਗੱਲ ਲਾ ਲਈਏ, ਮੈਂ ਇਸੇ ਵਿਸ਼ੇ ਨੂੰ ਆਪਾਂ ਰੱਖਾਂਗੇ ਤੇ ਤੁਸੀਂ ਵੀ ਉਹ ਵਿਸ਼ੇ ਨਾਲ ਰਲਦੀ ਗੱਲ ਹੀ ਕਹੀ ਹੈ ਜੀ। ਰਾਮ ਰਾਏ ਨੂੰ ਮਹਾਰਾਜ ਨੇ ਸਮੱਤ ਕਿਉਂ ਨਹੀਂ ਬਖਸ਼ੀ ਜੀ? ਮੈਨੂੰ ਇੱਕ ਬੇਨਤੀ ਦੱਸੋ, ਜੇ ਕੌਡੇ ਰਾਖਸ਼ ਨੂੰ ਮਹਾਰਾਜ ਮਤ ਬੁੱਧੀ ਬਖਸ਼ ਸਕਦੇ ਸੀ, ਰਾਮ ਰਾਏ ਨੂੰ ਵੀ ਬਖਸ਼ ਸਕਦੇ ਸੀ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਤੇਰੀ ਰਸਨਾ ਤੇ ਵਸਾਂਗੇ, 72 ਕਰਾਮਾਤਾਂ ਵਿਖਾਈਆਂ ਜਿਨ੍ਹਾਂ ਨੂੰ ਇਹ ਬੇਵਕੂਫ ਲੋਕ ਮੰਨਦੇ ਨਹੀਂ, ਇਹ ਬੇਵਕੂਫ ਲੋਕ ਮੰਨਦੇ ਨਹੀਂ। ਹਾਂਜੀ, ਅੱਜ ਵੀ ਕਰਾਮਾਤਾਂ ਹੈਗੀਆਂ। ਮੈਂ ਛੋਟੀ ਜਿਹੀ ਇੱਕ ਤੁਹਾਨੂੰ ਵਿਸ਼ਾ ਛੱਡ ਕੇ ਮੈਂ ਇੱਕ ਐਗਜ਼ਾਮਪਲ ਦਿਆਂ, ਜੇ ਆਪ ਜੀ ਦਾ ਹੁਕਮ ਹੋਵੇ। ਜੀ 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 ਜ਼ਰੂਰ। ਮੈਂ ਇੱਥੇ 4 ਸਾਲ ਪਹਿਲਾਂ ਯੂਕੇ ਸੀ, ਤਕਰੀਬਨ ਯੂਕੇ ਦੀਆਂ ਵਿਲਨ ਹਾਲ ਦੀਆਂ ਸੰਗਤਾਂ ਦੇ ਜਿਹੜੇ ਦਾਸ ਨੂੰ ਜਾਣਦੇ ਨੇ ਵੀਰ, ਉਹ ਸਾਰੇ ਉਹਨਾਂ ਨੂੰ ਪਤਾ ਮੇਰੀ ਬੇਟੀ ਨੂੰ ਕੈਂਸਰ ਹੋ ਗਿਆ। ਵਾਹਿਗੁਰੂ ਜੀ, ਮੇਰੇ ਕੋਲ ਸਾਰੀਆਂ ਰਿਪੋਰਟਾਂ ਪਈਆਂ ਨੇ ਜੀ। ਉਹ ਮੇਰੇ ਕੋਲ ਸਾਰੀਆਂ ਰਿਪੋਰਟਾਂ ਘਰ ਪਈਆਂ ਨੇ, ਗੁਰੂ ਰਾਮਦਾਸ ਹਸਪੀਟਲ ਦੇ ਡਾਕਟਰ ਵੀ ਇਹ ਗੱਲ ਦੇ ਗਵਾਹ ਨੇ। ਬੇਟੀ ਨੂੰ ਕੈਂਸਰ ਹੋ ਗਿਆ, 12 ਸਾਲ ਦੀ ਬੇਟੀ, ਤੁਹਾਡੀਆਂ ਵੀਰਾਂ ਦੀਆਂ ਸੀਸਾਂ ਨੇ। ਉਹ ਬੇਟੀ ਤੀਸਰੀ ਸਟੇਜ ਤੇ ਕੈਂਸਰ ਚਲਾ ਗਿਆ ਜੀ। ਵਾਹਿਗੁਰੂ, ਜਿਹਨੂੰ ਮਰਜ਼ੀ ਪੁੱਛ ਸਕਦੇ ਹੋ। ਭਾਈ ਸਰਜੀਤ ਸਿੰਘ ਸਾਹਿਬ ਜੀ ਨਾਲ ਆਪ ਜੀ ਦੀ ਕੱਲ ਸ਼ਾਇਦ ਗੱਲ ਹੋਈ, ਉਹਨਾਂ ਨੂੰ ਵੀ ਇਹ ਗੱਲ ਦਾ ਪਤਾ। ਮੇਰੇ ਉਹ ਸਾਰੇ ਜਿੰਨੇ ਪਿਆਰ ਵਾਲੇ ਕਲੋਜ਼ ਸਿੱਖ ਨੇ, ਵੀਰ ਨੇ, ਉਹਨਾਂ ਨੂੰ ਪਤਾ ਜੀ। ਮੈਂ ਹੁਣ ਇੱਥੇ ਸੀਗਾ ਤੇ ਮੁੱਕਦੀ ਗੱਲ ਵੀ ਘਰਦਿਆਂ ਦੇ ਵੀ ਹੁਣ ਕੀ ਕਰਨਾ, ਦਵਾਈਆਂ ਤੋਂ ਗੱਲ ਨਾ ਬਣੇ ਤੇ ਉਹ ਕੈਂਸਰ ਵੱਧਦਾ। ਗੁੱਡੀ ਦਾ 4 ਕਦਮ ਤੁਰਨੋਂ ਹਟ ਗਈ, ਉਹਦੀਆਂ ਅੱਖਾਂ ਵੀ ਕਾਲੀਆਂ ਹੋ ਗਈਆਂ, ਬੋਲਿਆ ਨਾ ਜਾਇਆ ਕਰੇ, ਕੰਮ ਖਰਾਬ ਹੋ। ਸਿੰਘ ਸਾਹਿਬ ਸੁਖਜਿੰਦਰ ਸਿੰਘ ਸਾਹਿਬ ਜੀ ਵੀ ਇਹ ਗੱਲ ਦੇ ਇਹ ਗਵਾਹ ਨੇ ਇਹ ਗੱਲ ਦੇ। ਹਾਂਜੀ, ਸੋ ਇੱਕ ਯੂਕੇ ਦਾ ਸਿੰਘ ਗਗਨ ਸਿੰਘ ਆ, ਉਹਨੇ ਵੀ ਅਰਦਾਸਾਂ ਕਰਵਾਈਆਂ ਸੀ 5 ਪੈਰਾਂ ਤੋਂ। ਮੁੱਖ ਦੀ ਗੱਲ ਜੀ, 5 ਪੈਰ ਨੇ ਡਿਊਟੀ ਲਾਈ ਵੀ 108 ਜਪਜੀ ਸਾਹਿਬ ਦੇ ਪਾਠ ਬੱਚੀ ਨੇ ਕਰਨੇ ਨੇ, ਤੇ ਦੁੱਖ ਭੰਜਣੀ ਬੇਰੀ ਥੱਲੇ ਆਣ ਕੇ ਰੋਜ਼ਾਨਾ ਸਣਕੇਸ਼ੀ ਇਸ਼ਨਾਨ ਕਰਕੇ ਘੱਟ ਤੋਂ ਘੱਟ 1 ਪਾਠ ਤਾਂ ਕਰੇ, ਤੇ 108 ਪਾਠ ਜਿੰਨੇ ਚਿਰ ਚ ਮਰਜ਼ੀ ਕਰ ਲਵੇ। ਗੁਰਮੁਖ ਮੁੱਖ ਦੀ ਗੱਲ, ਮੈਂ 43 ਦਿਨਾਂ ਬਾਅਦ ਜਾ ਕੇ ਟੈਸਟ ਕਰਵਾਇਆ। ਉਹ ਮੇਰੀ ਬੇਟੀ ਨੂੰ ਸਕੂਲ ਦੇ ਮਾਸਟਰ ਵੀ ਇਹ ਗੱਲ ਦੇ ਗਵਾਹ ਨੇ ਜੀ। ਸਕੂਲ ਅਜੇ ਵੀ ਹੈ ਬਾਬਾ ਸੁਖਦੇਵ ਸਿੰਘ ਪੁਚੋਵਾਲਿਆਂ ਦਾ ਸਾਡੇ ਚੱਬੇ ਚ, ਉਹ ਵੀ ਗਵਾਹ ਨੇ, ਉੱਥੋਂ ਦੇ ਮਾਸਟਰ ਵੀ ਗਵਾਹ ਨੇ। ਇੰਨੇ ਮੈਂ ਸਬੂਤ ਦੇ ਰਿਹਾ। ਮੇਰੀ ਬੇਟੀ ਵਾਹਿਗੁਰੂ ਦੀ 43, ਮੈਂ ਦਿਨਾਂ ਦੀ ਗੱਲ ਨਹੀਂ ਕਰਦਾ, ਫਿਰ ਵੀ 43 ਦਿਨ ਬਾਅਦ ਜਾ ਕੇ ਮੈਂ ਟੈਸਟ ਕਰਾਏ। ਇਹਨਾਂ ਬੇਵਕੂਫ ਲੋਕਾਂ ਦੇ ਮੂੰਹ ਤੇ ਚਪੇੜ ਮੇਰਾ, ਮੈਂ ਸਬੂਤ ਬੈਠਾ। ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀ ਬੇਟੀ ਨੂੰ ਇੱਕ ਰੱਤੀ ਭਰ ਵੀ ਕੈਂਸਰ ਦੀ ਸ਼ਿਕਾਇਤ ਨਹੀਂ ਸੀ। ਵਾਹਿਗੁਰੂ ਜੀ ਜੀ। ਇਹ ਮੈਂ ਖੁਦ ਆਪ ਗਵਾਹ ਇਹ ਗੱਲ। ਮੈਂ ਡਾਕਟਰ ਗਵਾਹ ਨੇ, ਮਾਸਟਰ ਗਵਾਹ ਨੇ, ਸਾਡਾ ਪਿੰਡ ਸਾਰਾ ਗਵਾਹ ਹੈ, ਇੰਗਲੈਂਡ ਦੀਆਂ ਸੰਗਤਾਂ ਗਵਾਹ ਨੇ। ਮੈਂ ਕਿੰਨੇ ਸਬੂਤ ਦਿਆਂ ਤੁਹਾਨੂੰ। ਮੈਂ ਤਾਂ ਕਿਹਾ ਵੀ ਇਹਨਾਂ ਨੂੰ ਨਾਮ ਦੀ ਸ਼ਕਤੀ ਦਾ ਨਹੀਂ ਪਤਾ। ਗੁਰਮੁਖੋ, ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਇਹੋ ਜਿਹੇ ਬੇਵਕੂਫ ਲੋਕ ਨੇ। ਪੁਰਾਣੇ ਸਮੇਂ ਇੰਡੀਆ ਦੀ ਕਹਾਵਤ ਹੈ ਵੀ ਖੁੱਤੀ ਦੇ ਵਿੱਚ ਨਾ ਮੂਤ ਦੇਣਾ ਵਾ, ਨਾ ਖੇਡਣਾ ਨਾ ਖੇਡਣ ਦੇਣਾ ਜੀ। ਇਹ ਮੂਰਖ ਲੋਕ ਜਿਹੜੇ ਨੇ ਨਾ, ਇਹ ਉੱਠਣ ਜੋਗੇ ਨਹੀਂ। ਉਹ ਵਿਚਾਰੇ ਕਿਆ ਕਰਿਆ, ਜੋ ਭਾਗਤਰ ਮੰਦੇ ਅੰਮ੍ਰਿਤ ਵੇਲੇ ਦਾ ਇਹਨਾਂ ਨੇ ਵਿਰੋਧ ਕਰ ਦਿੱਤਾ। ਤੇ ਭਗਤ ਫਰੀਦ ਜੀ ਕਹਿੰਦੇ ਪਿਛਲ ਰਾਤ ਨਾ ਜਾਗੇ ਉਹੇ, ਜੀਵ ਮੋਹੇ ਉਹੇ, ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਉਹੇ। ਮੇਰਾ ਪਹਿਲੀ ਗੱਲ ਤੇ ਨਾਮ ਜਪਣ ਵਾਲਿਆਂ ਜਿਹੜਾ ਵਿਰੋਧ ਕੀਤਾ ਤੇ ਅੰਮ੍ਰਿਤ ਵੇਲੇ ਵਾਲਿਆਂ ਨੇ। ਮੈਂ ਉਹ ਵਿਸ਼ਾ ਫਿਰ ਉਹੀ ਰੱਖ ਲਵਾਂਗੇ ਆਪਾਂ, ਗੁਰੂ ਹਰਗੋਬਿੰਦ ਸਾਹਿਬ ਵਾਲਾ ਜਿਹੜਾ ਆਪ ਜੀ ਹੁਕਮ ਕੀਤਾ। ਮੈਂ ਉਹ ਗੱਲ ਥੋੜੀ ਜਿਹੀ ਮੈਂ ਸਿਰੇ ਲਾਉਣ ਦੀ ਕੋਸ਼ਿਸ਼ ਕਰਾਂ, ਸਿਰੇ ਤੇ ਨਹੀਂ ਲੱਗਣੀ। ਹੁਣ ਅੰਮ੍ਰਿਤ ਵੇਲੇ ਜਿਹੜਾ ਨਹੀਂ ਉੱਠਦਾ, ਭਗਤ ਫਰੀਦ ਜੀ ਦੇ ਸੌਖੇ ਹੀ ਅੱਖਰੀ ਅਰਥ ਕਰ ਲਓ, ਉਹ ਮੁਰਦਾ ਹੈ ਜੀ। ਤੇ ਮੈਂ ਇੱਕ ਬੇਨਤੀ ਕਰਾਂ, ਮੁਰਦੇ ਦੇ ਗੁਰਸਿੱਖ ਰਹਿਤਨਾਮੇ ਮੁਤਾਬਕ 2 ਰੂਪ ਨੇ ਗੁਰਮੁਖੋ, ਤੇ ਤੀਸਰਾ ਦੁਨਿਆਵੀ ਤੌਰ ਤੇ ਜਦੋਂ ਮਾਰੀ ਜਾਂਦਾ। ਮੈਂ ਵੀ ਬੇਨਤੀ ਕਰਦਾ ਜੀ ਜੀ। ਭਾਈ ਗੁਰਦਾਸ ਜੀ ਨੇ ਮੁਰਦੇ ਦੀ ਬੜੀ ਸੋਹਣੀ ਐਗਜ਼ਾਮਪਲ ਦਿੱਤੀ। ਉਹ ਕਹਿੰਦੇ ਮੁਰਦਾ ਹੋਏ ਮਰੀਦ, ਜੇ ਸਿੱਖ ਬਣਨਾ ਤੇ ਮੁਰਦੇ ਤੋਂ ਵੀ ਕੁਝ ਸਿੱਖ ਲਾ।
ਜੀ ਤੇ ਜੇ ਇਹ ਲੋਕ ਕਹਿਣ ਵੀ ਸਿੱਖਣਾ ਐਡਾ ਸੌਖਾ ਵੀ ਮੁਰਦੇ ਤੋਂ ਸਿੱਖੀਏ, ਤੇ ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਹਰੇਕ ਕੰਮ ਅਕਲ ਨਾ ਹੁੰਦਾ। ਇਹਨਾਂ ਨੂੰ ਕਹੋ ਅਕਲ ਤੋਂ ਬਿਨਾਂ ਨਹੀਂ ਹੁੰਦਾ, ਤੇ ਭਾਈ ਗੁਰਦਾਸ ਜੀ ਤੋਂ ਅਕਲ ਲਈਏ। ਭਾਈ ਗੁਰਦਾਸ ਜੀ ਕਹਿੰਦੇ ਮੁਰਦੇ ਨੂੰ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਈਏ, ਰੱਖ ਲਈਏ, ਭਾਵੇਂ ਬਾਹਰ ਕੱਢ ਦਈਏ, ਭਾਵੇਂ ਇੱਥੇ ਤੇ ਫਰਿੱਜਾਂ 'ਚ ਕਈ ਦਿਨ ਰੱਖਦੇ ਫਿਰਦੇ। ਤੁਹਾਨੂੰ ਪਤਾ ਇੰਡੀਆ ਵਿੱਚ ਵੀ ਇਹ ਪ੍ਰੋਗਰਾਮ ਚੱਲ ਪਿਆ ਫਰਿੱਜਾਂ ਵਾਲਾ। ਮੁਰਦੇ ਨੇ ਕਦੀ ਕਿਹਾ ਤਾਂ ਨਹੀਂ ਯਾਰ ਮੈਂ ਲੇਟ ਹੋ ਰਿਹਾ, ਮੇਰਾ ਸੰਸਕਾਰ ਕਰੋ, ਕੀ ਤੁਸੀਂ ਸਿਆਪਾ ਪਾਇਆ? ਕਦੀ ਕਿਹਾ ਮੁਰਦੇ ਨੇ? ਜੀ ਮੁਰਦੇ ਨੇ ਕਦੀ ਸ਼ੰਕਾ ਕੀਤਾ ਮੇਰੀ ਲਾਸ਼ ਖਰਾਬ ਹੋ ਰਹੀ, ਕਿਉਂ ਮੇਰੀ ਲਾਸ਼ ਤੁਸੀਂ ਰੋਲਦੇ ਫਿਰਦੇ ਹੋ? ਕਦੀ ਮੁਰਦਾ ਸ਼ੰਕਾ ਨਹੀਂ ਕਰਦਾ। ਤੇ ਗੁਰੂ ਕਾ ਸਿੱਖ ਕਿੰਨੇ ਸ਼ੰਕੇ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਸਿੱਖ ਬਣਨਾ ਤੇ ਮੁਰਦੇ ਦੀ ਤਰ੍ਹਾਂ ਬਣ। ਗੁਰੂ ਤੈਨੂੰ ਸੁੱਟ ਰਹੇ ਰਾਖ ਪ੍ਰਭੂ ਭਾਵੇਂ ਮਾਰ, ਭਾਵੇਂ ਗੁਰੂ ਤੈਨੂੰ ਰੱਖ ਲੇ, ਭਾਵੇਂ ਸੁੱਟ ਦਵੇ, ਭਾਵੇਂ ਗਰੀਬੀ ਦੇ ਦਵੇ, ਕੁਛ ਵੀ ਕਰ ਦਵੇ, ਸ਼ੰਕਾ ਨਾ ਕਦੀ ਵੀ ਗੁਰੂ ਤੇ ਕਰੀ। ਕਦੀ ਵੀ ਸ਼ੰਕਾ ਨਾ ਕਰੀ। ਮੁਰਦੇ ਵਰਗਾ ਸਿੱਖ ਬਣ। ਹੁਣ ਸੁਣੀ ਵਿਚਾਰ ਕਰ ਸਕਦਾ ਗੁਰੂ ਕਾ ਸਿੱਖ, ਸ਼ੰਕਾ ਨਹੀਂ ਜੇ ਕਰ ਸਕਦਾ। ਤੇ ਜਿਹੜਾ ਪਿਛਲੀ ਰਾਤ ਨਹੀਂ ਉੱਠਦਾ ਉਹ ਮੁਰਦਾ ਹੈ। ਤੇ ਗੁਰਮੁਖੋ ਜਿਹੜਾ ਪਿਛਲੀ ਰਾਤ ਦਾ ਵਿਰੋਧ ਕਰਦਾ ਉਹ ਵੀ ਤੇ ਮੁਰਦਾ ਹੀ ਆ। ਤੇ ਮੁਰਦੇ ਕਦੀ ਸਟੇਜਾਂ ਤੇ ਪ੍ਰਚਾਰ ਕਰਦੇ ਨਹੀਂ ਵੇਖੇ ਮੈਂ, ਪਰ ਹੈਰਾਨਗੀ ਦੀ ਗੱਲ ਹੁਣ ਮੁਰਦੇ ਪ੍ਰਚਾਰ ਕਰਦੇ ਤੇ ਮੁਰਦੇ ਹੀ ਸੁਣਦੇ ਜੇ। ਇਹ ਵੀ ਤੁਹਾਨੂੰ ਕਹਿ ਦਿਆਂ, ਮੇਰੇ ਮੁਤਾਬਕ ਨਹੀਂ, ਗੁਰਬਾਣੀ ਮੁਤਾਬਕ ਜੀ। ਮੈਂ ਗੁਰਬਾਣੀ ਨਾਲ ਸਹਿਮਤ ਹਾਂ। ਇਸ ਕਰਕੇ ਜਿਹੜਾ ਅੰਮ੍ਰਿਤ ਵੇਲੇ ਦਾ ਤੇ ਨਾਮ ਦਾ ਵਿਰੋਧ ਕਰਦਾ, ਪਹਿਲੀ ਕਰਦਾ, ਉਹ ਹੈ ਹੀ ਮੁਰਦਾ। ਦੂਸਰਾ ਸੁਣ ਲਓ, ਮਹਾਰਾਜ ਕਹਿੰਦੇ ਗੁਰਮੰਤਰ ਹੀਣ ਜੋ ਪ੍ਰਾਣੀ ਮੁਰਦੇ ਨਹੀਂ ਕੱਲੇ। ਬਾਬਾ ਜੀ ਜਿਹੜੇ ਨਾਮ ਦਾ ਵਿਰੋਧ ਕਰਦੇ ਨੇ ਨਾ, ਉਹ ਵੀਰੇ ਵਿਚਾਰਾਂ ਦੀ ਵਿਚਾਰ ਕਰਨ। ਜਿਹੜਾ ਆਪ ਜੀ ਨੇ ਸਵਾਲ ਕੀਤਾ ਗੁਰੂ ਸਾਹਿਬ ਨੇ ਸ਼ਸਤਰ ਕਿਉਂ ਪਹਿਨੇ, ਹੁਣ ਇਹ ਵੀ ਬੇਨਤੀ ਕਰਦਾ। ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਹੀ ਸ਼ਸਤਰਾਂ ਦੀ ਮਰਜ਼ਾਦਾ ਚੱਲੀ ਵਾਹਿਗੁਰੂ ਜੀ ਵੈਸੇ ਜੀ, ਪਰ ਆਪਣਾ ਵਿਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਕਿਉਂ ਪਹਿਨਾਏ? ਸਭ ਤੋਂ ਪਹਿਲਾਂ ਸ਼ਹੀਦ ਹੋਇਆ ਜੀ ਕਾਜੀ ਰੁਕਨਦੀਨ। ਉਦੋਂ ਵੀ ਇਹੀ ਹੁਕਮ ਸੀ ਵੀ ਤੂੰ ਜਾਪ ਛੱਡ ਦੇ, ਜਪਜੀ ਸਾਹਿਬ ਦਾ ਨਾਮ ਛੱਡ ਦੇ, ਜਪਣਾ ਜੀ। ਇਹਨਾਂ ਮੂਰਖਾਂ ਨੂੰ ਪੁੱਛੋ ਇਹਨਾਂ ਨੂੰ। ਕਾਜੀ ਰੁਕਨਦੀਨ ਗੈਰ ਧਰਮ ਦਾ ਇਨਸਾਨ ਕਹਿੰਦਾ ਜਪਜੀ ਸਾਹਿਬ ਨਹੀਂ ਛੱਡਣਾ, ਸਰੀਰ ਛੱਡ ਦੂੰਗਾ। ਤੇ ਕਾਜੀ ਰੁਕਨਦੀਨ ਨੂੰ ਗੁਰਮੁਖੋ ਹੱਥ ਜੋੜ ਕੇ ਬੇਨਤੀ ਆ, ਇਹ ਗੱਲ ਤਰਲਾ ਹੀ ਆ ਤੁਹਾਡੇ ਅੱਗੇ, ਉਹਦੀ ਕੁਰਬਾਨੀ ਨੂੰ ਰੋੜੀਏ ਨਾ। ਕੁੱਤਿਆਂ ਨਾਲ ਲੱਸੀ ਤੇ ਦਹੀਂ ਪਾ ਕੇ ਪੜਵਾ ਦਿੱਤਾ ਵੀ ਤੂੰ ਜਪਜੀ ਸਾਹਿਬ ਨਹੀਂ ਛੱਡਿਆ। ਕਾਜੀ ਇੱਕ ਕਾਜੀ ਸੀ ਉਸ ਸਮੇਂ ਦਾ, ਜੱਜ ਮੁਸਲਮਾਨ ਵੀਰਾਂ ਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਸਮੇਂ ਸ਼ਸਤਰ ਪਹਿਨੇ ਵੀ ਜਿਹੜਾ ਗਰੀਬਾਂ ਨੂੰ ਲਤੜਿਆ ਜਾ ਰਿਹਾ ਨਾ ਵੀ ਨਗਾਰੇ ਦੀ ਚੋਟ ਵੱਜਦੀ। ਤੇ ਮਹਾਰਾਜ ਦਾ ਇੱਥੇ ਬਚਨ ਇਹ ਹੁੰਦਾ ਸੀ, 4 ਦਰਵਾਜ਼ੇ ਰੱਖਿਆ ਦੇ ਵਿੱਚੋਂ ਵੀ ਕੋਈ ਵੀ ਇੱਥੇ ਖੱਤਰੀ ਆਵੇ, ਬ੍ਰਾਹਮਣ ਆਵੇ, ਸ਼ੂਦਰ ਆਵੇ, ਛੋਟਾ ਆਵੇ, ਵੱਡਾ ਆਵੇ, ਸਾਰੇ ਨਗਾਰੇ ਦੇ ਥੱਲੇ ਆਓ, ਆਪਾਂ ਸਿਮਰਨ ਕਰੀਏ ਤੇ ਗੁਰੂ ਰਾਮਦਾਸ ਦਾ ਧੰਨਵਾਦ ਕਰੀਏ ਜਿਹਨੇ ਸਾਨੂੰ ਇਹ ਜੀਵਨ ਸਿਮਰਨ ਕਰਨ ਵਾਸਤੇ ਦਿੱਤਾ ਜੀ। ਉਦੋਂ ਇਹ ਗੱਲ ਦਾ ਵਿਰੋਧ ਹੋ ਰਿਹਾ ਸੀ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸ਼ਸਤਰ ਕੇ ਅਧੀਨ ਹੈ ਰਾਜ ਸ਼ਸਤਰ ਦਿੱਤਾ ਵੀ ਜੇ ਰਾਜ ਸਾਡਾ ਹੋਏਗਾ ਨਾ ਤੇ ਅਧੀਨ ਹੋਏ ਤੇ ਸਾਨੂੰ ਨਾਮ ਜਪਣ ਤੋਂ ਕੋਈ ਨਹੀਂ ਡੱਕੂਗਾ। ਪਰ ਸਾਡੇ ਰਾਜ ਵਿੱਚ ਸਾਡੇ ਹੀ ਸਾਨੂੰ ਨਾਮ ਜਪਣ ਤੋਂ ਡੱਕਣ ਲੱਗ ਪਏ। ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂ, ਗੁਰੂ ਕਾ ਇੱਕ ਬਚਨ ਇਹ ਵੀ ਆ, ਗੁਰਮੰਤਰ ਹੀਣ ਜੋ ਪ੍ਰਾਣੀ। ਤੁਸੀਂ ਕਹੋ ਵੀ ਅਸੀਂ ਤਾਂ ਮੰਤਰ ਜਪਦੇ ਨੇ ਤੇ ਨਾਮ ਦੀ ਗੱਲ ਚੱਲ ਰਹੀ। ਤੇ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ। ਭਾਈ ਗੁਰਦਾਸ ਜੀ ਕਹਿੰਦੇ ਮੰਤਰ ਤੇ ਸ਼ੰਕਾ ਨਾ ਜੇ ਕਰਿਓ, ਵਾਹਿਗੁਰੂ ਵੀ ਇੱਕ ਮੰਤਰ ਹੀ ਆ। ਕੰਨਾ ਮਾਟੀ ਗੁਰ ਮੈਂ ਤੇਰਾ ਚੇਲਾ ਤੇ ਤੂੰ ਮੇਰਾ ਗੁਰ, ਮੰਤਰ ਇਹ ਵੀ ਆ, ਪਰ ਸਾਨੂੰ ਉਹ ਪ੍ਰਵਾਨ ਕੋਈ ਨਹੀਂ। ਠੀਕ ਹੈ ਨਾ ਜੀ। ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਮਹਾਰਾਜ ਕਹਿੰਦੇ ਗੁਰਮੰਤਰ ਹੀਣਸ ਜੋ ਪ੍ਰਾਣੀ, ਜਿਹੜੇ ਇਹਨਾਂ ਦੇ ਪ੍ਰਚਾਰ ਸੁਣਦੇ। ਇੱਕ ਇਸੇ ਗੱਲ ਨੂੰ ਮੈਂ ਦੁਬਾਰਾ ਕਹਿਣਾ ਚਾਹਾਂਗਾ, ਪਰ ਬੇਨਤੀ ਕਰਾਂ ਇਹ ਲੋਕ ਕਹਿੰਦੇ ਸਹਿਜ ਪਾਠ ਕਰੋ। ਦੇਖੋ ਤੁਸੀਂ ਵੱਧ ਤੋਂ ਵੱਧ ਸਹਿਜ ਪਾਠ ਕਰੋ ਜੀ, ਪਰ ਮੈਨੂੰ ਨਹੀਂ ਲੱਗਦਾ ਆਪ ਕਰਦੇ ਹੋਣਗੇ। ਜੇ ਵੀਰ ਜੀ ਸਹਿਜ ਪਾਠ ਇੱਕ ਤਾਂ ਕਹਿੰਦੇ ਵੀ ਕਰੋ, ਗੁਰਬਾਣੀ ਸਿੱਖ ਦੀ ਕਮਜ਼ੋਰੀ ਆ ਗੁਰਮੁਖੋ। ਗੁਰਬਾਣੀ ਸਿੱਖ ਦੀ ਕਮਜ਼ੋਰੀ ਆ, ਕਿਉਂਕਿ ਕਮਜ਼ੋਰ ਨੂੰ ਉੱਚਾ ਉਠਾਉਂਦੀ, ਇਸ ਕਰਕੇ ਉੱਚਾ ਕੌਣ ਨਹੀਂ ਬਣਨਾ ਚਾਹੁੰਦਾ। ਗੁਰਬਾਣੀ ਸਿੱਖ ਦੀ ਇਸ ਕਰਕੇ ਕਮਜ਼ੋਰੀ, ਗੁਰਬਾਣੀ ਕਮਜ਼ੋਰ ਨੂੰ ਉੱਚਾ ਕਰਦੀ ਹੈ। ਇਹਨਾਂ ਨੇ ਗੁਰਬਾਣੀ ਕਹਿਣਾ ਵਾ ਸਹਿਜ ਪਾਠ ਕਰੋ, ਕਹਿਣ ਵੀ ਬਾਣੀ ਨਾਲ ਜੋੜਦੇ, ਬਾਣੀ ਨਾਲ ਜੋੜਦੇ। ਪਰ ਉਹਨਾਂ ਨੂੰ ਕਰਨ ਵਾਲਿਆਂ ਨੂੰ ਇੱਕ ਬੇਨਤੀ ਮੇਰੀ ਹੱਥ ਜੋੜ ਕੇ ਵੀ ਚੰਗੀ ਗੱਲ ਤੁਸੀਂ ਸਹਿਜ ਪਾਠ ਕਰੋ। ਤੇ ਸਹਿਜ ਪਾਠ ਤੇ ਸਾਰਾ ਹੀ ਨਾਮ ਦਾ ਉਪਦੇਸ਼ ਦਿੰਦਾ ਹੈ। ਇਹ ਨਾਮ ਤੋਂ ਦੂਰ ਕਰਦੇ ਨੇ। ਤੇ ਇਹਨਾਂ ਨੂੰ ਮੂਰਖਾਂ ਨੂੰ ਪੁੱਛੋ ਤੁਸੀਂ ਕਦੀ ਕੀਤਾ? ਜੇ ਇਹ ਕਰਦੇ ਨੇ ਤੇ ਆਹ ਪੰਕਤੀ ਇਹਨਾਂ ਨੂੰ ਕਿਉਂ ਨਹੀਂ ਯਾਦ? ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ। ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਹੈ, ਗੁਰੂ ਦੇ ਮੰਤਰ ਤੋਂ ਹੀਣਾ ਕਰਦਾ ਹੈ, ਗੁਰੂ ਕਾ ਸਿਮਰਨ ਜਪਾਉਂਦਾ, ਆਪ ਜਪਿਆ ਹੈ ਅਵਰ ਨਾਮ ਜਪਾਵੇ ਹੈ, ਪਰ ਪਾਟੀ ਤੇ ਨਹੀਂ ਚੱਲਦਾ। ਮਹਾਰਾਜ ਕਹਿੰਦੇ ਤਰਕਾਰ ਫਿਟੇ ਮੂੰਹ, ਉਹਦੇ ਮੂੰਹ ਦਾ ਤਰਕਾਰ। ਤੇ ਆਪਾਂ ਭਾਈ ਸਾਹਿਬ ਕਹਿੰਦੇ ਉਹਨੂੰ, ਫਿਰ ਗੁਰੂ ਸਾਹਿਬ ਦਾ ਵਿਰੋਧ ਨਹੀਂ ਕਰਦੇ ਜੀ। ਇਹ ਮੇਰੇ ਬਚਨ ਨਹੀਂ ਹੈ, ਭਾਈ ਸਾਹਿਬ ਦੇ ਅਰਥ ਕਿਸੇ ਕੋ ਵੀ ਕਰਾ ਲਿਓ। ਕਮੈਂਟ ਕਰਨ ਤੋਂ ਪਹਿਲਾਂ ਜਾਂ ਗੱਲਾਂ ਕਹਿਣ ਤੋਂ ਪਹਿਲਾਂ ਇਹਦੇ ਅਰਥ ਕਰੋ ਤੁਸੀਂ ਜੀ। ਅਗਲੀ ਪੰਕਤੀ ਸੁਣੋ। ਮਹਾਰਾਜ ਕਹਿੰਦੇ ਕੂਕਰ ਹੈ, ਸੂਕਰ ਹੈ ਕਾਂ ਤੇ ਕੁੱਤਾ, ਕੂਕਰ ਹੈ, ਸੂਕਰ ਹੈ, ਗਰਦਬ ਹੈ, ਕਾਕਾ ਹੈ, ਸਰਪਨ ਹੈ, ਤੁਲਖਲ ਹੈ। ਹੁਣ ਇਹ ਜਾਨਵਰਾਂ ਦੇ ਉਹ ਹੈ ਤੇ ਬੰਦਾ, ਪਰ ਹੈ ਇਹਨਾਂ ਦੀ ਕੈਟਾਗਰੀ ਵਿੱਚੋਂ ਤੇ ਬਾਅਦ ਚ ਮਰ ਕੇ ਵੀ ਇਹ ਬਣੂਗਾ।
ਜਿਹਦੇ ਮੈਂ ਅਰਥ ਜੇ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਥੋੜੇ ਜਿਹੇ ਕਰਦੇ ਆ ਹੋਰ ਖੁੱਲ ਕੇ ਮਾੜੇ ਜਿਹੇ। ਜੀ 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 ਮਹਾਰਾਜ ਕਾਂ ਕਿਉਂ ਬਣੂਗਾ, ਹੋਰ ਜਾਨਵਰ ਥੋੜੇ ਆ ਜੀ ਗੱਲ। ਉਹ ਪ੍ਰਚਾਰਕ ਕਾਂ ਹੀ ਕਿਉਂ ਬਣੂ ਜਿਹੜਾ ਸਿਮਰਨ ਤੋਂ ਦੂਰ ਕਰਦਾ। ਮਹਾਰਾਜ ਕਹਿੰਦੇ ਕਾਂ ਵੀ ਬਿਨਾਂ ਸੱਦਿਆਂ ਬਨੇਰੇ ਤੇ ਆਣ ਕੇ ਵਿਸ਼ਟਾ ਵਾਲੀ ਕੰਦੀ ਚੁੰਝ ਸਾਫ਼ ਕਰਦਾ ਕਰਦਾ ਕਾਂ 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 ਕਰੀ ਜਾਂਦਾ, ਕਿਸੇ ਦੀ ਗੱਲ ਸੁਣਦਾ ਨਹੀਂ। ਇਸ ਕਰਕੇ ਇਹ ਵੀ ਕਾਂ 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 ਕਰੀ ਜਾਂਦਾ, ਸੁਣਾਉਣ ਜੋਗਾ ਹੀ ਸੁਣਦਾ ਨਹੀਂ। ਗੰਦੀ ਵਿਸ਼ਟੇ ਦੀ ਚੁੰਝ ਹੈ, ਮੂੰਹ ਵਾਲੀ ਗੰਦ ਮੂੰਹ ਚੋਂ ਬੋਲਦਾ। ਇਸ ਕਰਕੇ ਪਹਿਲੀ ਗੱਲ ਤੇ ਕਾਂ ਹੀ ਬਣੂਗਾ। ਬਹੁਤਾ ਬੋਲਣ ਦਾ ਸ਼ੌਂਕ ਤੇ ਕਾਂ ਹੀ ਕਾਂ ਕਾਂ ਕਰੀ ਜਾਈ ਜੀ। ਦੂਸਰਾ ਸੂਰ, ਵਾਹਿਗੁਰੂ ਜੀ ਦੇਖਿਓ ਆਪ ਜੀ, ਸੂਰ ਗੰਦਗੀ ਦੇ ਵਿੱਚ ਮੂੰਹ ਮਾਰਦਾ, ਗੰਦਗੀ ਵਿੱਚ ਤੇ ਰਹਿੰਦਾ ਵੀ ਗੰਦਗੀ ਵਿੱਚ, ਤੇ ਸੌਣ ਚ ਖੁਸ਼ੀ ਵੀ ਉਹਨੂੰ ਗੰਦਗੀ ਵਿੱਚ ਹੁੰਦੀ ਜੇ। ਜੀ ਆਪ ਦੇਖ ਲਓ ਇਹ ਲੋਕ ਆਪ ਗੰਦਗੀ ਵਿੱਚ ਰਹਿੰਦੇ ਆ ਤੇ ਗੁਰਮੁਖੋ ਇਹਨਾਂ ਨੂੰ ਸੁਗੰਧੀ ਤੇ ਚੰਦਨ ਕਿੱਥੋਂ ਚੰਗਾ ਲੱਗੇ। ਜੀ ਜੀ ਹੁਣ ਇੱਕ ਮੈਂ ਤੁਹਾਨੂੰ ਤੁਸੀਂ ਕਹੋ ਵੀ ਤੁਸੀਂ ਕਿਵੇਂ ਆਂਦੇ ਗੰਦਗੀ, ਮੈਂ ਕੱਲ ਕਿਵੇਂ ਨਾਂ ਨਹੀਂ ਲੈਣਾ, ਇੱਕ ਚੈਨਲ ਸੁਣ ਰਿਹਾ ਸੀ ਜੀ। ਉਹ ਇੱਕ ਕਤਰਤਾ ਉਹਨਾਂ ਦੀ ਗੰਦਗੀ ਵਾਲੀ ਸੀ ਉਹਨਾਂ ਦੀ। ਉਹ ਏਡੇ ਬੇਵਕੂਫ ਬੰਦੇ, ਪੁਰਾਣੇ ਬੰਦੇ ਦੇ ਯਾਰ, ਮੈਂ ਇੱਕ ਦਾ ਤੇ ਨਾਂ ਲੈ ਜਾਣਾ, ਪ੍ਰੋਫੈਸਰ ਦਰਸ਼ਨ ਤੋਂ ਦੇ ਯਾਰ ਸੀਗੇ ਜੀ। ਉਹ ਕਹਿ ਰਹੇ ਜੀ ਟਕਸਾਲ ਤੇ 78 ਤੋਂ ਪਹਿਲਾਂ ਤੇ ਟਕਸਾਲ ਦਾ ਨਾਂ ਹੀ ਨਹੀਂ ਸੀ। ਮੇਰਾ ਵਿਸ਼ਾ ਨਹੀਂ ਹੈ, ਥੋੜਾ ਜਿਹਾ ਵਿਸ਼ੇ ਤੋਂ ਮੈਂ ਜਾਣ ਕੇ ਪਛਾਣ ਰਿਹਾ ਕਿਉਂਕਿ ਉੱਥੇ ਗੱਲ ਆ ਜਾਣੀ ਸੂਰ ਤੇ। ਜੀ 78 ਤੋਂ ਪਹਿਲਾਂ ਤੇ ਟਕਸਾਲ ਦਾ ਨਾਂ ਹੀ ਨਹੀਂ ਸੀ। ਕੋਈ ਕਿਤਾਬ ਪੜ੍ਹ ਲਓ, ਕੋਈ ਗ੍ਰੰਥ ਪੜ੍ਹ ਲਓ, ਕੋਈ ਕਿੱਦਾਂ ਪੜ੍ਹ ਲਓ, ਉਹਨੂੰ ਕਹੋ ਮੂਰਖੋ ਤੁਸੀਂ ਗ੍ਰੰਥ ਛੱਡੋ। 78 ਵੇਲੇ ਟਕਸਾਲ ਦੇ ਸਿੰਘਾਂ ਨੇ ਜਾ ਕੇ ਉੱਥੇ ਕੁਰਬਾਨੀ ਦਿੱਤੀ ਜਿੱਥੇ 13 ਸਿੰਘਾਂ ਦਾ ਸ਼ਹੀਦੀ ਜਗ੍ਹਾ ਬਣੀ, ਉਹ ਅੰਮ੍ਰਿਤਸਰ ਸਾਹਿਬ ਵਿਖੇ ਨਿਰੰਕਾਰੀ ਦਾ ਵਿਰੋਧ ਹੋਇਆ ਜਿੱਥੇ। ਹਾਂਜੀ, ਉਹ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਨੇ ਤੋਰੇ ਸੀ ਸਿੰਘ ਉਹ ਵੀ ਜੀ। 78 ਤੋਂ ਪਹਿਲਾਂ ਹੀ ਮੂਰਖੋ ਸੰਤ ਕਰਤਾਰ ਸਿੰਘ ਜੀ ਮਹਾਂਪੁਰਖ ਹੋਏ। 78 ਤੋਂ ਪਹਿਲਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਏ। 78 ਤੋਂ ਪਹਿਲਾਂ ਹੀ ਬਾਬਾ ਸੁੰਦਰ ਸਿੰਘ ਜੀ ਹੋਏ। ਬਾਬਾ ਸੁੰਦਰ ਸਿੰਘ ਜੀ ਭਿੰਡਰ ਕਲਾ ਹੋਏ। ਬਾਬਾ ਸੁੰਦਰ ਸਿੰਘ ਜੀ ਦੇ ਪਿਤਾ ਬਾਬਾ ਖਜਾਨ ਸਿੰਘ ਹੋਏ। ਤੁਸੀਂ ਕਿਹੜੇ ਗ੍ਰੰਥ ਦੀ ਗੱਲ ਕਰਦੇ ਹੋ ਯਾਰ? ਉਹਨਾਂ ਨੂੰ ਪੁੱਛੋ ਮੂਰਖਾਂ ਨੂੰ। ਮੈਂ ਹੈਰਾਨ ਆ ਵੀ ਜਿਹੜੇ ਲੋਕ ਲੋਕਾਂ ਨੂੰ ਕਹਿੰਦੇ ਪੜੋ, ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਟਕਸਾਲ 78 ਤੋਂ ਪਹਿਲਾਂ ਇਹੀ। ਤੁਸੀਂ ਗ੍ਰੰਥੀ ਪੜ੍ਹ ਲਓ, ਕੋਈ ਤੁਹਾਨੂੰ ਸੰਮਤ ਜਾਂ ਸਨ ਕੋਈ ਤਰੀਕ ਤੁਹਾਨੂੰ ਜਿਹੜੀ ਉਹ ਯਾਦ ਰਹਿ ਜੇ। ਮੂਰਖੋ ਤੁਹਾਨੂੰ ਇਹ ਹੀ ਨਹੀਂ ਪਤਾ, ਹੈਰਾਨ ਹੋਵੋਗੇ। ਪਹਿਲਾਂ ਲੋਕ ਫੋਨ ਕਰੀ ਜਾਂਦੇ ਵੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਉਹੀ ਇਹ ਲੋਕ ਸੂਰ ਨੇ, ਕਿਉਂਕਿ ਗ੍ਰੰਥਾਂ ਵਿੱਚ, ਵਿਦਵਾਨਾਂ ਵਿੱਚ, ਸੰਗਤ ਵਿੱਚ ਮੂੰਹ ਨਹੀਂ ਮਾਰਦੇ, ਇਹ ਗੰਦਗੀ 'ਚ ਮੂੰਹ ਮਾਰਦੇ ਨੇ। ਇਸ ਕਰਕੇ ਘੁਰ ਘੁਰ ਕਰਨਾ ਜਾਣਦੇ ਨੇ। ਮਾਰੇ ਕਹਿੰਦੀ ਫਿਰ ਭਾਈ ਇਹਨਾਂ ਦੀ ਕੈਟਾਗਰੀ ਸੂਰ ਹੀ ਹੋਣੀ ਚਾਹੀਦੀ ਨਾ ਜੀ। ਦੂਸਰੀ ਆ ਜਾਓ ਹੁਣ ਤੀਸਰੀ ਤੇ ਭਾਈ ਨਾਮ ਤੇ ਅੰਮ੍ਰਿਤ ਵੇਲੇ ਤੇ ਢੁੱਕ ਦੀਜੇ ਪੂਰੀ। ਹੁਣ ਮੈਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ 'ਚ ਖੋਤੇ ਬੜੇ ਨੇ ਵਾਹਿਗੁਰੂ ਜੀ। ਯਕੀਨ ਸਾਡੇ ਪਿੰਡ 'ਚ ਬੜੇ ਹੁੰਦੇ ਸੀ, ਨਿੱਕੇ ਹੁੰਦੇ ਅਸੀਂ ਬੜੇ ਖੋਤੇ ਸਾਡੇ ਪਿੰਡ 'ਚ ਹੁੰਦੇ ਵੇਖੇ। ਬੜੇ ਪੱਠੇ ਲਿਆਂਦੇ ਸੀ, ਉਹ ਵੀ ਲਿਆਨੇ ਪੱਠੇ। ਹੁਣ ਤਾਂ ਰੇਹੜੀਆਂ ਦਾ ਕੰਮ ਚੱਲ ਪਿਆ ਜੀ। ਉਹ ਖੋਤੇ ਨੂੰ ਜਦੋਂ ਅਸੀਂ ਘਰੋਂ ਛੱਡਣਾ ਨਾ ਜੀ, ਪੱਠੇ ਲੈ ਕੇ ਜਾਂ ਪੱਠੇ ਜਿੰਨੇ ਮਰਜ਼ੀ ਉਹਨੂੰ ਹਰਾ ਉਹਦੇ ਅੱਗੇ ਸੱਟਣਾ, ਉਹਨੇ ਖਾ ਖੂ ਕੇ ਅੱਧਾ ਕੁ ਲਤਾੜ ਕੇ ਉੱਤੇ ਮੂਤ ਮਾਤ ਕੇ ਲਿੱਦ ਕਰਕੇ ਉਹਨੇ ਜਾ ਕੇ ਰੂੜੀਆਂ ਤੇ ਪੈਣਾ। ਰੂੜੀਆਂ ਤੇ ਯਕੀਨ ਕਰਿਓ, ਚੰਗੀ ਜਗ੍ਹਾ ਤੇ ਨਹੀਂ ਪੈਣਾ। ਵੀ ਜਾ ਕੇ ਪਤੰਦਰਾ ਕੇ ਦਰਖਤ ਥੱਲੇ ਬੈਠ ਜਾ, ਭਾਵੇਂ ਧੁੱਪ ਹੋਵੇ 45-50 ਡਿਗਰੀ ਗਰਮੀ ਹੋਵੇ, ਗੁਰਮੁਖੋ ਨੇ ਰੂੜੀ ਤੇ ਹੀ ਪੈਣਾ, ਯਕੀਨ ਕਰਕੇ ਜਾਣਿਓ ਜੀ ਜੀ। ਇਸ ਕਰਕੇ ਮਾਰੇ ਕਹਿੰਦੇ ਵੀ ਇਹਨਾਂ ਨੂੰ ਜਿੰਨਾ ਮਰਜ਼ੀ ਇਹਨਾਂ ਸੱਚ ਦੀ ਸੰਗਤ ਕਰ ਸਾਧ ਸੰਗਤ ਸਿਮਰ ਮਾਧਵ ਹੋਏ ਪਤਤ ਪਨੀਤਾ। ਇਹਨਾਂ ਸੰਗਤ ਵਿੱਚ ਨਹੀਂ ਬਹਿਣਾ ਵੀ ਜਿਹੜੀ ਮਾੜੀ ਮੋਟੀ ਸਾਡੇ ਤੇ ਲਿੱਦ ਲੱਗੀ, ਮਾੜੀ ਮੋਟੀ ਸਵਾਹ ਪਈ ਉਹ ਵੀ ਦੂਰ ਹੋ ਜੇ। ਇਹਨਾਂ ਗਧਿਆਂ ਦੀ ਸੰਗਤ ਵਿੱਚ ਬਹਿਣਾ, ਤੇ ਗਧਿਆਂ ਨੇ ਰੂੜੀਆਂ ਤੇ ਬਹਿਣਾ, ਤੇ ਰੂੜੀਆਂ ਤੇ ਬਹਿਣ ਵਾਲਾ ਸਿਰ 'ਚ ਸਵਾਹ ਪਾਉਣ ਵਾਲੀਆਂ ਗੱਲਾਂ ਕਰ ਸਕਦਾ, ਉਹ ਨਾਮ ਦੀ ਗੱਲ ਨਹੀਂ ਜੇ ਕਰ ਸਕਦਾ ਜੀ। ਕਿਉਂਕਿ ਗਧੇ ਦਾ ਵਿਸ਼ਾ ਚੱਲਿਆ ਕੂਕਰਾ ਹੈ, ਸੂਕਰਾ ਹੈ, ਗਰਦਵਾ ਹੈ ਤੇ ਕਾਕਾ ਹੈ। ਕੂਕਰਾ ਹੈ, ਸੂਕਰਾ ਹੈ, ਕਾਂ ਕੁੱਤੇ ਦੀ ਗੱਲ ਰਹਿ ਗਈ। ਹੁਣ ਕੁੱਤਾ ਵਫਾਦਾਰ ਵੀ ਬੜਾ ਜੀ ਗੁਰਮੁਖੋ। ਮੈਂ ਤੁਹਾਨੂੰ ਬੇਨਤੀ ਕਰਾਂ ਜੀ, ਤੇ ਕੁੱਤੇ ਦੀ ਜੇ ਐਗਜ਼ਾਮਪਲ ਪੁੱਛਣੀ ਹੈ ਤੇ ਮੈਂ ਹੁਣ ਤੁਹਾਨੂੰ, ਜੇ ਤੁਸੀਂ ਨਾਮ ਦਾ ਸਵਾਲ ਕਰ ਹੀ ਦਿੱਤਾ, ਮੇਰੇ ਕੋਲ ਭਾਵੇਂ 10 ਦਿਨ ਲਵਾ ਦਿਓ ਇਹ ਗੱਲ ਤੇ ਭਾਈ ਗੁਰਮੁਖੋ ਇਹ ਗੱਲ ਇਤਿਹਾਸ ਵਿੱਚੋਂ ਮੇਰਾ ਨਹੀਂ, ਇਤਿਹਾਸ ਬਾਣੀ ਗੁਰੂ ਸਾਹਿਬ ਦੀ ਹੈ ਤੇ ਮਹਾਰਾਜ ਸਿਰ ਤੇ ਹੱਥ ਰੱਖਦੇ। ਮੈਂ 10 ਦਿਨ ਇਹਦੀ ਵਿਚਾਰ ਕਰ ਸਕਦਾ ਲਗਾਤਾਰ ਇਸ ਵਿਸ਼ੇ ਤੇ। ਮੈਨੂੰ ਉਮੀਦ ਹੈ ਤੇ ਜੇ ਸਤਿਗੁਰੂ ਨੇ ਬਖਸ਼ਿਸ਼ ਕੀਤੀ 10 ਮਹੀਨੇ ਵੀ ਕਰ ਸਕਦਾ, ਕਿਉਂ ਅਸੀਂ ਕਿਤਾਬਾਂ ਨਹੀਂ ਪੜ੍ਹੇ, ਅਸੀਂ ਉਸਤਾਦਾਂ ਕੋਲ ਪੜ੍ਹ ਕੇ ਸਿੱਖੇ ਹਾਂ। ਸਾਡੀ ਬੇਨਤੀ ਹੈ, ਜ਼ਿੰਦਗੀ ਗਾਲੀ ਇਹ ਗੱਲ ਦਾ ਮਾਣ ਵੀ ਹੋਣਾ ਚਾਹੀਦਾ, ਹੰਕਾਰ ਨਹੀਂ ਹੈ। ਰੋ ਤੁਹਾਡੇ ਵੀਰਾਂ ਦੀ ਅਸੀਸਾਂ ਗੁਰਮੁਖਾਂ ਦੀ ਘਰਾਂ ਵਿੱਚ ਛਕ ਕੇ ਅਸੀਂ ਤੇ ਸਾਡੇ ਵੱਡੇ ਬੱਚੇ ਹੋਏ ਆ, ਮਨਮੁਖਾਂ ਦੀ ਸੰਗਤ 'ਚ, ਰੂੜੀਆਂ ਵਾਲਿਆਂ ਤੋਂ ਨਹੀਂ। ਰੋ ਵਿਚਾਰ। ਸੋ ਕੁੱਤੇ ਦੇ ਪ੍ਰਥਾਏ ਮੈਂ ਜਿਹੜੇ ਬਚਨ ਆਇਆ, ਚਾਰੇ ਗੱਲਾਂ ਨੂੰ ਮੈਂ ਸਿਰੇ ਲਾ ਦਿਆਂ। ਜਿਹੜਾ ਕੁੱਤਾ ਨਾ ਜੀ, ਕੁੱਤਾ ਜੀ ਗੁਰਮੁਖੋ ਇਹ ਬੜਾ ਮਾੜਾ ਜੀਵ ਵੀ ਹੈ, ਤੇ ਜੇ ਇਹਦੀ ਵਫਾਦਾਰੀ ਵੇਖ ਲਈਏ ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਤੇ ਗੱਲ ਨਿਬੇੜਤੀ। ਮੈਂ ਤੁਹਾਨੂੰ ਬਾਅਦ 'ਚ ਇਹ ਗੱਲ ਤੋਂ ਮਗਰੋਂ ਦੱਸਾਂਗਾ। ਤੇ ਗੁਰੂ ਸਾਹਿਬ 'ਚ ਕਬੀਰ ਜੀ ਨੇ ਤੇ ਕਮਾਲ ਕਰ ਦਿੱਤੀ। ਮਹਾਰਾਜ ਕਹਿੰਦੇ ਮੈਂ ਕੁੱਤੇ ਤੇ ਨਹੀਂ ਜਾਣਾ, ਕਬੀਰ ਜੀ ਕਹਿੰਦੇ, ਪਰ ਮਹਾਰਾਜ ਉਹਦੀ ਵਫਾਦਾਰੀ ਤੇ ਮੈਂ ਜਾਣਾ। ਕਿਰਪਾ ਕਰੀ ਮੇਰੇ ਸਿਰ ਤੇ ਹੱਥ ਰੱਖ, ਮੈਂ ਤੇਰਾ ਇਹੋ ਜਿਹਾ ਕੂਕਰ ਬਣਾ ਵੀ ਮੇਰੇ ਗਲ 'ਚ ਤੇਰੇ ਹੁਕਮ ਦੀ ਡੋਰੀ ਹੋਵੇ। ਤੇ ਕਿਰਪਾ ਇਹ ਵੀ ਕਰੀ ਵੀ ਜਿੱਥੇ ਬਿਠਾਏ ਉੱਥੇ ਬਹਿ ਕੇ ਮੈਂ ਭੌਂਕਾਂ ਭਾਵ ਜਿੱਦਾਂ ਕਵੇਂ ਉਵੇਂ ਬੋਲਾਂ ਜੀ ਜੀ। ਬਣਾ ਮੈਂ ਕੂਕਰ
ਕਬੀਰ ਕੂਕਰ ਰਾਮ ਕੋ ਦਾਵਾ ਕਰ ਦਿੱਤਾ ਵੀ ਮੈਂ ਅਰਦਾਸ ਕੀਤੀ ਸੀ ਤੇ ਮੇਰੀ ਪ੍ਰਵਾਨ ਹੋ ਗਈ ਤੇ ਮੈਂ ਕੂਕਰ ਬਣ ਗਿਆ ਗੁਰੂ का। कबीर कूकर राम को मुतिया मेरो नाओ, गले हमारे गुरु के हुक्म दी, गले हमारे जेवरी जह खिंचा तह जाओ। ਹੁਣ ਉਹਨੂੰ ਤੇ ਇੰਨਾ ਭਰੋਸਾ ਹੈ, ਪਰ ਸਾਡੇ ਵਾਲੇ ਕਹਿੰਦੇ ਵੀ ਆਉਣ ਵਾਲੇ 10 ਸਾਲਾਂ 'ਚ ਬੱਚੇ ਕੀ ਕਹਿਣਗੇ ਵੀ ਸਾਇੰਸ ਕੀ ਕਹੂਗਾ, ਇਦਾਂ ਨਹੀਂ, ਇਦਾਂ ਹੋ ਹੀ ਨਹੀਂ ਸਕਦਾ। ਇਹਨਾਂ ਮੂਰਖਾਂ ਨੂੰ ਪੁੱਛੋ ਵੀ ਅੱਜ ਤੱਕ ਤੂੰ ਤਾਂ ਸ਼ੰਕਾ ਹੋਣ ਕਰਨ ਲੱਗਾ, ਤੂੰ ਜਦੋਂ 25-28 ਸਾਲ ਦਾ ਸੀ ਉਦੋਂ ਵੀ ਤੂੰ ਪ੍ਰਚਾਰ ਕਰਦਾ ਸੀ ਤੇ ਤੂੰ ਹੁਣ ਮੰਨਿਆ ਵੀ ਮੈਂ 12-14 ਸਾਲ ਝੂਠ ਬੋਲਿਆ, ਮੈਂ ਮੰਨਦਾ, ਮੈਨੂੰ ਸ਼ਰਮ ਕੋਈ ਨਹੀਂ। ਤੇ ਗੁਰਮੁਖਾ ਤੈਨੂੰ 10 ਸਾਲ ਦੇ ਨੂੰ ਕੋਈ ਨਹੀਂ ਸੋਝੀ ਆਈ। ਗੱਲਾਂ ਸੋਚਣ ਵਾਲੀਆਂ। ਤੇ ਉਹੀ ਸੋਝੀ ਦਾ ਪ੍ਰਚਾਰ ਕਰਕੇ ਤੂੰ ਐਡਾ ਵੱਡਾ 65 ਕਿੱਲਿਆਂ ਵਾਲਾ ਮਹਿਲ ਖੜਾ ਕੀਤਾ। ਉਹ ਫਿਰ ਝੂਠ ਦੇ ਪ੍ਰਚਾਰ ਵਾਲਾ ਗੁਰਦੁਆਰਾ ਵੀ ਆਪਾਂ ਨੂੰ ਦੇ ਦੇਣਾ ਚਾਹੀਦਾ ਨਾ। ਸੱਚੀ ਕਮਾਈ ਵਾਲਾ ਗੁਰਦੁਆਰਾ ਦੁਬਾਰਾ ਬਣਾਈਏ, ਫਿਰ ਦੇਖਾਂਗੇ ਟੈਂਕੀਆਂ ਨੂੰ ਗੁਰਦੁਆਰਾ ਬਣਦਾ ਕਿ ਨਹੀਂ ਬਣਦਾ। ਜਿਹੜੀ ਕਥਾ ਤੇ ਸ਼ੰਕੇ ਨਹੀਂ ਹੋਏ, ਉਹ ਕਥਾ ਦੇ ਬਦੌਲਤ ਹੀ ਉਹ ਏਡੇ ਏਡੇ ਮਹਿਲ ਇਹਨੇ ਖੜੇ ਕੀਤੇ। ਉਦੋਂ ਬਾਅਦ ਤੇ ਟੈਂਕੀ ਵਾਸਤੇ ਵੀ ਤੁਹਾਨੂੰ ਪਤਾ ਮਿੰਨਤਾਂ ਕਰਦਾ ਸੀ, ਟੈਂਕੀ ਵਾਸਤੇ ਪੈਸੇ ਨਹੀਂ ਸੀ ਇਕੱਠੇ ਹੁੰਦੇ। ਰੋ ਵਿਚਾਰ ਜੋ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਭੈ ਵਿੱਚ ਰਹਿ ਕੇ ਗੱਤ ਕਲਿਆਣ ਪ੍ਰਾਪਤ ਕਰਨ ਵਾਲਾ ਹੀ ਜਿਹੜਾ ਉਹਦੀ ਮਾਇਆ ਦਾਸੀ ਪੈਰਾਂ ਦੀ ਧੂੜੀ ਬਣਦੀ ਆ। ਮੰਗਣ ਦੀ ਲੋੜ ਨਹੀਂ ਜੇ ਪੈਂਦੀ। ਜਿਵੇਂ ਤੁਸੀਂ ਅੱਜ ਗ੍ਰੰਥੀ ਸਿੰਘਾਂ ਦੇ ਵਿਸ਼ੇ ਤੇ ਬੋਲਿਆ, ਬੜਾ ਸੋਹਣਾ ਵਿਸ਼ਾ ਰੱਖਿਆ, ਮੈਂ ਉਹਤੇ ਵੀ ਬਾਅਦ ਚ ਗੱਲ ਕਰਾਂਗਾ। ਰੋ ਵਿਚਾਰ ਉਹ ਤੁਹਾਡਾ ਮੈਂ ਸਮਾਂ ਤੇ ਨਹੀਂ ਜ਼ਿਆਦਾ ਲੈ ਰਿਹਾ ਗੁਰੂ। ਨਹੀਂ ਜੀ, ਬਹੁਤ ਠੀਕ ਹੈ ਜੀ, ਕੋਈ ਨਹੀਂ। ਤੁਸੀਂ ਅੱਜ ਤੁਹਾਡਾ ਕੱਲ ਦੀ ਵੀ ਹਾਜ਼ਰੀ ਜੀ ਸੌਰੀ ਕੋਈ ਗੱਲ ਨਹੀਂ। ਸੋ ਉਹ ਚ ਕਬੀਰ ਜੀ ਨੇ ਤੇ ਇਹ ਵਚਨ ਕਹੇ ਤੇ ਇੱਕ ਹੋਰ ਹੈਰਾਨ ਹੋਵੋਗੇ ਤੁਸੀਂ ਜੀ। ਕੁੱਤਾ ਜਾਨਵਰ ਉਹ ਰੱਬ ਦਾ ਬਣਾਇਆ ਹੋਇਆ ਜਾਨਵਰ ਹੈ, ਉਹਦੀ ਸਜ਼ਾ ਮੁਤਾਬਕ ਉਹਨੂੰ ਸਜ਼ਾ ਮਿਲੀ ਹੋਈ ਹੈ। ਜੇ ਆਪਾਂ ਕਹਿ ਦਈਏ ਨਾ ਕੂਕਰ ਮਾਰਾ, ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਗਜਲ ਚੇਰ ਬਚਨ ਨਹੀਂ ਸੀ ਕਹਿਣੇ। ਉਹ ਸਾਖੀ ਨਹੀਂ ਮੈਂ ਸੁਣਾਉਣ ਲੱਗਾ ਕਿ ਸਾਖੀ ਬੜੀ ਵੱਡੀ ਹੈ। ਭਾਈ ਨੰਦ ਲਾਲ ਸਾਹਿਬ ਬੜੇ ਤਗੜੇ ਘਰਾਣੇ ਚੋਂ ਸੀ। ਬਾਦਸ਼ਾਹ ਦੇ ਘਰਾਣੇ ਨੂੰ ਲੱਤ ਮਾਰ ਕੇ, ਬਾਦਸ਼ਾਹ ਦੇ ਸਲਾਮ ਨੂੰ ਲੱਤ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਦੇ ਦਰ ਤੇ ਜਦੋਂ ਆਇਆ ਨਾ, ਤੇ ਅੱਜ ਦੇ ਸਿੱਖ ਜਿੱਦਾਂ ਭਾਈ ਨੰਦ ਲਾਲ ਸਾਹਿਬ ਆਇਆ, ਅੱਜ ਦੇ ਸਿੱਖ ਹੁੰਦੇ ਤੇ ਭਾਈ ਨੰਦ ਲਾਲ ਦਾ ਨਾਂ ਹੀ ਨਹੀਂ ਸੀ ਹੋਣਾ। ਜੀ ਇਹ ਵੀ ਤੁਹਾਨੂੰ ਬੇਨਤੀ ਕਰਦੇ ਆ। ਮੈਂ ਸਾਖੀ ਨਹੀਂ ਸੁਣਾਉਣੀ, ਮੈਂ ਐਗਜ਼ਾਮਪਲ ਹੀ ਦਿਆਂ। ਉਦੋਂ ਦੇ ਸਿੱਖਾਂ ਨੂੰ ਨਾਮ ਤੇ ਬਾਣੀ ਤੇ ਭਰੋਸਾ ਕੀਤਾ ਸੀ ਭਾਈ ਸਾਹਿਬ ਜੀ। ਇਹਨਾਂ ਨੇ ਸਾਖੀ ਨਹੀਂ ਸੁਣਾਉਣੀ, ਨਾ ਇਹਦੇ ਕੋਲ ਕਦੀ ਤੁਸੀਂ ਸੁਣੀ ਹੋਏਗੀ ਜੀ। ਬਾਦਸ਼ਾਹ ਕੋਲ ਵਲਾਇਤ ਦੇ ਲੋਕ ਕੁਰਾਨ ਦੀ ਆਇਤ ਦੇ ਅਰਥ ਕਰਾਉਣ ਵਾਸਤੇ ਆਏ ਜੀ। ਨਾਮ ਦਾ ਤੇ ਕੋਈ ਇਹ ਵੀਰ ਨਾ ਕਵੇ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਛੱਡ ਕੇ ਕਿੱਧਰ ਚਲੇ ਗਏ। ਸਾਲ ਸਾਹਿਬ ਨੇ ਸੁਖਵਿੰਦਰ ਸਿੰਘ ਉਹਨਾਂ ਕੋਲ ਸਟੂਡੀਓ ਚਲਾ ਰਹੇ ਨੇ, ਉਹ ਮੇਨ ਨੇ, ਉਹਨਾਂ ਨੇ ਹੁਕਮ ਕੀਤਾ। ਉਹ ਵਿਸ਼ੇ ਨੂੰ ਮੈਂ ਲੈ ਲਿਆ, ਪਰ ਉਹ ਵਿਸ਼ਾ ਜੇ ਦੁਰਗਿਆਈ ਨਾ ਸੋਚੋ, ਉਹ ਵਿਸ਼ੇ ਨਾਲ ਜੁੜਿਆ। ਆਪਾਂ ਉੱਥੇ ਫਿਰ ਆ ਜਾਵਾਂਗੇ ਆਪਣਾ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਦਿਵਸ ਤੇ ਜੀ। ਤੇ ਵਿਲਾਇਤ ਦੇ ਵਿਦਵਾਨਾਂ ਨੇ ਜਦੋਂ ਔਰੰਗਜ਼ੇਬ ਨੂੰ ਕਿਹਾ ਵੀ ਤੇਰੇ ਕੋਲ ਬੜੇ ਬੜੇ ਵਿਦਵਾਨ ਨੇ, ਲਿਖਾਰੀ ਨੇ, ਕਵੀ ਨੇ, ਤੇ ਸਾਡੀ ਇਹ ਆਇਤ ਦੀ ਕੋਈ ਆਇਤ ਉਹਨਾਂ ਨੇ ਦੱਸੀ ਹੋਏਗੀ, ਮੈਨੂੰ ਥੋੜਾ ਜਿਹਾ ਵਿਸਰ ਗਿਆ, ਵੀ ਇਹਦੇ ਅਰਥ ਕਰਵਾ ਕੇ ਦੱਸ ਦਿਓ। ਉਹਨੇ ਕਿਹਾ ਹੰਕਾਰੀ ਬੰਦਾ ਸੀ, ਇਹ ਕਿਹੜੀ ਗੱਲ ਆ। ਸਾਰਿਆਂ ਕੋ ਅਰਥ ਕਰਵਾਏ ਪਰ ਤਸੱਲੀ ਨਹੀਂ ਹੋਇਆ। ਨਾ ਕਿਹਾ ਬਾਦਸ਼ਾਹ ਤੇਰੇ ਜਿਹੜੇ ਸਾਰੇ ਨਲਾਇਕ ਨੇ, ਜਿੰਨੇ ਵਿਦਵਾਨ ਨੇ, ਸਾਡੀ ਤਸੱਲੀ ਨਹੀਂ ਹੋਈ। ਤੇ ਉਹ ਧਿਆਨ ਗਿਆ, ਕਹਿਣ ਲੱਗੇ ਨਲਾਇਕ ਨਹੀਂ, ਇੱਕ ਵਿਦਵਾਨ ਹੋਰ ਰਹਿੰਦਾ। ਭਾਈ ਨੰਦ ਲਾਲ ਸਾਹਿਬ ਵੱਲ ਧਿਆਨ ਗਿਆ, ਤੇ ਜਦੋਂ ਆਇਤ ਦੇ ਅਰਥ ਮੈਂ ਐਗਜ਼ਾਮਪਲ ਹੀ ਦਵਾਂ, ਸਾਖੀ ਜੇ ਮੈਂ ਵਿਸਤਾਰ ਨਾਲ ਸੁਣਾਉਣ ਲੱਗਾ ਬੜੀ ਵੱਡੀ ਹੋ ਜਾਣੀ। ਤੇ ਭਾਈ ਸਾਹਿਬ ਨੇ ਉਹਨਾਂ ਦੀਆਂ ਕਰਾ ਤਸੱਲੀਆਂ ਦਿੱਤੀਆਂ, ਤਸੱਲੀਆਂ ਜੀ। ਉਹਨਾਂ ਵਾਹਵਾਹੀ ਕੀ ਕੀਤੀ, ਉਹਨਾਂ ਨੇ ਭਾਈ ਆਪਣੀ ਡਾਇਰੀ ਦੇ ਵਿੱਚ ਸਰਮੌਰ ਵਿਦਵਾਨ ਲਿਖ ਕੇ ਲੈ ਕੇ ਗਏ ਉਹ ਭਾਈ ਨੰਦ ਲਾਲ ਸਾਹਿਬ ਨੂੰ। ਤੇ ਸਮੇਂ ਦੇ ਬਾਦਸ਼ਾਹ ਨੇ ਕੀ ਸੋਚਿਆ ਵੀ ਇਹ ਜਿਹੜੇ ਵਿਦਵਾਨ ਨੇ, ਕਪਟੀ ਬੰਦਾ ਸੀ, ਵੀ ਸਾਡੇ ਧਰਮ 'ਚ ਹੀ ਹੋਣੇ ਚਾਹੀਦੇ ਨੇ, ਕਿ ਭਾਈ ਇਹਨੂੰ ਧਰਮ 'ਚੋਂ ਦੂਸਰੇ 'ਚੋਂ ਕੱਢ ਕੇ ਆਪਣੇ ਧਰਮ 'ਚ ਲਿਆਇਆ ਜਾਏ। ਭਾਈ ਸਾਹਿਬ ਨੂੰ ਲਾਲਚ ਦਿੱਤਾ। ਦੇਖੋ ਮੈਂ ਹੈਰਾਨ ਹੋ ਗਿਆ, ਭਾਈ ਸਾਹਿਬ ਨੂੰ ਨਾਮ ਦੀ ਸ਼ਕਤੀ ਦੱਸਣ ਲੱਗਾ ਜਿਹੜਾ ਆਪ ਜੀ ਨੇ ਹੁਕਮ ਕੀਤਾ। ਲਾਲਚ ਦਿੱਤਾ, ਧੀਆਂ ਦੇ ਡੋਰੇ ਦਿੱਤੇ। ਹਾਲਾਂਕਿ ਭਾਈ ਸਾਹਿਬ ਗ੍ਰਸਤੀ ਸਨ, ਭਾਈ ਸਾਹਿਬ ਪਰਿਵਾਰ ਵਾਲੇ ਸਨ। ਸੋ ਇਹ ਮੈਂ ਇੱਕ ਗ੍ਰਸਤੀ ਕਿਉਂ ਕਿਹਾ ਵੀ ਮੈਂ ਤੁਹਾਨੂੰ ਗੱਲ ਦੱਸ ਦੇਣਾ ਨਾਲ ਹੀ, ਵੀ ਸੱਚੀ ਗ੍ਰਸਤੀ ਸਨ। ਭਾਈ ਸਾਹਿਬ ਦਾ ਪਰਿਵਾਰ ਗੁਰੂ ਨਾਨਕ ਦੇ ਘਰ ਤੇ ਇਕੱਲਾ ਭਰੋਸਾ ਰੱਖਣ ਵਾਲਾ ਹੀ ਨਹੀਂ ਸੀ, ਬਾਣੀ ਪੜ੍ਹਨ ਵਾਲਾ ਸੀ। ਤੇ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ, ਸੁਖਮਨੀ ਸਾਹਿਬ, ਭਾਈ ਨੰਦ ਲਾਲ ਸਾਹਿਬ ਦੀ ਸਿੰਘਣੀ ਨੂੰ ਕੰਠ ਸੀ, ਕੰਠ ਭਾਈ ਸਾਹਿਬ ਜੀ, ਕੰਠ ਭਾਈ ਨੰਦ ਲਾਲ ਜੀ। ਉਹ ਪੜ੍ਹਦੀ ਸੀ ਵਾਰ-ਵਾਰ, ਇਹ ਤੇ ਕਹਿੰਦੇ ਤੋਤਾ ਰਟਣਾ, ਕੰਠ ਤੇ ਵਾਰ-ਵਾਰ ਪੜ੍ਹਨ ਤੋਂ ਬਿਨਾਂ ਤੇ ਹੁੰਦੀ ਨਹੀਂ ਜੀ। ਉਹ ਯਾਰ ਇਹ ਇਤਿਹਾਸ ਨੂੰ ਕਿਉਂ ਮਿਟਾਉਣਾ ਚਾਹੁੰਦੇ ਆ? ਉਹ ਚ ਸਿਰਫ ਨਾਮ ਦੀ ਵਡਿਆਈ ਤੇ ਨਾਮ ਤੇ ਸ਼ੰਕੇ ਕਰਨ ਵਾਲਿਆਂ ਨੂੰ ਦੁਰਲਾਹਣਤਾਂ ਪਈਆਂ ਨੇ। ਇਹ ਲਾਹਣਤੀ ਲੋਕ ਨੇ ਤੇ ਚਾਹੁੰਦੇ ਵੀ ਸਾਡੀਆਂ ਲਾਹਣਤਾਂ ਤੇ ਪੋਚਾ ਫਿਰ ਜੇ। ਏਦਾਂ ਲਾਹਣਤੀਆਂ ਦੇ ਪੋਚਾ ਕਦੀ ਨਾ ਫਿਰਿਆ, ਨਾ ਫਿਰਨਾ, ਤੇ ਜਿਨ੍ਹਾਂ ਤੇ ਉਹ ਪੋਚਾ ਫਿਰਦੇ ਨੇ ਉਹਨਾਂ ਤੇ ਆਪੇ ਫਿਰ ਜਾਣਾ। ਰੋ ਵਿਚਾਰ ਗੁਰਮੁਖੋ, ਭਾਈ ਨੰਦ ਲਾਲ ਸਾਹਿਬ ਨੂੰ ਜਦੋਂ ਇਹ ਆਫਰ ਗਿਆ ਵੀ ਤੁਹਾਨੂੰ ਆਪਣੇ ਇਸਲਾਮ 'ਚ ਲਿਆਉਣਾ ਚਾਹੁੰਦੇ, ਵਿਦਵਾਨ ਲੋਕਾਂ ਨੇ, ਵਿਦਵਾਨਾਂ ਨੇ ਵਧਾਈਆਂ ਵੀ ਦਿੱਤੀਆਂ ਵੀ ਸਾਨੂੰ ਤਾਂ ਕੁਛ ਨਹੀਂ ਮਿਲਿਆ, ਤੈਨੂੰ ਤੇ ਉਹਦੇ ਮਿਲਣ ਲੱਗੇ ਨੇ, ਧਰਮ 'ਚ ਆ ਜਾ, ਧਰਮ 'ਚ। ਭਾਈ ਨੰਦ ਲਾਲ ਸਾਹਿਬ ਦੇ ਨਾਲ ਇੱਕ ਪ੍ਰੇਮੀ ਸੀ, ਉਹਦਾ ਨਾਮ ਮੈਨੂੰ ਵਿਸਰ ਗਿਆ, ਉਹਦੇ ਨਾਲ ਸਲਾਹ ਕੀਤੀ। ਭਾਈ ਸਾਹਿਬ ਦਾ ਸੇਵਾਦਾਰ ਸੀ, ਵੀ ਕਹਿਣ ਲੱਗੇ ਵੀ ਸਾਨੂੰ ਆਪਣਾ ਧਰਮ ਬੜਾ ਪਿਆਰਾ ਹੈ। ਧਰਮ ਤੇ ਸਾਰਿਆਂ ਨੂੰ ਆਪਣਾ ਪਿਆਰਾ ਹੁੰਦਾ ਭਾਈ, ਭਾਵੇਂ ਕੋਈ ਵੀ ਹੈ ਨਾ, ਭਾਵੇਂ ਕੋਈ ਵੀ ਹੈ, ਸਾਰਿਆਂ ਨੂੰ ਆਪਣਾ ਆਪਣਾ ਧਰਮ ਪਿਆਰਾ। ਤੇ ਭਾਈ ਸਾਹਿਬ ਜੀ ਜਾ ਕੇ ਆਪਣੇ ਕਸ਼ਕ ਦੇ ਵਿੱਚ ਤੇ ਸੋਚਣ ਲੱਗੇ, ਤੇ ਬੜਾ ਰਾਤ ਸੁੱਤੇ ਨਹੀਂ।
ਤੇ ਆਪਣੇ ਪਰਿਵਾਰ, ਜਦੋਂ ਬੰਦਾ ਦੁਖੀ ਹੋਵੇ ਨਾ ਵਾਹਿਗੁਰੂ, ਤੁਸੀਂ ਯਕੀਨ ਕਰਕੇ ਜਾਣਿਓ, ਚਾਹੇ ਉਹਨੂੰ ਮਾਂ ਯਾਦ ਆਉਂਦੀ ਤੇ ਚਾਹੇ ਆਪਣਾ ਪਰਿਵਾਰ ਤੇ ਜਿਹੜਾ ਰੱਬ ਨਾਲ ਜੁੜਿਆ ਉਹਨੂੰ ਰੱਬ ਯਾਦ ਆਉਂਦਾ ਜੀ। ਤਿੰਨ ਚੀਜ਼ਾਂ ਤੋਂ ਬਿਨਾਂ ਕੁਝ ਨਹੀਂ ਜੇ ਯਾਦ ਹੁੰਦਾ। ਭਾਈ ਸਾਹਿਬ ਦੂਰ ਬੈਠੇ ਸਨ ਪਰਿਵਾਰ ਤੋਂ, ਜਿਵੇਂ ਅਸੀਂ ਡਿਊਟੀ ਕਰਨ ਆਏ ਦੂਰ ਇੰਗਲੈਂਡ ਵਿੱਚ, ਇੰਡੀਆ ਛੱਡ ਕੇ, ਪਰਿਵਾਰ ਛੱਡ ਕੇ, ਇਸੇ ਤਰ੍ਹਾਂ ਭਾਈ ਸਾਹਿਬ ਡਿਊਟੀ ਕਰਦੇ ਸਨ। ਤੇ ਵਿਚਾਰ ਆਈ ਜਦੋਂ ਘਰ ਵਾਲੀ ਪਰਿਵਾਰ ਯਾਦ ਆਏ ਤੇ ਕੁਛ ਨਹੀਂ ਦਿਸਿਆ ਭਾਈ ਸਾਹਿਬ ਨੂੰ, ਇਹ ਦਿਸਿਆ ਆਪਣੀ ਸਿੰਘਣੀ ਸੁਖਮਨੀ ਸਾਹਿਬ ਕਰਦੀ ਯਾਦ ਆਈ। ਸੁਖਮਨੀ ਸਾਹਿਬ ਕਰਦੀ, ਸੁਖਮਨੀ ਸੁਖ ਅੰਮ੍ਰਿਤ ਨਾਮ, ਤੇ ਜਿਹੜਾ ਸਾਡੇ ਅੰਦਰੋਂ ਵਿਸ਼ਰਾਮ, ਭਾਈ ਸਾਹਿਬ ਕਹਿੰਦੇ ਖੋਇਆ ਗਿਆ ਨਾ ਵਿਸ਼ਰਾਮ, ਭਗਤ ਜਨਾ ਕਾ ਮਨ ਵਿਸ਼ਰਾਮ, ਉਹ ਜਿਹੜਾ ਦੂਸਰਾ ਮਨ ਟਿਕਾਓ ਵਿੱਚ, ਠੀਕ ਹੈ ਨਾ। ਸਤਿਗੁਰ ਸਿੱਖ ਕੇ ਬੰਧਨ ਕਾਟਿਆ, ਗੁਰ ਕਾ ਸਿੱਖ ਬੇਕਾਰ ਤੇ ਹਟਾ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਇਸ ਪੜ੍ਹਦੀ ਹੁੰਦੀ ਸੀ ਮੇਰੀ ਸਿੰਘਣੀ ਬਈ, ਇਹ ਤੇ ਬੜੀ ਸ਼ਾਂਤੀ ਦਿੰਦੀ ਕਲਾਮ। ਤੇ ਗੁਰਮੁਖੋ ਜਦੋਂ ਕਹਿੰਦੇ ਗੱਲ ਯਾਦ ਆਈ, ਮੈਂ ਸਿੰਘਣੀ ਨੂੰ ਪੁੱਛਿਆ ਵੀ ਇੰਨੀ ਸ਼ਾਂਤੀ ਤੇ ਆਨੰਦ ਤੇ ਟਿਕਾਓ ਦੇ ਨਾਲ ਹੀ ਬਾਣੀ ਕਿਹਦੀ, ਤੇ ਉਹਨੇ ਕਿਹਾ ਗੁਰੂ ਨਾਨਕ ਦੇ ਪੰਜਵੇਂ ਰੂਪ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਬਾਣੀ ਹੈ, ਇਹ ਇੰਨਾ ਟਿਕਾਓ ਬਿਪਤਾ ਵਿੱਚ ਵੀ ਦਿੰਦੀ ਹੈ। ਤੇ ਭਾਈ ਸਾਹਿਬ ਨੇ ਕੀ ਸੋਚਿਆ, ਕਹਿੰਦਾ ਠੋਕਰ ਮਾਰੋ ਹੈ ਜੀ, ਲਾਹਨਤ ਹੈ ਜਿਹਦੇ ਤੇਰਾ ਦੂਜੇ ਧਰਮ ਨੂੰ ਤੋੜ ਕੇ ਆਪਣੇ ਧਰਮ 'ਚ ਲਿਆਉਣਾ ਚਾਹੁੰਦਾ, ਕਿਉਂ ਨਾ ਹੋਵੇ ਗੁਰੂ ਨਾਨਕ ਦੇ ਦਰਬਾਰ ਤੇ ਜਾਇਆ ਜਾਏ। ਭਾਈ ਸਾਹਿਬ ਜੀ ਕਈ ਆਗਰੇ ਤੋਂ ਕਹਿੰਦੇ, ਕਈ ਦਿੱਲੀ ਤੋਂ ਕਹਿੰਦੇ। ਵੈਸੇ ਮੇਰਾ ਜੋ ਤਕਰੀਬਨ ਤਜਰਬਾ, ਸ਼ਾਇਦ ਮੈਂ ਇਹ ਮਹਾਂਪੁਰਖਾਂ ਕੋਲ ਨਹੀਂ ਸੁਣਿਆ, ਉਹ ਵਾਂਝਾ ਰਹਿ ਗਿਆ ਉਹਨਾਂ ਦੇ ਬਚਨਾਂ ਤੋਂ। ਮੇਰਾ ਮਨ ਇਹ ਕਹਿੰਦਾ ਵੀ ਮੈਂ ਵਿਰੋਧ ਨਹੀਂ ਕਰਦਾ ਦਿੱਲੀ ਦੇ ਕਹਿਣ ਵਾਲਿਆਂ ਦਾ, ਇਹ ਲੜਾਈ ਦਾ ਵਿਸ਼ਾ ਹਰੇਕ ਨਹੀਂ ਹੋਣਾ ਚਾਹੀਦਾ ਆਪਣਾ। ਭਾਈ ਸਾਹਿਬ ਆਗਰੇ ਸਨ ਸ਼ਾਇਦ ਮੇਰੇ ਉਸ ਹਿਸਾਬ ਨਾਲ। ਉੱਥੋਂ ਉਹ ਪ੍ਰੇਮੀ ਨਾਲ ਚੱਲ ਕੇ, ਪ੍ਰੇਮੀ ਅਗਲੇ ਦਿਨ ਹੀ ਮੁੜ ਗਿਆ ਸੀ ਅਨੰਦਪੁਰ ਸਾਹਿਬ ਤੋਂ, ਤੇ ਇੱਕ ਕਿਤਾਬ ਸ਼ੁਰੂ ਕੀਤੀ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਤੇ ਪਤਾ ਕੀਤਾ ਵੀ ਗੁਰੂ ਨਾਨਕ ਅੱਜ ਕਿਹੜੇ ਰੂਪ ਵਿੱਚ ਤੇ ਕਿੱਥੇ ਨੇ। ਪਤਾ ਲੱਗਾ 10ਵੇਂ ਜਾਮੇ ਵਿੱਚ ਆ, ਕਾਇਆ ਹੀ ਪਲਟੀ ਹੋਈ ਆ ਤੇ ਉੱਥੇ ਨੇ। ਤੇ ਕਹਿਣ ਲੱਗੇ ਕਿਉਂ ਨਾ ਹੋਵੇ ਸ਼ਬਦ ਰੂਪ ਵਿੱਚ ਤੇ ਸੁਣਿਆ ਤੇ ਪ੍ਰਤੱਖ ਰੂਪ ਵਿੱਚ ਦਰਸ਼ਨ ਹੀ ਕਰ ਲਈਏ। ਇੱਕ ਕਿਤਾਬ ਲਿਖਣੀ ਸ਼ੋਭਾ ਵਿੱਚ ਸ਼ੁਰੂ ਕੀਤੀ ਭਾਈ ਸਾਹਿਬ ਜੀ। ਹਾਂਜੀ, ਉਹਦਾ ਨਾਂ ਰੱਖਿਆ ਬੰਦਗੀ ਨਾਮਾ, ਜਿਹਦਾ ਨਾਂ ਬਦਲਿਆ ਮਹਾਰਾਜ ਨੇ ਬਾਅਦ ਚ। ਉਹ ਨਾਂ ਕਿਉਂ ਬਦਲਿਆ ਵੀ ਮੈਂ ਤੁਹਾਨੂੰ ਦੱਸਦਾ ਛੋਟਾ ਜਿਹਾ। ਇਹ ਜਿਹੜੇ ਵਿਰੋਧ ਕਰਦੇ ਨੇ ਨਾਮ ਦਾ, ਇਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਭਾਈ ਸਾਹਿਬ ਦੀ ਮੁੱਕਦੀ ਗੱਲ। ਗੁਰੂ ਸਾਹਿਬ ਦੀ ਸ਼ੋਭਾ ਦੇ ਵਿੱਚੋਂ ਕਿਤਾਬ ਲਿਖਦੇ ਆਉਂਦੇ ਨੇ ਤੇ ਅਨੰਦਪੁਰ ਦੇ ਨੇੜੇ ਨੇੜੇ ਆਉਂਦੇ ਜਾਂਦੇ ਨੇ, ਤੇ ਐਵੇਂ ਲੱਗਦਾ ਅਨੰਦਪੁਰ ਦੂਰ ਹੁੰਦਾ ਜਾਂਦਾ, ਕਿਉਂਕਿ ਜੇ ਕਿਸੇ ਦੇ ਮਿਲਣ ਦੀ ਤਾਂਘ ਹੋਵੇ ਨਾ, ਉਹ ਭਾਵੇਂ 15 ਮਿੰਟਾਂ ਦਾ ਰਸਤਾ ਹੋਵੇ ਤੇ 15 ਦਿਨਾਂ ਦਾ ਲੱਗਦਾ ਹੁੰਦਾ। ਤਾਂਘ ਹੋਵੇ, ਪਿਆਰ ਹੋਵੇ। ਸਤਿਗੁਰ ਇੱਕ ਕੋਟ ਪੈਂਡਾ ਆਗਿਆ ਹੋਏ ਲੇਤਾ ਹੈ, ਜੇ ਗੁਰੂ ਕਰੋੜਾ ਪੈਂਡਾ ਅੱਗੇ ਪੁੱਟ ਕੇ ਲੈਣ ਨਾ ਜਾਵੇ ਤੇ ਫਿਰ ਪਿਆਰ ਕੀ ਹੋਇਆ ਯਾਰ। ਗੱਲਾਂ ਤੇ ਆਪਾਂ ਬਹੁਤ ਕਰਦੇ ਵੀ ਇੰਨੇ ਵਜੇ ਉੱਠਦੇ, ਇੰਨਾ ਪ੍ਰਚਾਰ ਕਰ ਲੈ, ਇੰਨੇ ਦੀਵਾਨ ਵਾਲੇ, ਇੰਨੇ ਅੰਮ੍ਰਿਤਧਾਰੀ ਤਿਆਰ ਕਰ ਲਓ। ਜੀਵਨ ਵਾਲੇ ਕਿੰਨੇ ਕੀਤੇ? ਵੱਡੇ ਮਹਾਂਪੁਰਸ਼ ਕਿਆ ਕਰਦੇ ਸੀ ਵੀ 5 ਸਿੱਖ ਹੀ ਅੰਮ੍ਰਿਤਧਾਰੀ ਜੀਵਨ ਵਾਲੇ, ਨਿਤਨੇਮੀ ਕੰਠ ਬਾਣੀ ਵਾਲੇ ਤਿਆਰ ਕਰ ਦੋ, ਬਸ ਇੰਨੇ ਹੀ ਬੜੇ ਆ, ਇੰਨੇ 5 ਹੀ ਬੜੇ ਆ। ਜੇ ਬਹੁਤੇ ਹੋ ਜਾਣ ਉਹ ਕੋਈ ਮਾੜੀ ਗੱਲ ਨਹੀਂ, ਹਰੇਕ ਸਿੱਖ ਦੀ ਡਿਊਟੀ ਹੈ। ਤੇ ਜਿਹੜੇ ਇੰਨੇ ਨੇ ਅੰਮ੍ਰਿਤਧਾਰੀ ਬਣਾਉਣ ਦਾ ਦਾਅਵਾ ਕਰਦੇ ਨੇ, ਤੇ ਮੈਨੂੰ ਲੱਗਦਾ ਉਹ ਅੰਮ੍ਰਿਤਧਾਰੀ ਨਹੀਂ, ਇੱਕ ਪਾਰਟੀ ਬਣਾ ਰਹੇ ਨੇ, ਠੀਕ ਹੈ ਨਾ। ਖਾਲਸਾ ਤੇ 40 ਬੜੇ ਹੁੰਦੇ, ਪਾਰਟੀ ਦੀ ਲੋੜ ਹੀ ਕੋਈ ਨਹੀਂ। ਚਮਕੌਰ ਦੀ ਗਲੀ ਵਿੱਚ ਔਰੰਗਜ਼ੇਬ ਦੇ ਦਿਹਾੜੇ ਨਹੀਂ ਮਨਾਏ ਜਾ ਰਹੇ, ਸਾਹਿਬਜ਼ਾਦਿਆਂ ਦੇ ਦਿਹਾੜੇ ਮਨਾਏ ਜਾਂਦੇ ਨੇ, 40 ਮੁਕਤਿਆਂ ਦੀ ਯਾਦ ਕਰਕੇ। ਬਹੁਤੀ ਤੇ ਕਤੀੜਾਂ ਦਾ ਇਕੱਠ ਹੁੰਦਾ ਰਹੋ ਵਿਚਾਰ ਆਂਦੇ ਨੇ, ਇੰਨੇ ਦੀਵਾਨ ਤੇ ਇਕੱਠ ਹੋਇਆ, ਉਹਨੇ ਹੋਇਆ, ਇੰਨੇ ਹੋਇਆ। ਪਰ ਦੀਵਾਨ ਦੇ ਵਿੱਚ ਜੁਰਤ ਟਕਸਾਲ ਦੇ ਮੁਖੀ ਨਹੀਂ ਕੀਤੀ, ਇੰਦਰਾ ਗਾਂਧੀ ਨੂੰ ਮੁਨੱਬਤ ਵਾਲੀ ਕਹਿਣ ਵਾਲੀ, ਉੱਥੋਂ ਹੀ ਨਿਰੰਕਾਰੀ ਪੈਦਾ ਹੋਏ ਸੀ। ਇਹ ਜੁਰਤ ਕਿਸੇ ਇਹ ਨਹੀਂ ਵੀ ਸਮੇਂ ਦੀ ਸਰਕਾਰ ਦੇ ਤਲਵੇ ਚੱਟਣ ਲੱਗ ਪਏ ਤੇ ਉਹਨਾਂ ਦੀ ਸਿਕਿਉਰਟੀਆਂ ਲੈ ਕੇ ਪ੍ਰਚਾਰ ਕਰਨ ਲੱਗ ਪਏ। ਸਮੇਂ ਦੀ ਸਰਕਾਰ ਨੂੰ ਮੂੰਹ ਤੇ ਵੰਗਾਰਨ ਵਾਲੀ ਇਹ ਟਕਸਾਲ ਹੀ ਸੀ। ਮੈਂ ਤੁਹਾਨੂੰ ਬੇਨਤੀ ਕਰਾਂ, ਦਮਦਮੇ ਟਕਸਾਲ ਦਾ ਸੂਰਮਾ ਯੋਧਾ ਹੀ ਸੀ ਸੰਤ ਕਰਤਾਰ ਸਿੰਘ, ਜਿਹਨੇ ਇੰਦਰਾ ਗਾਂਧੀ ਦੀ ਸੰਗਤ ਨੇ ਉੱਠ ਕੇ ਉਹਦਾ ਸਨਮਾਨ ਕੀਤਾ। ਆਈ ਸੀ ਸੰਗਤ ਵਿੱਚ, ਇਹ ਮੇਰਾ ਰਾਮਲੀਲਾ ਗਰਾਊਂਡ ਦੀ ਗੱਲ ਹੈ ਦਿੱਲੀ ਦੀ, ਉੱਥੇ ਮਹਾਂਪੁਰਸ਼ਾਂ ਨੇ ਉਹਦੇ ਮੂੰਹ ਤੇ ਬੇਇੱਜ਼ਤੀ ਕੀਤੀ ਸੀ। ਉਦੋਂ ਉਹਨੇ ਸੋਚਿਆ ਸੀ ਵੀ ਇਹ ਗੱਲ ਮੈਂ ਸੁਣੀ ਹੈ ਪੁਰਾਣੇ ਬੰਦਿਆਂ ਕੋਲ, ਮਹਾਂਪੁਰਸ਼ਾਂ ਨੂੰ ਇਹ ਸ਼ਬਦਾਵਲੀ ਤੋਂ ਬੋਲੀ ਸੀ ਵੀ ਇਹ ਸ਼ੋਕਰਾ ਸਾ ਕੌਣ ਹੈ। ਇਹ ਬਚਨ ਕੇ ਮਹਾਂਪੁਰਸ਼ਾਂ ਦੀ ਉਮਰ ਛੋਟੀ ਸੀ ਨਾ, ਉਦੋਂ ਉਹਨੇ ਨਿਰੰਕਾਰੀ ਪੈਦਾ ਕੀਤੇ ਸੀ। ਅੱਜ ਸਿਕਿਉਰਿਟੀ ਲੈ ਕੇ ਮਹਾਂਪੁਰਸ਼ਾਂ ਪ੍ਰਚਾਰ ਨਹੀਂ ਕੀਤਾ, ਆਪਣੇ ਸੂਰਮੇ ਨਾਲ ਲੈ ਕੇ ਸੰਤ ਗਿਆਨੀ ਜਰਨੈਲ ਸੋਹਣਾ ਪ੍ਰਚਾਰ ਕੀਤਾ। ਆਪ ਸੰਤ ਮਹਾਂਪੁਰਸ਼ਾਂ ਨੇ ਪ੍ਰਚਾਰ ਕੀਤਾ, ਆਪਣੇ ਸਿਰ ਤੇ ਲੜੇ, ਕਿਸੇ ਦੀ ਸਿਕਿਉਰਿਟੀਆਂ ਲੈ ਕੇ ਸਰਕਾਰਾਂ ਦਾ ਪੱਖ ਲੈ, ਦੂਜੇ ਨੂੰ ਕਹਿੰਦੇ ਸਰਕਾਰੀ ਬੰਦੇ, ਆਪ ਨਹੀਂ ਹੈਗੇ। ਮੈਨੂੰ ਇਹ ਦੱਸੋ ਵੀ ਜਿਹੜੀ ਉਹ ਪੁਲਿਸ ਆ ਉਹ ਕਾਹਦੀ ਹੈ, ਮੈਨੂੰ ਆਪ ਜੀ ਦੱਸੋ ਮੈਨੂੰ ਪਹਿਲੇ। ਉਹ ਆਪ ਦੀ ਜਿੱਥੇ ਇਹ ਆਪ ਜੀ। ਆਪਾਂ ਫਿਰ ਗੱਲ ਕਹੀਏ ਘਰ ਦਾ ਵਿਰੋਧ, ਪੱਗ ਦਾ ਵਿਰੋਧ, ਗੱਡੀਆਂ ਦਾ ਵਿਰੋਧ ਉਹ ਕਰੇ, ਗੋਰਖਾਂ ਦਾ ਵਿਰੋਧ ਉਹ ਮੇਰਾ ਵੀਰ ਕਰੇ ਜਿਹੜਾ ਇਹਨਾਂ ਚੀਜ਼ਾਂ ਤੋਂ ਰਹਿਤਾ। ਸਿਕਿਉਰਿਟੀਆਂ ਦਾ ਵਿਰੋਧ ਉਹ ਕਰੇ, ਮੇਰਾ ਵੀਰ ਹੱਥ ਜੋੜ ਕੇ ਬੇਨਤੀ, ਜਿਹੜਾ ਸਿਕਿਉਰਿਟੀ ਤੋਂ ਬਿਨਾਂ ਸਿਕਿਉਰਿਟੀ ਨੂੰ ਵਰਨ ਕੋਈ ਨਹੀਂ ਦਿੰਦਾ, ਸਤਿਕਾਰ ਗੱਲ ਅਲੱਗ ਆ। ਆਪ ਸਿਕਿਉਰਿਟੀਆਂ ਲਵੇ, ਦੂਜੇ ਨੂੰ ਕਵੇ, ਦੂਜੇ ਪਾਰਟੀ ਕੋਈ ਵੀ ਕਿਸੇ ਨਾਲ ਰਲ ਸਕਦਾ, ਤੂੰ ਰਲ ਗਿਆ ਤੇ ਲੱਗਿਆ ਰਲ ਗਿਆ ਫਿਰ। ਹਾਂਜੀ ਭਾਈ ਸਾਹਿਬ ਜੀ, ਆਪਾਂ ਹੁਣ ਦੂਸਰੇ ਵਿਸ਼ੇ ਵੱਲ ਵੀ ਆਈਏ ਕਿਉਂਕਿ ਆਪਣੇ ਕੋਲ 45 ਮਾੜੀ ਜੀ ਇੱਕੋ ਗੱਲ ਰਹਿ ਗਈ ਮੇਰੀ, ਪੂਰੀ ਕਰ ਲਓ। ਹਾਂਜੀ ਭਾਈ ਸਾਹਿਬ ਜੀ, ਜਦੋਂ ਅਨੰਦਪੁਰ ਸਾਹਿਬ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਹਿਬ ਨੂੰ ਬੁਲਾਇਆ, ਨਹੀਂ ਦੇਖਿਆ ਤੱਕ ਨਹੀਂ ਭਾਈ ਸਾਹਿਬ ਨੂੰ ਜੀ। ਭਾਈ ਸਾਹਿਬ ਜੀ ਮੱਥਾ ਟੇਕ ਕੇ ਚਲੇ ਗਏ। ਅੰਤਰਜਾਮੀ ਸਤਿਗੁਰੂ ਭਲੇ ਬੁਰੇ ਕੀ ਪੀਰ ਪਛਾਣ ਜਾਣਦੇ ਆ। ਇਹ ਭਲੇ ਦੀ ਅੰਦਰ ਦੀ ਨਿਹਚਾ ਪੀੜ ਸੀ, ਪਿਆਰ ਦੀ ਪੀੜ ਸੀ, ਪਿਆਰ ਦੀ ਤੰਗ ਸੀ, ਤੇ ਭਾਈ ਸਾਹਿਬ ਚਲੇ ਗਏ। ਅਗਲੇ ਦਿਨ ਮੱਥਾ ਟੇਕਣ ਆਏ, ਮਹਾਰਾਜ ਨੇ ਪਛਾਣਿਆ ਤੱਕ ਨਹੀਂ।
ਤੇ ਮਹਾਰਾਜ ਦੇ ਤਾਂ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣੇ ਗਲ ਨਾਲ ਲਾ ਲੈਣ ਤੇ ਭਾਈ ਸਾਹਿਬ ਬਾਹਰ ਜਾ ਕੇ ਰੋਂਦੇ ਨੇ ਤਾਂ ਛੋਟਾ ਜਿਹਾ ਤੰਬੂ ਲੱਗਾ ਬੜੇ ਰੋ ਰਹੇ ਨੇ ਵੈਰਾਗ ਕਰ ਰਹੇ ਨੇ। ਮੁੱਕਦੀ ਗੱਲ ਭਾਈ ਸਾਹਿਬ ਜੇ ਵਿਸ਼ਾ ਇੰਨਾ ਵਿਰਾਗਮਈ ਤੇ ਕੋਈ ਸੁਣ ਲੈ ਤੇ ਪੱਥਰ ਵੀ ਪਿਘਲ ਜਾਏ, ਪਰ ਮੈਂ ਗੱਲ ਨਿਬੇੜਾ। ਤੀਸਰੇ ਦਿਨ ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਭਾਈ ਸਾਹਿਬ ਨੂੰ ਜਦੋਂ ਜਾ ਕੇ ਗੁਰੂ ਦਾ ਸੁਨੇਹਾ ਦੇਣ ਗਿਆ ਨਾ ਵੀ ਗੁਰਮੁਖਾ ਤੈਨੂੰ ਭਾਈ ਨੰਦ ਲਾਲ, ਮਹਾਰਾਜ ਨੂੰ ਨਾਂ ਨਹੀਂ ਦੱਸਿਆ ਗਿਆ ਵੀ ਤੁਹਾਨੂੰ ਬੇਨਤੀ ਕਰਾਂ ਵੀ ਮੇਰਾ ਨਾਂ ਕੀ ਹੈ। ਵੀ ਮਹਾਰਾਜ ਤੇ ਗੁਰੂ ਕੀ ਹੋਇਆ ਜੇ ਪੁੱਛ ਰਹੇ ਵੀ ਤੂੰ ਕਿੱਥੋਂ ਆਇਆ ਤੇ ਤੇਰਾ ਨਾਂ ਕੀ ਹੈ, ਗੁਰੂ ਤੇ ਸਾਰਾ ਨਹੀਂ ਜਾਣਦਾ। ਤੇ ਗੁਰਮੁਖੋ ਭਾਈ ਸਾਹਿਬ ਨੂੰ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖ ਨੇ ਜਾ ਕੇ ਸੁਣਾ ਦੇਣਾ ਸੀ ਨਾ, ਸਿੱਖ ਦੀ ਗਵਾਹੀ ਇਹ ਵੀ ਭਾਈ ਸਾਹਿਬ ਨਾਮ ਜਪ ਰਹੇ ਸੀ ਅੰਮ੍ਰਿਤ ਵੇਲੇ। ਕਿਹਦਾ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬੇਨਤੀਆਂ ਕਰ ਰਹੇ ਸੀ। ਮਹਾਰਾਜ ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਮੈਨੂੰ ਦੇਖੇ ਗੁਰਦਰਬਾਰੇ ਜੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰੇਤ ਤੁਧ ਭਗਵੰਤਾ। ਉਹ ਨਾਮ ਦੇ ਜਪਣ ਵਾਲੇ ਏਦਾਂ ਤਾਂ ਉਹ ਤਰਲੇ ਮਾਰਦੇ ਨੇ, ਠੀਕ ਹੈ ਨਾ। ਤੇ ਜਾ ਕੇ ਸਿੱਖ ਨੇ ਸੁਣਾ ਦਿੱਤਾ ਨਾ ਵੀ ਗੁਰੂ ਨਾਮ ਰੂਪ ਜਿਹੜਾ ਗੁਰੂ ਹੈ, ਗੁਰੂ ਗੋਬਿੰਦ ਸਿੰਘ ਯਾਦ ਕਰਦਾ ਤੁਹਾਨੂੰ ਤੇ ਭਾਈ ਨੰਦ ਲਾਲ ਸਿੰਘ ਨੂੰ ਗੁਰਸਿੱਖ ਦੇ ਚਰਨਾਂ ਤੇ ਮੱਥਾ ਟੇਕਿਆ। ਚਰਨਾਂ ਤੇ ਗੁਰੂ ਕਾ ਸੁਨੇਹਾ ਦੇਣ ਵਾਲਿਆ, ਗੁਰੂ ਕਾ ਸੁਨੇਹਾ ਦੇਣ ਵਾਲਿਆ ਤੇਰੇ ਚਰਨ ਜਿਹੜੇ ਨੇ ਪੂਜਣ ਯੋਗ ਨੇ। ਤੇ ਤੁਸੀਂ ਕਹੋ ਵੀ ਲੈ ਇਹ ਕਿਤੇ ਲਿਖਿਆ? ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਮੇਰੇ ਹਰ ਪ੍ਰੀਤਮ ਕੀ ਸੋ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਤੇ ਇੱਕ ਥਾਂ ਇਹ ਵੀ ਕਹਿ ਦਿੱਤਾ ਸੀਸ ਵੱਡੇ ਕਰ ਬੈਸਨ ਦੀਜਾ ਵਿਣ ਸਿਰ ਸੇਵ ਕਰੀਜਾ। ਗੁਰੂ ਦੀ ਗੱਲ ਸੁਣਾਉਣ ਵਾਲਾ ਇਹਨਾਂ ਸਤਿਕਾਰਯੋਗ ਵੀ ਹੈ, ਸ਼ੰਕਿਆਂ ਤੋਂ ਰਹਿਤ। ਤੇ ਭਾਈ ਸਾਹਿਬ ਜਦੋਂ ਗੁਰੂ ਕੀ ਹਜ਼ੂਰੀ ਚ ਪਹੁੰਚੇ ਨਾ ਤੇ ਗੁਰਮੁਖੋ ਕਿਤਾਬ ਭੇਟਾ ਰੱਖ ਕੇ ਜੀ ਤੇ ਮਹਾਰਾਜ ਸਾਹਿਬ ਦੀ ਸੋਭਾ ਲੱਗੀ ਸੀ ਬੰਦਗੀਨਾਮਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਰਨਾਂ ਤੇ ਮੱਥਾ ਟੇਕਿਆ, ਭੇਟਾ ਦਿੱਤੀ। ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਵ ਰੱਖਿਆ, ਕੁਛ ਵੀ ਭਾਵਨਾ ਨਾਲ ਰੱਖ ਦਿਓ ਜੀ ਰੋ ਵਿਚਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਤਾਬ ਪੜ੍ਹੀ ਤੇ ਇੰਨੇ ਖੁਸ਼ ਹੋਏ ਤੇ ਭਾਈ ਦਇਆ ਸਿੰਘ ਜਾਂ ਹੋਰ ਕੋਈ ਸਿੰਘ ਸੀ ਉਹਨੂੰ ਲਾਗੋ ਕਿਹਾ ਸ਼ਵਾਸ ਸ਼ਾਹੀ ਤੇ ਦਵਾਤ ਲਿਆਓ ਜੀ। ਤੇ ਉਹ ਨਾਮ ਬਦਲ ਦਿੱਤਾ ਜ਼ਿੰਦਗੀ ਨਾਮਾ ਤੇ ਬਚਨ ਕੇ ਭਾਈ ਨੰਦ ਲਾਲ ਭਾਈ ਭਰਾ ਬਣਾ ਲਿਆ, ਹਿੱਸੇਦਾਰ ਬਣਾ ਲਿਆ। ਭਾਈ ਹਿੱਸੇਦਾਰ ਹੀ ਹੁੰਦਾ। ਤੇ ਗੱਲ ਨਾਲ ਲਾ ਕੇ ਕਿਹਾ ਭਾਈ ਨੰਦ ਲਾਲ ਇਹ ਤੇਰੀ ਕਿਤਾਬ ਕੋਈ ਪੜਿਆ ਕਰੇਗਾ ਉਹਦੀ ਜ਼ਿੰਦਗੀ ਬਦਲ ਜਾ ਕਰੇਗੀ, ਜ਼ਿੰਦਗੀ। ਤੇ ਗੱਲ ਆ ਗਈ ਕੂਕਰ ਦੀ। ਹੁਣ ਇੱਕ ਕੂਕਰ ਇਹ ਵੀ ਹੁੰਦਾ ਜਿਹੜਾ ਵਿਸ਼ਾ ਆਪਾਂ ਨਾਲ ਉਹੀ ਵਿਸ਼ੇ ਦੀ ਗੱਲ ਚੱਲ ਰਹੀ ਹੈ। ਭਾਈ ਨੰਦ ਲਾਲ ਕਹਿੰਦੇ ਇੱਕ ਲੱਤ ਤੇ ਮੈਂ ਖੜਾ ਹੋ ਕੇ ਦੋਹਾਂ ਹੱਥਾਂ ਨਾਲ ਜੰਕਾਰਾ ਗਲਾ ਕੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਕੇ ਕਿਹਾ ਉਹ ਦੁਨੀਆ ਦੇ ਲੋਕੋ, ਦੁਨੀਆ ਤੇ ਸਭ ਤੋਂ ਵੱਡਾ ਵਫਾਦਾਰ ਕੁੱਤਾ ਵੇਖਣਾ ਤੇ ਗੁਰੂ ਗੋਬਿੰਦ ਸਿੰਘ ਦਾ ਨੰਦ ਲਾਲ ਹੈ। ਨੰਦ ਲਾਲ ਇਹ ਤੋਂ ਵੱਡਾ ਕੁੱਤਾ ਹੀ ਕੋਈ ਨਹੀਂ ਜੀ। ਹੁਣ ਤੁਸੀਂ ਕਹੋ ਵੀ ਕਿੱਥੇ ਲਿਖਿਆ? ਭਾਈ ਸਗੇ ਬ੍ਰਿਜ ਭਾਸ਼ਾ ਚ ਕੁੱਤੇ ਨੂੰ ਕਹਿੰਦੇ ਨੇ। ਭਾਈ ਨੰਦ ਲਾਲ ਸਾਹਿਬ ਕਹਿੰਦੇ ਲਾਲ ਸਗੇ ਗੁਲਾਮ, ਕੁੱਤਾ ਹੀ ਨਹੀਂ। ਇੱਕ ਤੇ ਅਵਾਰਾ ਕੁੱਤੇ ਹੁੰਦੇ ਉਹਨਾਂ ਦੀ ਕਦਰ ਕੋਈ ਨਹੀਂ ਹੁੰਦੀ। ਕੋਈ ਵੀ ਡੰਡਾ ਮਾਰਦਾ ਉਹ ਵੀ ਮਾਰ ਦਿੰਦਾ, ਉਹ ਵੀ ਮਾਰ ਦਿੰਦਾ। ਆ ਵਿਦੇਸ਼ਾਂ ਵਿੱਚ ਅਵਾਰਾ ਕੁੱਤਾ ਦੇਖ ਲਓ ਤੇ ਉਹਨੂੰ ਗੋਲੀ ਵੀ ਵੱਜ ਜਾਂਦੀ ਹੈ ਤੇ ਉਹੀ ਕੁੱਤਾ। ਡੰਡੇ ਵਾਲਾ ਕੁੱਤੇ ਚ ਕੀੜੇ ਪੈ ਜੇ, ਕੀਟਾਂ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਉਹਦੇ ਕੀੜੇ ਤੇ ਦਵਾਈ ਨਹੀਂ ਕੋਈ ਪੈਂਦਾ। ਤੇ ਘਰ ਦੇ ਕੁੱਤੇ ਨੂੰ ਮਾੜਾ ਜਿਹਾ ਟੈਂਪਰੇਚਰ ਹੋ ਜੇ ਤੇ ਲੋਕ ਹਸਪਤਾਲਾਂ ਚ ਚੁੱਕੀ ਫਿਰਦੇ। ਕੁੱਤੇ ਚ ਫਰਕ ਆ ਨਾ ਜੀ ਜੀ। ਹੁਣ ਇਹ ਭਾਈ ਨੰਦ ਲਾਲ ਸਾਹਿਬ ਕਹਿੰਦਾ ਮੈਂ ਉਹ ਕਰਾਂ ਜਿਹੜਾ ਗੁਲਾਮ ਹੈ, ਰਾਗ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਇਹ ਅਵਾਰਾ ਕੁੱਤੇ ਨੇ, ਇਹਨਾਂ ਨੇ ਡੰਡੇ ਖਾਣੇ ਨੇ ਤੇ ਡੰਡੇ ਪੈਂਦੇ ਨੇ ਤੇ ਇਹਨਾਂ ਦੇ ਕੀੜੇ ਵੀ ਪਏ ਹੋਣੇ ਤਾਂ ਜ਼ਬਾਨ ਚੱਲ ਰਹੀ ਹੈ, ਚੌਂ 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 ਕਰੀ ਜਾਂਦੇ। ਇਸ ਕਰਕੇ ਕੁੱਤੇ ਚ ਫਰਕ ਹੈ। ਤੇ ਮਹਾਰਾਜ ਕਹਿੰਦੇ ਤਿਰਗੰਤ ਜਨਮ ਭ੍ਰਸ਼ਟ ਹੈ, ਕੂਕਰ ਹੈ, ਸੂਕਰ ਹੈ, ਗਰਦ ਬਹਿ ਕਾਕਾ ਹੈ, ਸਰਪਨ ਹੈ, ਤੁਲ ਖਲਾ ਹੈ। ਜਿਹੜੇ ਨਾਮ ਤੁਹੀਣੇ ਨੇ ਇਹ ਲੋਕ, ਇਹ ਅਵਾਰਾ ਕੁੱਤੇ ਨੇ, ਕੂਕਰ ਨੇ, ਕਾਂ ਨੇ, ਗਧੇ ਨੇ ਤੇ ਸੂਰ ਨੇ। ਮੈਂ ਛੋਟੇ ਛੋਟੇ ਐਗਜ਼ਾਮਪਲ ਦਿੱਤੇ। ਇਹਨਾਂ ਲੋਕਾਂ ਨੂੰ ਨੱਥ ਪਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਜੇਠ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਪੀਰੀ ਦੀਆਂ ਕਿਰਪਾਨਾਂ ਪਾਈਆਂ ਇਹਨਾਂ ਨਿੰਦਕਾਂ ਦੇ ਛਿੱਤਰ ਮਾਰਨ ਵਾਸਤੇ। ਹੋਰ ਵੀ ਤੁਹਾਡੇ ਨਾਲ ਵੀਰ ਜੁੜੇ ਹੋਣਗੇ ਤੇ ਮੈਂ ਗੁਰੂ ਸਾਹਿਬ ਦੇ ਜੀਵਨ ਨਾਲ ਇੱਕ ਘਟਨਾ ਹੋਰ ਦੱਸਦਾ ਛੋਟੀ ਜੀ। ਇਹਨਾਂ ਸਰੋਵਰਾਂ ਦਾ ਵਿਰੋਧ ਕੀਤਾ ਤੇ ਸਰੋਵਰ ਤੇ ਸਪੈਸ਼ਲ ਇਸ਼ਨਾਨ ਕਰਨ ਵਾਸਤੇ, ਜੇ ਸਪੈਸ਼ਲ ਗੱਲ ਹੈ ਜਿਹੜੀ, 2 ਸਰੋਵਰਾਂ ਤੇ ਗੱਲ ਯਾਦ ਰੱਖਿਓ ਗੁਰਮੁਖੋ। ਜਿਹੜੇ ਅੰਮ੍ਰਿਤਸਰ ਸਾਹਿਬ ਵਿੱਚ ਸਰੋਵਰ ਨੇ ਨਾ, ਉਹ ਜਿਹੜੇ ਸਰੋਵਰ ਨੇ ਉਹਨਾਂ ਦੇ ਨਾਂ ਨੇ ਬਬੇਕਸਰ, ਸੰਤੋਖਸਰ, ਰਾਮਸਰ ਤੇ ਕੌਲਸਰ। ਇਹ 4 ਤੇ 5ਵਾਂ ਜਿਹੜਾ ਸਰੋਵਰ ਹੈ ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਸਰੋਵਰ ਹੈ। ਇਹਨਾਂ ਦੀ ਕਥਾ ਸੰਤ ਗਿਆਨੀ ਜਰਨੈਲ ਸੁਣਨ ਤੋਂ ਪੁੱਛ ਲਓ। ਤੇ ਜਿਹੜਾ ਬਬੇਕਸਰ ਸਰੋਵਰ ਆ ਉਹਦੇ ਬਾਰੇ ਮੈਂ ਤੁਹਾਨੂੰ ਛੋਟੀ ਜਿਹੀ ਅੱਜ ਦੇ ਵਿਸ਼ੇ ਨਾਲ ਜੁੜਦੀ ਗੱਲ ਦੱਸਦੇ ਹਾਂ। ਇਹ ਨਿੰਦਕ ਸੀ ਉਦੋਂ ਵੀ, ਲੋਕ ਨਿੰਦਕ। ਇਹਨਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਫੈਕਟਰੀਆਂ ਲਾ ਰਹੇ ਨੇ ਸ਼ਸਤਰਾਂ ਵਾਸਤੇ, ਇਸ ਕਰਕੇ ਇਹਨਾਂ ਨੂੰ ਸ਼ਸਤਰਾਂ ਦੀ ਲੋੜ ਨਹੀਂ। ਗੁਰੂ ਅਰਜਨ ਦੇਵ ਸਾਹਿਬ ਦੀ ਪ੍ਰਪਾਰਟੀ ਨੂੰ ਖਤਮ ਕਰ ਰਹੇ ਨੇ, ਗੁਰੂ ਨਾਨਕ ਦੀ ਫਿਲਾਸਫੀ ਨੂੰ ਖਤਮ ਕਰ ਰਹੇ ਨੇ। ਮਹਾਰਾਜ ਨੂੰ ਜਾ ਕੇ ਸਮਝਾਓ। ਇਹ ਉਦੋਂ ਮੂਰਖ ਕਹਿੰਦੇ ਸੀ, ਮਹਾਰਾਜ ਅਣਜਾਣ ਆ। ਤੇ ਮਹਾਰਾਜ ਕਹਿੰਦੇ ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਨਿਆਣਾ, ਰੱਬ ਨਿਆਣਾ ਨਹੀਂ, ਅਣਜਾਣ ਨਹੀਂ ਆ ਜੀ ਜੀ। ਇਹ ਲੋਕ ਉਦੋਂ ਵੀ ਕਹਿੰਦੇ ਸੀ ਵੀ ਬਾਬਾ ਬੁੱਢਾ ਸਾਹਿਬ ਗੁਰੂ ਸਾਹਿਬ ਨੂੰ ਸਮਝਾਓ। ਤੇ ਸਮਝਾਇਆ ਕਿਹਨੂੰ ਜਾਂਦਾ? ਸਾਲਾ ਸਾਹਿਬ ਤੁਸੀਂ ਦੱਸੋ ਮੈਨੂੰ। ਜਿਹੜਾ ਬੰਦਾ ਮੇਰੇ ਵਰਗਾ ਕਮਲਾ ਹੋਵੇ, ਕੋਈ ਬੰਦਾ ਬੁੱਧੀ ਤੋਂ ਹੀਣਾ ਹੋਵੇ ਤਾਂ ਸਾਰਿਆਂ ਨੂੰ ਮੱਤ ਬੁੱਧ ਦੇਣ ਵਾਲੇ ਨੂੰ ਸਮਝਾਉਣ ਦੀ ਗੱਲ ਬਣਦੀ ਹੈ। ਤੇ ਬਾਬਾ ਬੁੱਢਾ ਸਾਹਿਬ ਦੇ ਸਮਝਾਇਆ ਵੀ ਇਹ ਸਮਝੇ ਨਹੀਂ ਜੀ ਜੀ। ਸੁਣੀ ਚੱਲਿਓ, ਹੁਣ ਗੱਲ ਸਾਰੀ ਸਾਂਝੀ ਆ ਜਾਣੀ ਹੈ।
ਇਹਨਾਂ ਨੇ ਆਖਿਆ ਨਹੀਂ ਬਾਬਾ ਜੀ ਤੁਸੀਂ ਸਮਝਦੇ ਨਹੀਂ, ਤੁਸੀਂ ਬਜ਼ੁਰਗ। ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਕਹਿੰਦੇ ਤੁਸੀਂ ਬਜ਼ੁਰਗ ਹੋਏ। ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਇਹਨਾਂ ਸ਼ੰਕਾਵਾਦੀ ਅੱਜ ਵਰਗੇ ਲੋਕਾਂ ਵਾਸਤੇ ਸਾਖੀਆਂ ਨੇ। ਸਾਖੀਆਂ ਕਿਉਂ ਲਿਖੀਆਂ ਗਈਆਂ? ਵੀ ਬਚ ਜਾਓ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਬਚ ਜਾਓ ਬੰਦੇ ਦੇ ਵਿਖਿਆ ਬਾਚ ਹਰ ਰਾਤ, ਸਮਝ ਮਨ ਬੌਰਾ ਰੇ। ਇਹ ਸਾਖੀਆਂ ਇਸ ਵਾਸਤੇ ਹੈ। ਗੁਰਮੁਖੋ ਬਾਬਾ ਬੁੱਢਾ ਸਾਹਿਬ ਜੀ ਚੱਲ ਕੇ ਆਏ, ਬੈਠੇ ਪਤਾ ਕਿੱਥੇ ਸੀ? ਜਿੱਥੇ ਵਿਵੇਕਸਰ ਸਰੋਵਰ ਅੱਜ, ਉੱਥੇ ਬੈਠੇ ਸੀ ਬਾਬਾ ਜੀ। ਮਹਾਰਾਜ ਜੀ ਬਾਹਰ ਗਏ ਹੋਏ ਸਨ। ਮਹਾਰਾਜ ਜੀ ਨੂੰ ਜਦੋਂ ਸੁਣਾ ਮਿਲਿਆ, ਗੁਰੂ ਕੇ ਸਿੱਖ ਇੰਨੇ ਸਤਿਕਾਰਯੋਗ ਸਨ, ਖਾਸ ਕਰਕੇ ਗੁਰੂ ਕਾ ਗ੍ਰੰਥੀ। ਤੁਸੀਂ ਇਸ ਗੁਰੂ ਕੇ ਗ੍ਰੰਥੀ ਦੀ ਗੱਲ ਚਲਾਈ ਨਾ, ਮੈਨੂੰ ਬੜੀ ਚੰਗੀ ਲੱਗੀ, ਤੁਹਾਡਾ ਧੰਨਵਾਦ। ਸ਼ੁਕਰ ਹੈ ਤੁਸੀਂ ਕਿਤੇ ਮਹਾਰਾਜ ਕਿਰਪਾ ਕਰਿਆ। ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ ਜੀ, ਉਹ ਗੱਲ ਚਲਾਉਂਦੇ ਹੀ ਤੇ ਉਹਨਾਂ ਦਾ ਇੱਕ ਹੀ ਇਹੋ ਜਿਹਾ ਵੀ ਉਹ ਪਤਾ ਨਹੀਂ ਲੱਗਦਾ ਵੀ ਗ੍ਰੰਥੀਆਂ ਨੂੰ ਗਾਲਾਂ ਕੱਢ ਰਹੇ ਕਿ ਗ੍ਰੰਥੀਆਂ ਦੇ ਹੱਕ 'ਚ ਬੋਲ ਰਹੇ। ਮੈਂ ਤੇ ਹੈਰਾਨ ਹੋਣਾ ਜੀ। ਮੈਂ ਕਈ ਇੱਕ ਦੋ ਵੀਡੀਓ ਸੁਣੀਆਂ ਨੇ, ਮੈਨੂੰ ਤਾਂ ਹੈਰਾਨ ਹੁੰਦੀ ਵੀ ਪਤਾ ਨਹੀਂ ਗ੍ਰੰਥੀਆਂ ਦੀ ਬੇਇੱਜ਼ਤੀ ਕਰ ਰਹੇ ਕਿ ਗ੍ਰੰਥੀਆਂ ਦੇ ਹੱਕ 'ਚ ਬੋਲ ਰਹੇ ਜੀ। ਆਮ ਲੋਕ ਦਾ ਸਤਿਕਾਰ ਕਰਨਗੇ, ਆਮ ਲੋਕ ਸਤਿਕਾਰ ਦੇਣਗੇ, ਪਰ ਗ੍ਰੰਥੀ ਨੂੰ ਇਹੋ ਜਿਹਾ ਦਿਖਾ ਦੇਣਗੇ। ਮੈਂ ਹੁਣ ਕਹਿਣ ਨੂੰ ਜੀ ਨਹੀਂ ਕਰਦਾ ਵੀ ਲੋਕ ਗ੍ਰੰਥੀ ਬਣ ਨਾ ਜਾਣ ਕਿਤੇ, ਤੇ ਵਾਕਿਆ ਬਣ ਨਹੀਂ ਰਹੇ, ਪਾਠੀ ਪੂਠੀ ਬਣ ਰਹੇ ਨੇ। ਗੁਰਮੁਖੋ ਗ੍ਰੰਥੀ ਬਣਨੋਂ ਹੀ ਹਟ ਗਏ। ਉਹਦੀਆਂ ਜ਼ਿੰਮੇਵਾਰ ਮੈਂ ਸਾਬਤ ਕਰ ਸਕਦਾ। ਜਿਹਨੂੰ ਸ਼ੰਕਾ ਮੇਰੇ ਨਾਲ ਬਹਿ ਕੇ ਗੱਲ ਕਰ ਰਹੇ, ਮੇਰਾ ਨੰਬਰ ਲੈ ਲਵੇ, ਮੈਂ ਸਾਬਤ ਕਰ ਸਕਦਾ ਉਹਦੀਆਂ ਜ਼ਿੰਮੇਵਾਰੀਆਂ ਕਮੇਟੀਆਂ ਤੇ ਸੰਗਤ ਆ। ਸਾਰੀ ਸੰਗਤ ਨੇ, ਗੁਰੂ ਕੀ ਸੰਗਤ ਨਹੀਂ, ਸੰਗਤ ਤੇ ਕਮੇਟੀਆਂ ਇਹ ਜ਼ਿੰਮੇਵਾਰ ਨੇ, ਮੈਂ ਸਾਬਤ ਕਰ ਸਕਦਾ। ਚਲੋ ਰਹੋ ਵਿਚਾਰ। ਬਾਬਾ ਬੁੱਢਾ ਸਾਹਿਬ ਜੀ ਉੱਥੇ ਬੈਠੇ, ਗੁਰੂ ਸਾਹਿਬ ਨੂੰ ਪਤਾ ਲੱਗਾ, ਗੁਰੂ ਸਾਹਿਬ ਆਏ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਮੱਥਾ ਟੇਕਿਆ। ਇੰਨਾ ਸਤਿਕਾਰ ਸੀ ਗੁਰੂ ਕੇ ਵਜ਼ੀਰ ਦਾ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ। ਯਕੀਨ ਕਰਕੇ ਜਾਣਿਓ, ਇਤਿਹਾਸ ਮਹਾਂਪੁਰਸ਼ਾਂ ਨੇ ਜਦੋਂ ਸੁਣਾਇਆ ਤੇ ਜਿਹੜਾ ਹਿਰਦਾ ਨਾ ਉਹ ਲੀਰੋ ਲੀਰੋ ਜਿੱਦਾਂ ਮਹਾਰਾਜ ਇੰਨਾ ਪਿਆਰ ਕਰਦੇ ਆਪਣੇ ਸਿੱਖਾਂ ਨਾਲ, ਗੁਰੂ ਕੇ ਵਜ਼ੀਰਾਂ ਨਾਲ। ਹਾਂਜੀ, ਤੇ ਮੁੱਕਦੀ ਗੱਲ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਰਾਤ ਵਚਨ ਹੋਏ, ਜਿਸ ਕਰਕੇ ਆਏ ਸੀ, ਤੁਹਾਨੂੰ ਪਤਾ ਹੀ ਲੱਗਾ ਹੋਣਾ, ਸਮਝ ਗਏ ਹੋਗੇ ਸਾਰੇ ਵੀ ਕਿਉਂ ਹੋਏ। ਉਦੋਂ ਬਾਬਾ ਬੁੱਢਾ ਸਾਹਿਬ ਜੀ ਤੋਂ ਇਸ ਸਰੋਵਰ ਦੀ ਪਹਿਲਾ ਟੱਪ ਲਵਾਇਆ ਬਾਬਾ ਬੁੱਢਾ ਸਾਹਿਬ ਤੋਂ ਵਿਵੇਕਸਰ ਦਾ। ਤੇ ਉਹਦਾ ਨਾਂ ਕਿਉਂ ਬਬੇਰ ਰੱਖਿਆ? ਅਰਦਾਸ ਕੀਤੀ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਦੇ ਨੇ, ਇਹ ਗੁਰੂ ਨਾਨਕ ਪਾਤਸ਼ਾਹ ਇਹਨਾਂ ਸਿੱਖਾਂ ਨੂੰ ਵਿਵੇਕ ਦੇਈਂ, ਕਿਤੇ ਆਉਣ ਵਾਲੇ ਤੇਰੇ ਸਰੀਰ ਰੂਪੀ ਤੇਰੇ ਰੂਪ ਤੇ ਕਿਤੇ ਸ਼ੰਕਾ ਨਾ ਕਰ ਬੈਣ, ਕਿਤੇ ਸ਼ੰਕਾ ਨਾ ਕਰ ਬੈਣ, ਵਿਵੇਕ ਦੇਈਂ ਆਉਣ ਵਾਲੇ ਸਮੇਂ 'ਚ। ਉਹਦਾ ਨਾਂ ਰੱਖਿਆ ਵਿਵੇਕਸਰ। ਵਿਵੇਕ ਕਹਿੰਦੇ ਨੇ ਸਾਫ ਬੁੱਧੀ ਨੂੰ। ਉਹ ਵਿਵੇਕਸਰ, ਜਦੋਂ ਗੁਰੂ ਰਾਮਦਾਸ ਸਰੋਵਰ ਹੈਗਾ ਸੀ, ਉਦੋਂ ਦੁਨੀਆ ਵੀ ਇੰਨੀ ਨਹੀਂ ਸੀ, ਕਹਿੰਦੇ ਵੀ ਉਦੋਂ ਇੱਕ ਥਾਂ ਨਹਾਉਣ ਵਾਸਤੇ ਦਿੱਤਾ ਜੀ, ਜਾਤ ਪਾਤ ਮੁੱਕ ਜੇ, ਵਿਵੇਕਸਰ ਦੀ ਕੀ ਲੋੜ ਸੀ? ਫਿਰ ਵੀ ਉਹਨਾਂ ਦੇ ਇੰਨਾ ਇਕੱਠ ਹੁੰਦਾ ਹੀ ਨਹੀਂ ਸੀ। ਇਹ ਮੈਂ ਕੱਲੇ ਸਰੋਵਰ ਦੀ ਗੱਲ ਕਰਨ ਲੱਗ ਪਿਆ ਤੇ ਸਮਾਂ ਬੜਾ ਲੱਗ ਜਾਣਾ। ਮੈਂ ਤਾਂ ਬੇਨਤੀ ਕੀਤੀ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਮੂੰਹ ਤੇ ਚਪੇੜਾ ਪੇ ਵਿਵੇਕਸਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਤਾਂ ਬਣਾਇਆ। ਦੂਸਰੀ ਗੱਲ ਅੰਮ੍ਰਿਤ ਸਰੋਵਰ ਦੀ ਕਰ ਲਵਾਂ ਗੁਰਮੁਖੋ। ਜਦੋਂ ਲੋਹਗੜ੍ਹ ਸਾਹਿਬ ਦਾ ਯੁੱਧ ਹੋਇਆ ਨਾ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਇੱਕ ਗੱਲ ਭੁੱਲਦੀ ਹੈ, 3 ਜਾਂ 4 ਵਾਰ ਯੁੱਧ 'ਚ ਸ਼ਾਮਲ ਹੋਣ ਵਾਸਤੇ ਗਏ। ਮਹਾਰਾਜ ਜਿੰਨੀ ਵਾਰ ਸ਼ਾਮਲ ਹੋਣ ਵਾਸਤੇ ਗਏ, ਮਹਾਰਾਜ 4 ਪਰਿਕਰਮਾ ਕਰਕੇ 4 ਵਾਰ ਇਸ਼ਨਾਨ ਕਰਦੇ ਸੀ ਤੇ ਹਰਿਮੰਦਰ ਸਾਹਿਬ ਦੇ ਵੱਲ ਜੋੜੀ ਦੇ ਸਾਹਮਣੇ ਖਲੋ ਕੇ 4 ਵਾਰ ਹੀ ਅਰਦਾਸ ਕਰਕੇ ਤੇ 5ਵੀਂ ਵਾਰ ਅੰਦਰ ਮੱਥਾ ਟੇਕ ਕੇ ਫਿਰ ਯੁੱਧ ਤੇ ਜਾਂਦੇ ਸੀ। ਮਹਾਰਾਜ ਨੇ ਤੇ ਸ਼ੰਕਾ ਕੀਤਾ ਨਹੀਂ, ਪ੍ਰਾਦਿਤਰ ਸਿੰਘਾਂ ਨੇ ਤੇ ਸ਼ੰਕਾ ਕੀਤਾ ਕੋਈ ਨਹੀਂ ਬਈ। ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਜਿਹੜਾ ਅਰਦਾਸ ਵਿੱਚ ਵਚਨ ਆਉਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਇਹ ਗੁਰੂ ਕਾਲ ਤੋਂ ਨਹੀਂ, ਇਹ ਗੁਰੂ ਕਾਲ ਤੋਂ ਬਾਅਦ ਦੇ ਵਿੱਚ ਦੀ ਗੱਲ, 18ਵੀਂ ਸਦੀ ਵਿੱਚ, ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਬੰਦ ਕਰ ਦਿੱਤੇ ਸਨ, ਸਰੋਵਰ ਪੂਰ ਦਿੱਤਾ ਸੀ, ਤੇ ਸੰਗਤਾਂ ਨੇ ਇਹ ਗੱਲ ਉਦੋਂ ਰਲਾਈ। ਸਕੀਵਤਾ ਕਿੰਨਾ ਤਰਲਾ ਸੀ, ਕਿੰਨਾ ਪਿਆਰ ਸੀ ਇਸ਼ਨਾਨ ਵਿੱਚ। ਕੀ ਉਦੋਂ ਹੋਰ ਸਰੋਵਰਾਂ ਵਿੱਚ ਨਹੀਂ ਸੀ ਜਾਂ ਹੋਰ ਨਹਿਰਾਂ ਪਾਣੀਆਂ ਘੱਟ ਸੀ, ਉੱਥੇ ਇਸ਼ਨਾਨ ਨਹੀਂ ਸੀ ਹੋ ਸਕਦੇ? ਉਦੋਂ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਇਹ ਮੰਗਿਆ ਸਿੱਖਾਂ ਨੇ। ਕਿਉਂ ਮੰਗਿਆ ਮਹਾਰਾਜ? ਕੀ ਉਦੋਂ ਸਿੱਖ ਨਹਾਉਂਦੇ ਨਹੀਂ ਸੀ? ਇਸ ਕਰਕੇ ਇਹ ਦਲਿਦਰੀ ਲੋਕ ਆ, ਨਾਮ ਤੋਂ ਦੂਰ ਕਰਨ ਵਾਲੇ ਲੋਕ ਆ। ਇਤਿਹਾਸ ਵੀਰੋ ਪੜ੍ਹੋ, ਬਾਣੀ ਪੜ੍ਹੋ। ਇਹ ਪੜ੍ਹਦੇ ਨਹੀਂ, ਤੁਹਾਨੂੰ ਪੜ੍ਹਨ ਵਾਸਤੇ ਕਹਿੰਦੇ ਹੀ ਨੇ। ਇਸ ਕਰਕੇ ਤਾਂ ਆਪਾਂ ਪੜਾਂਗੇ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ ਮਨਾਇਆ ਸਾਡਾ ਸਫਲ ਹੈ, ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਆਨੰਦ ਹੀ ਨਹੀਂ ਇਕੱਲਾ ਮਾਣਿਆ, ਉਹਨਾਂ ਨੇ ਦੱਸਿਆ ਵੀ ਆਨੰਦ ਗੁਰੂ ਤੇ ਜਾਣਿਆ। ਇਹ ਜੇ ਆਨੰਦ ਲੈਣਾ ਜ਼ਿੰਦਗੀ ਦਾ, ਤੇ ਇਹਨਾਂ ਦੁਸ਼ਟਾਂ ਨੂੰ ਸੋਧਣ ਦਾ ਸਬਕ ਸਿਖਾਉਣ ਵਾਸਤੇ ਮਹਾਰਾਜ ਨੇ 2 ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ ਤੇ ਮਹਾਰਾਜ ਸਬਕ ਸਿਖਾਇਆ ਵੀ ਸਿੱਖਾਂ ਨੇ ਉਸ ਸਮੇਂ। ਇਹ ਲੈ ਸਿੱਖ ਇੱਕ ਦੂਜੇ ਦਾ ਵਿਰੋਧ ਕਰੀਗਾ, ਉਹ ਸਿੱਖ ਵਿਰੋਧ ਤਾਂ ਤੁਸੀਂ ਕਰੀ ਜਾਂਦੇ, ਉਹ ਸਿੱਖ ਤਾਂ ਗਰਮ ਹੁੰਦਾ ਨਹੀਂ, ਗੋਲੀਆਂ ਚਲਾਈ ਜਾਂਦੇ, ਫਲਾਣਾ ਕਰੀ ਜਾਂਦੇ। ਇੱਕ ਮੈਂ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਗੁਰੂ ਸਾਹਿਬ ਦੇ ਜੀਵਨ ਵਿੱਚ ਥੋੜੀ ਜਿਹੀ ਗੱਲ ਹੋਰ ਦੱਸ ਦਿਆਂ ਇਸੇ ਵਿਸ਼ੇ ਤੇ। ਸ੍ਰੀ ਹਰਗੋਬਿੰਦਪੁਰਾ ਸਾਹਿਬ ਤੁਸੀਂ ਸੁਣਿਆ ਹੋਵੇਗਾ, ਉਦਨਵਾਲ ਦੇ ਲਾਗੇ ਬਟਾਲੇ ਰੋਡ ਤੇ ਅੰਮ੍ਰਿਤਸਰ ਸਾਹਿਬ ਦੇ, ਇਹ ਤੁਸੀਂ ਸੁਣਿਆ ਹੋਵੇਗਾ। ਮਹਿਤੇ ਨੂੰ ਜਾਈ ਜਦੋਂ ਆਪਾਂ, ਮਸ਼ਹੂਰ ਇਹ ਗੁਰੂ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਸ੍ਰੀ ਹਰਗੋਬਿੰਦਪੁਰ ਸਾਹਿਬ। ਇਹਦਾ ਨਾਂ ਪਹਿਲੇ ਰੋਹੇਲਾ ਸੀ। ਇਹਨਾਂ ਦੁਸ਼ਮਣਾਂ ਨੂੰ ਮੈਂ ਜਿਹੜੇ ਚੁਗਲਖੋਰ ਨੇ, ਮੂਰਖ, ਇਹਨਾਂ ਨੂੰ ਮੈਂ ਇੱਕ ਸੁਚੇਤ ਕਰਦੇ ਆ ਵੀ ਮੂਰਖੋ ਸੁਣ ਲਓ ਹੁਣ ਗੱਲ, ਤੁਹਾਡੇ ਹਾਲਾਤ ਇਹ ਹੋਣੇ ਨੇ। ਉਹ ਜਿਹੜਾ ਜਗ੍ਹਾ ਸੀ ਉਹ ਰੋਹੇਲਾ, ਪਿੰਡ ਦਾ ਨਾਂ ਸੀ ਰੋਹੇਲਾ ਮਹਾਰਾਜ।
ਜੀ। ਮਹਾਰਾਜ ਭਾਦੋਂ ਦੇ ਮਹੀਨੇ 'ਚ ਉੱਥੇ ਪਹੁੰਚੇ ਸੀ, ਸ਼ਾਇਦ ਚਮਾਸੇ ਲੱਗਦੇ ਸੀ, ਸੌਣ ਭਾਦੋਂ ਮਹਾਰਾਜ ਉੱਥੇ ਗਏ ਸੀ, ਤੇ ਮਹਾਰਾਜ ਨੇ ਉਹ ਜਗ੍ਹਾ ਮੱਲਣ ਦਾ ਕੋਈ ਉੱਥੇ ਵਿਸ਼ਾ ਨਹੀਂ ਸੀ। ਮਹਾਰਾਜ ਨੇ ਹੋਰਾਂ ਸਿੰਘਾਂ ਨੂੰ, ਬਾਬਾ ਵਿਧੀ ਚੰਦ ਸਾਹਿਬ ਵਰਗੇ, ਪੈੜਾ ਵਰਗੇ ਗੁਰਮੁਖ ਹੋਰਾਂ ਨੂੰ ਕਿਹਾ ਵੀ ਆਪਾਂ ਇੱਥੇ ਨਾ ਏਦਾਂ ਕਰੀਏ, ਇਸ ਦਰਿਆ ਦੇ ਲਾਗੇ ਆਪਾਂ ਇੱਥੇ ਸਮਾਂ ਗੁਜ਼ਾਰਦੇ ਹਾਂ, ਥੋੜਾ ਗਰਮੀਆਂ ਚ ਮਾਸਾ ਕੱਢ ਜਾਂਦੇ। ਉਹ ਜਗ੍ਹਾ ਚੰਦੂ ਦਾ ਰਿਸ਼ਤੇਦਾਰੀਆਂ ਚੋਂ ਕੁੜਮ ਲੱਗਦਾ ਸੀ, ਘਰੜ ਚੰਦ ਖੱਤਰੀ। ਉਹ ਸ਼ਾਮਲਾਟ ਜਗ੍ਹਾ ਉਹਨੇ ਵਲੀ ਹੋਈ ਸੀ, ਵਲੀ ਨਹੀਂ ਸੀ, ਉਦਾਂ ਕਹਿੰਦਾ ਸੀ ਮੇਰੀ ਹੈ ਜੀ। ਉਹਨੇ ਗੁਰੂ ਸਾਹਿਬ ਦੇ ਆਣ ਕੇ ਜਦੋਂ ਉਹਨੂੰ ਪਤਾ ਲੱਗਾ ਵੀ ਮਹਾਰਾਜ ਜਗ੍ਹਾ ਵਲ ਰਹੇ ਆ, ਇੱਟਾਂ ਲਾ ਕੇ ਮਹਾਰਾਜ ਦੇ ਟੈਂਪਰੇਰੀ ਤੌਰ ਤੇ ਵਲ ਰਹੇ ਸੀ ਵੀ ਚੱਲ ਇਹਨੇ ਦਾਇਰੇ ਚ ਸਿੰਘ ਰਹੀ ਜਾਣਗੇ, ਸਿੱਖ ਰਹੀ ਜਾਣਗੇ, ਥੋੜਾ ਸਮਾਂ ਜਿੰਨਾ ਚਿਰ ਚਮਾਸਿਆਂ ਦਾ ਕੱਟਣਾ। ਉਹਨੇ ਆਣ ਕੇ ਮਹਾਰਾਜ ਨੂੰ ਬੇਨਤੀ ਨਹੀਂ ਕੀਤੀ, ਉਹਨੇ ਮਹਾਰਾਜ ਦਾ ਵਿਰੋਧ ਨਹੀਂ ਕੀਤਾ, ਕੱਲਾ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੱਦੀ ਸ਼ਬਦਾਵਲੀ ਵੀ ਬੋਲੀ। ਹੁਣ ਨਿੰਦਕਾਂ ਨੂੰ ਮੈਂ ਦੱਸ ਦਿਆਂ ਵੀ ਇਹ ਜੇ ਸਿੱਖ ਨਿੰਦਕਾਂ ਦੇ ਸਿਰ ਕੁਚਲਦੇ ਨੇ, ਛਿੱਤਰ ਮਾਰਦੇ ਨੇ, ਇਹਨਾਂ ਦੇ ਸਿਰ 'ਚ ਨਾ ਇਹ ਗਲਤ ਨਹੀਂ ਕਰਦੇ। ਮੇਰੀ ਗੱਲ ਸੁਣੀ ਚੱਲਿਓ। ਤੇ ਘਰੜ ਨੇ ਆਣ ਕੇ ਮਹਾਰਾਜ ਨੂੰ, ਬਾਬਾ ਵਿਧੀ ਚੰਦ ਸਾਹਿਬ ਨੂੰ ਬੜਾ ਗੁੱਸਾ ਚੜਿਆ, ਤੇ ਉਹ ਮਹਾਰਾਜ ਕਹਿੰਦੇ ਕੋਈ ਨਹੀਂ ਜਾਣਦੇ, ਇਹ ਤੁਹਾਨੂੰ ਮੌਕੇ ਮਿਲ ਰਹੇ ਨੇ ਨਿੰਦਕੋ, ਮੈਂ ਤੁਹਾਨੂੰ ਦੱਸਾਂ ਮੌਕੇ ਮਿਲ ਜ਼ਿਆਦੇ ਨਹੀਂ ਮਿਲਣੇ। ਮਹਾਰਾਜ ਨੇ ਇੱਕ ਮੌਕਾ ਦਿੱਤਾ, ਅਗਲੇ ਦਿਨ ਆਣ ਕੇ ਭੱਦੀ ਸ਼ਬਦਾਵਲੀ ਨਹੀਂ ਬੋਲੀ, ਕਹਿੰਦਾ ਚੁੱਕਿਆ ਕਰੋ ਇੱਥੋਂ ਡੰਡੀ ਵੇਲੇ, ਚੁੱਕ ਜੁੱਲੀ ਬਿਲਾ ਬਿਸਤਰਾ ਬਣਾ। ਮੈਂ ਉਹ ਕਹਿ ਨਹੀਂ ਸਕਦਾ, ਕਵੀ ਜੀ ਨੇ ਵੀ ਮਾਫੀ ਮੰਗ ਕੇ ਇਤਿਹਾਸ ਵਿੱਚ ਲਿਖਿਆ, ਮਹਾਂਪੁਰਸ਼ਾਂ ਨੇ ਵੀ ਬਚਨ ਸੁਣਾਇਆ ਵੀ ਸੰਗਤ ਜੀ ਕਹਿਣ ਨੂੰ ਜੀ ਨਹੀਂ ਕਰਦਾ ਪਰ ਕਹਿਣਾ ਪੈਣਾ। ਇਹਨਾਂ ਨਿੰਦਕਾਂ ਨੇ ਇਹਨੇ ਘਰ ਖੱਤਰੀ ਨੇ ਆਣ ਕੇ, ਜਿਹੜਾ ਚੰਦੂ ਦਾ ਕੁੜਮ ਲੱਗਦਾ ਸੀ, ਰਿਸ਼ਤੇਦਾਰੀ ਦੇ ਵਿੱਚੋਂ ਰਿਸ਼ਤੇਦਾਰ ਸੀ, ਇਹਦੇ ਬੇਟੇ ਦਾ ਸ਼ਾਇਦ ਨਾਂ ਰਤਨ ਚੰਦ ਸੀ ਤੇ ਚੰਦੂ ਦੇ ਨਾਂ ਬੇਟੇ ਦਾ ਨਾਂ ਕਰਮ ਚੰਦ ਸੀ, ਦੋਵਾਂ ਦੇ ਨਾਂ ਇਸ ਤਰ੍ਹਾਂ ਸੀ ਰੋ ਵਿਚਾਰ। ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੱਕ ਭਵਦੀ ਸ਼ਬਦਾਵਲੀ ਇੰਨੀ ਬੋਲੀ ਕਿ ਬਾਬਾ ਵਿਧੀ ਚੰਦ ਸਾਹਿਬ ਕਹਿਣ ਲੱਗੇ ਮੇਰਾ ਮਹਾਰਾਜ ਜੀ ਕਰਦਾ ਵੀ ਮੇਰੇ ਨਾਲ ਮੂੰਹ ਤੇ ਛਿੱਤਰ ਮਾਰ ਕੇ ਇਹਨੂੰ ਮਾਰ ਦਿਆਂ, ਆਪਣੀ ਸ਼ਰਧਾ ਪ੍ਰਗਟਾਈ ਜੀ। ਮਹਾਰਾਜ ਕਹਿਣ ਲੱਗੇ, ਇਹ ਗੱਲ ਮਹਾਰਾਜ ਜੀ ਨੇ ਨੋਟ ਕਰ ਲਈ, ਕਹਿਣ ਲੱਗੇ ਕੋਈ ਨੀ, ਤੇਰੀ ਸ਼ਰਧਾ ਪੂਰੀ ਕਰਾਂਗੇ ਆਪਾਂ, ਕੋਈ ਗੱਲ ਨਹੀਂ। ਅਗਲੇ ਤੀਸਰੇ ਦਿਨ ਘਰੜ ਫੇਰ ਆ ਗਿਆ। ਇਹ ਨਿੰਦਕ, ਇਹ ਸਾਰੇ ਘਰੜ ਦੀ ਰੂਹ ਹੈ, ਘਰੜ ਖੱਤਰੀ ਦੀ ਰੂਹ ਨੇ, ਜਿੰਨੇ ਗੁਰੂ ਕੇ ਨਿੰਦਕ ਨੇ। ਇਹ ਕਹਿੰਦੇ ਨੇ ਸਾਨੂੰ ਨਿੰਦਕ ਕਹਿੰਦੇ, ਫਲਾਣਾ ਕਹਿੰਦੇ, ਢੀਰਾ ਕਹਿੰਦੇ, ਉਹ ਬਹਿਣ ਜੋਗੇ ਤੁਸੀਂ ਸਾਹਮਣੇ ਹੈ ਨਹੀਂ। ਇੱਕ ਦਿਨ ਗੱਲ ਕਰਕੇ ਇਹਨਾਂ ਦਾ ਦਿਮਾਗ ਏਡਾ ਪਾਗਲ, ਅਗਲੇ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦੇਣ ਲੱਗ ਪੈਂਦੇ, ਕਮਰੇ 'ਚ ਵੀਡੀਓ ਬਣਾ ਕੇ। ਇੱਕ ਦਿਨ ਪਹਿਲੇ ਤੁਸੀਂ ਕੁਛ ਕਹਿੰਦੇ ਹੋ, ਕਾਤਲ ਬੰਦਾ ਕਾਤਲ ਕਰਕੇ ਅਗਲੇ ਦਿਨ ਮਾਫੀ ਮੰਗ ਲਏ ਤੇ ਗੁਰਮੁਖੋ ਉਹਦਾ ਕਤਲ ਮਾਫ ਹੋ ਜਾਂਦਾ, ਤੁਸੀਂ ਦੱਸੋ ਉਹਦੀ ਫਾਂਸੀ ਮਾਫ ਹੋ ਜਾਂਦੀ ਹੈ? ਕਦੀ ਨਹੀਂ ਹੁੰਦੀ। ਇਹ ਸ਼ਬਦਾਵਲੀ ਗੁਰੂ ਕੀ ਹਜ਼ੂਰੀ 'ਚ ਬਹਿ ਕੇ ਮਹਾਰਾਜ ਨੂੰ ਵੰਗਾਰਦੇ ਨੇ ਤੇ ਕਮਰੇ 'ਚ ਬਹਿ ਕੇ ਸਫਾਈ ਦੇ ਦਿੰਦੇ ਨੇ। ਤੇ ਘਰੜ ਖੱਤਰੀ ਨੂੰ ਤੀਸਰੇ ਦਿਨ ਜਦੋਂ ਭੱਦੀ ਸ਼ਬਦਾਵਲੀ ਬੋਲੀ ਉਹਨੇ, ਤੇ ਗੁਰੂ ਸਾਹਿਬ ਨੇ ਕਿਹਾ ਵਿਧੀ ਚੰਦ ਤੂੰ ਮਨੋ ਮਨੀ ਸ਼ਰਧਾ ਰੱਖੀ ਸੀ ਵੀ ਨਿੰਦਕ ਦੇ ਮੂੰਹ ਤੇ ਛਿੱਤਰ ਮਾਰਨੇ ਨੇ, ਜਾਂ ਇਹਦੇ ਮੂੰਹ ਤੇ ਇੰਨੇ ਛਿੱਤਰ ਮਾਰੋ ਕਿ ਇਹਦੀ ਮੌਤ ਹੋ ਜਾਏ। ਘਰੜ ਨਿੰਦਕ ਦੇ ਮੂੰਹ ਤੇ ਇੰਨੇ ਛਿੱਤਰ ਵੱਜੇ ਸੀ ਵੀ ਘਰੜ ਮੂੰਹ ਛਿੱਤਰ ਖਾ ਕੇ ਮੂੰਹ ਤੇ ਹੀ ਛਿੱਤਰ ਮਾਰੀ ਗਏ, ਸਿੱਖ ਉਦੋਂ ਮਾਰ ਦਿੱਤਾ ਸੀ। ਇਹ ਇਤਿਹਾਸ ਹੈ ਸਾਡਾ, ਨਿੰਦਕਾਂ ਦੇ ਸਿਰ ਛਿੱਤਰ ਮਾਰਨੇ। ਪਿੱਛੇ ਜੇ ਅਮਰੀਕੇ ਦੀ ਉਮੈਦ ਸਿੰਘ ਤੇ ਕਹਿੰਦਾ ਚੰਡੀਗੜ੍ਹ ਵਾਲੇ ਦੀ ਪੱਗ ਲੱਥੀ ਸੀ ਤੇ ਬੜਾ ਲੋਕਾਂ ਦੁੱਖ ਮਨਾਇਆ। ਉਹ ਪੰਚੋਂ ਛੇਕਿਆ ਹੋਇਆ ਸਿੰਘ ਸਾਹਿਬ, ਜਿਹੜਾ ਉਹ ਰਣ ਸਿੰਘ ਦੀ ਪੰਡੋਰੀ ਵਾਲਾ, ਕੀ ਉਹਦਾ ਨਾਮ ਮੈਨੂੰ ਵਿਸਰ ਗਿਆ ਥੋੜਾ, ਜਿਹਨੇ ਆਪਣੀ ਨਹੁੰ ਮਾਰੀ ਸੀ, ਉਹ ਪੱਗ ਲੈ ਕੇ ਗਿਆ ਅਕਾਲ ਤਖ਼ਤ ਸਾਹਿਬ ਤੇ ਵੀ ਇਹ ਪੱਗ ਦੀ ਲਾਜ ਰੱਖੋ ਜੀ। ਉਹ ਪੱਗ ਸਾਰੀ ਸਤਿਕਾਰਯੋਗ ਨਹੀਂ ਹੁੰਦੀ, ਬੇਅੰਤੇ ਬੁੱਚੜ ਦੇ ਸਿਰ ਤੇ ਵੀ ਜਿਹੜੀ ਨਾ ਉਹ ਪੱਗ ਹੀ ਸੀ। ਇਹ ਵੀ ਮੈਂ ਬੇਨਤੀ ਕਰਦਾ, ਸਾਰੀਆਂ ਪੱਗਾਂ ਸਤਿਕਾਰਯੋਗ ਨਹੀਂ ਹੁੰਦੀਆਂ। ਜਿਹਦੇ ਸਿਰ 'ਚ 5 ਚੂਲੇ ਅੰਮ੍ਰਿਤ ਪਏ ਨੇ ਉਹ ਪੱਗ ਸਤਿਕਾਰਯੋਗ ਤਾਰ ਉਹ ਵਿਸ਼ਾ ਨਹੀਂ ਆਪਾਂ ਰੱਖਣਾ, ਕੰਮ ਲੰਮਾ ਹੋ ਜਾਣਾ। ਇੰਨੀ ਬੇਨਤੀ ਕਰਾਂ, ਚੰਦੂ ਦਾ ਬੇਟਾ ਤੇ ਘਰੜ ਖੱਤਰੀ ਦਾ ਬੇਟਾ ਵੀ ਮੂੰਹ ਤੇ ਛਿੱਤਰ ਮਾਰ ਕੇ ਮਾਰੇ ਨੇ। ਆਖਿਆ ਛੱਡ ਦਿਓ, ਇਹ ਦਾਗੇ ਹੋਏ ਮੂੰਹ ਤੇ ਛਿੱਤਰ ਖਾਣ ਵਾਲੇ ਹੋਏ, ਇਹ ਜਾ ਕੇ ਦੱਸਣ ਅਬਦੁਲ ਖਾਨ ਨੂੰ, ਜਲੰਧਰ ਵਾਲੇ ਨੂੰ ਜਾ ਕੇ ਦੱਸਣ ਵੀ ਗੁਰੂ ਕੇ ਸਿੱਖ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣਦੇ, ਉਹ ਮਾਰਦੇ ਵੀ ਬੜੇ ਕਸੂਤੇ ਥਾਂ ਜੇ, ਜਿਹੜੇ ਮੂੰਹ ਤੋਂ ਨਿੰਦਿਆ ਨਹੀਂ ਕੱਢਦੇ ਨਾ, ਉਸੇ ਮੂੰਹ ਤੇ ਛਿੱਤਰ ਮਾਰ ਕੇ ਉਹਦੀ ਬੇਇੱਜ਼ਤੀ ਕਰਦੇ ਆ। ਮੇਰੇ ਕਹਿਣ ਦਾ ਭਾਵ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰਤਾ ਗੱਦੀ ਦਿਵਸ ਵਾਲੇ ਦਿਨ ਇਹ ਨਿੰਦਕਾਂ ਦੇ ਮੂੰਹ ਤੇ ਚਪੇੜਾਂ ਵੱਜਣ। ਇਤਿਹਾਸ ਤੇ ਗੁਰਤਾ ਗੱਦੀ ਦਾ ਸਾਰਿਆਂ ਨੂੰ ਪਤਾ, ਇਹ ਚੀਜ਼ਾਂ ਇਹਨਾਂ ਦੱਸਣੀਆਂ ਨਹੀਂ ਕਿਉਂਕਿ ਨਿੰਦਕ ਜ਼ਿਆਦੇ ਨੇ, ਇਹਨਾਂ ਨਹੀਂ ਦੱਸਣੀਆਂ ਇਹ ਚੀਜ਼ਾਂ। ਮੈਂ ਤਾਂ ਬੇਨਤੀ ਕਰਾਂ ਸੁਖਵਿੰਦਰ ਭਾਈ ਸਾਹਿਬ ਜੀ, ਹੱਥ ਜੋੜ ਕੇ ਬੇਨਤੀ, ਜਿੱਥੇ ਵਧਾਈ ਹੈ ਉੱਥੇ ਨਿੰਦਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਬਚ ਜਾਓ। ਜੇ ਹੋਰ ਨਾ ਕਿਸੇ ਨੇ ਮਾਰੇ ਨਾ ਤੇ ਨਿੰਦਕ ਕਾ ਮੂੰਹ ਕਾਲਾ ਹੋਆ, ਦੀਨ ਦੁਨੀਆ ਕਾ ਦਰਬਾਰ, ਛਿੱਤਰ ਨਹੀਂ ਕੱਜੇ ਵੱਜਣੇ, ਤੁਹਾਡਾ ਮੂੰਹ ਵੀ ਕਾਲਾ ਹੋਣਾ। ਇਸ ਕਰਕੇ ਮੇਰੀਆਂ ਤੇ ਇੰਨੀਆਂ ਕੀ ਬੇਨਤੀਆਂ ਨੇ, ਸੋ ਗੁਰਮੁਖੋ ਭੁੱਲਾਂ ਮੇਰੀ ਜਾਣ ਕੇ ਮੇਰੀ ਝੋਲੀ ਪਾ ਦਿਓ। ਮੈਂ ਤੇ ਕੋ ਬੇਨਤੀ ਕਰੋ ਵੀ ਸ਼ੰਕਾਵਾਦੀ ਜਿਹੜਾ ਨਾ, ਉਹਨੂੰ ਬੇਨਤੀ ਹੈ ਕਮੈਂਟ ਕਰੇ ਨਾ, ਕੁਝ ਨਾ ਕਰੇ, ਟਾਈਮ ਰੱਖੇ 2 ਮਹੀਨਿਆਂ ਦਾ, 4 ਦਾ, ਕਿਤੇ ਨਾ ਕਿਤੇ ਬਹਿ ਕੇ ਜਦੋਂ ਉਹਦਾ ਜੀ ਕਰਦਾ, ਜਿੱਥੇ ਸਾਂਝੀ ਜਗ੍ਹਾ ਤੇ ਆ ਸਕਦਾ, ਬਹਿ ਕੇ ਵਿਚਾਰ ਕਰ। ਗੁਰੂ ਬਾਬਾ ਕਿਰਪਾ ਕਰੇ, ਇਹ ਮੇਰੀ ਬੇਨਤੀ ਹੈ। ਕਮੈਂਟ ਨਾ ਕਰ, ਵਿਚਾਰ ਕਰ। ਤੇਰਾ ਆਪ ਦਾ ਵਿਚਾਰ ਵੱਡਾ, ਜਿਹੜਾ ਤੁਹਾਨੂੰ ਚਲਾ ਰਿਹਾ ਉਹ ਵਿਚਾਰ ਨਹੀਂ ਕਰ ਰਿਹਾ, ਹੋਰ ਕਿਸੇ ਨੇ ਕੀ ਕਰਨੀ। ਮਹਾਰਾਜ ਇੰਨੀਆਂ ਮੇਰੀਆਂ ਬੇਨਤੀਆਂ ਨੇ ਭਾਈ ਸਾਹਿਬ। ਧੰਨਵਾਦ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਭਾਈ ਕਮਲਜੀਤ ਸਿੰਘ ਜੀ, ਜੋ ਵੰਚੜੀ ਇਹ ਕੈਨੇਡਾ ਦੇ ਵਿੱਚ ਗਏ ਹੋਏ, ਸੌਰੀ ਮਾਫ ਕਰਨਾ ਜੀ, ਯੂਕੇ ਦੇ ਵਿੱਚ ਗਏ ਹੋਏ ਨੇ।
ਤੇ ਬਾਕੀ ਚਲੋ ਇਹ ਅੱਜ ਪ੍ਰੋਗਰਾਮ ਮੈਂ ਜ਼ਿਆਦਾ ਲੰਬਾ ਨਹੀਂ ਕਰਨਾ ਤੇ ਆਪਾਂ ਇੱਥੇ ਅੱਜ ਸਮਾਪਤੀ ਕਰਦੇ ਹਾਂ ਇਸ ਪ੍ਰੋਗਰਾਮ ਦੀ। ਤੇ ਬਾਕੀ ਬੇਨਤੀ ਸੀ, ਜਿਹੜਾ ਮੇਨ ਆਪਾਂ ਵਿਸ਼ਾ ਸੀ ਜਿਹੜਾ ਗ੍ਰੰਥੀ ਸਿੰਘਾਂ ਦਾ, ਇਹੋ ਹੀ ਬੇਨਤੀ ਆ ਭਾਈ। ਦੇਖੋ ਭਾਈ ਸਾਹਿਬ ਜੀ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਵੀ ਉਹਨਾਂ ਦੇ ਜੀਵਨ ਬਾਰੇ ਦੱਸਿਆ। ਤੁਸੀਂ ਉਹਨਾਂ ਦੇ ਜਗ੍ਹਾ 'ਤੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਆ ਜਿੰਨੇ ਵੀ ਸਾਡੇ ਗ੍ਰੰਥੀ ਸਿੰਘ ਨੇ, ਤੇ ਪਾਠੀ ਸਿੰਘ ਵੀ ਬਹੁਤ ਇਹਨਾਂ ਦੀ ਆ ਇਹ ਘਾਲਣਾ ਹੁੰਦੀ ਆ, ਕਿਉਂਕਿ 2 ਘੰਟੇ ਨਿਰੰਤਰ ਪਾਠ ਸੰਗਤ ਨੂੰ ਸੁਣਾਉਣਾ ਤੇ ਸ਼ੁੱਧ ਪਾਠ ਸੁਣਾਉਣ ਵਾਲੇ ਪਾਠੀਆਂ ਦੀ ਮੈਂ ਗੱਲ ਕਰ ਰਿਹਾ, ਬੜੇ ਸਤਿਕਾਰਯੋਗ ਨੇ। ਤੇ ਬਾਕੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕਈ ਗੁਰਦੁਆਰੇ ਬਣਵਾ ਦਿੱਤੇ ਗਏ ਸੀ, ਇਹ ਵੀ ਇੱਕ ਸਾਜ਼ਿਸ਼ ਸੀ ਜਾਤਾਂ ਦੇ ਆਧਾਰ 'ਤੇ। ਤੇ ਇਹ ਜਿਹੜੇ ਸਾਡੇ ਸੱਚ ਦੇ ਪ੍ਰਚਾਰਕ ਜਾਂ ਪ੍ਰੋਫੈਸਰਾਂ ਵੱਲੋਂ ਹੀ ਇਹ ਪਿਛਲੇ ਕੁਝ 10-15 ਕੁ ਸਾਲਾਂ ਦਾ ਜ਼ਿਆਦਾ ਪ੍ਰਚਾਰਿਆ ਗਿਆ, ਤੇ ਉਹਨਾਂ ਦੇ ਇਹ ਸਾਰਾ ਸਾਜ਼ਿਸ਼ ਸੀ। ਤੇ ਪਰ ਹੁਣ ਇਹ ਜਿਹੜੀ ਮੁਸ਼ਕਲ ਆ ਰਹੀ ਹੈ, ਇਸ ਤਰ੍ਹਾਂ ਦੇ ਜਿਹੜੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਹੋਣਗੇ ਉਹਨਾਂ ਦੇ ਵਿੱਚ ਹੋਏਗੀ ਜ਼ਿਆਦਾਤਰ। ਤੇ ਬਾਕੀ ਜੇਕਰ ਜਿਹੜੇ ਹੋਰ ਵੀ ਦੇਖੋ ਕਾਰ ਸੇਵਾ ਵਾਲੇ ਮਹਾਂਪੁਰਸ਼ ਜਾਂ ਹੋਰ ਦੇਖੋ ਸਾਰੇ ਕਿੰਨੀ ਚੜ੍ਹਦੀ ਕਲਾ ਨਾਲ ਸਾਰੇ ਪਾਸੇ ਸੇਵਾਵਾਂ ਕਰਦੇ ਨੇ। ਤੇ ਇੱਕ ਖਾਸ ਕਰਕੇ ਮੈਂ ਇਹ ਬੇਨਤੀ ਕਰਦਾ ਲਾਸਟ ਦੇ ਵਿੱਚ, ਇਹ ਜਿਹੜੇ ਮੱਖੂ ਸਾਹਿਬ ਜੀ ਉਹਨਾਂ ਨੂੰ ਇਹ ਬੇਨਤੀ ਆ ਭਾਈ, ਤੁਸੀਂ ਜਦੋਂ ਇਸ ਤਰ੍ਹਾਂ ਜਿਹੜਾ ਤੁਸੀਂ ਚੈਨਲ 'ਤੇ ਬੈਠੇ ਆ, ਇਹ ਚੈਨਲ ਸਿੱਖਾਂ ਦੀ ਚੜ੍ਹਦੀ ਕਲਾ ਲਈ ਸਿੱਖਾਂ ਨੇ ਪੈਸੇ ਦੇ ਕੇ ਜਾਂ ਜਿਵੇਂ ਵੀ ਇਹ ਚੱਲ ਰਿਹਾ, ਇੱਥੇ ਚੜ੍ਹਦੀ ਕਲਾ ਦੀਆਂ ਗੱਲਾਂ ਕਰੋ। ਜੇ ਤੁਹਾਡੇ ਇਸ ਤਰ੍ਹਾਂ ਦੇ ਇਹ ਪ੍ਰੋਗਰਾਮ ਲਿਆ ਕੇ ਤੁਸੀਂ ਕੋਈ ਪੰਥ ਦੀ ਸੇਵਾ ਨਹੀਂ ਕਰ ਰਹੇ। ਬਾਕੀ ਜਿਹੜੀ ਤੁਹਾਡੀ ਇੱਕ ਆਡੀਓ ਤੁਰੀ ਫਿਰਦੀ ਸੀ, ਉਹ ਵੀ ਮੈਂ ਜਥੇਦਾਰ ਸਾਹਿਬ ਜੀ ਪਟਨਾ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਜੀ, ਤੁਸੀਂ ਜਥੇਦਾਰ ਸਾਹਿਬ ਹੋ, ਪਹਿਲਾਂ ਜਿਹੜੇ ਬਾਅਦ ਵਿੱਚ ਤੁਸੀਂ ਫੋਨ ਕਰਕੇ ਪੁੱਛਣਾ, ਪਹਿਲਾਂ ਫੋਨ ਪੁੱਛ ਕਰਕੇ ਸਾਰੇ ਇਹ ਗੱਲਾਂ ਪੁੱਛ ਕਰਕੇ ਜਿਹੜੀਆਂ ਫਿਰ ਇਹ ਤੁਸੀਂ ਆਪਣਾ ਇਹ ਬਿਆਨ ਦਿਆ ਕਰੋ। ਪਹਿਲਾਂ ਜਿਹੜੇ ਫੋਨ ਤੁਹਾਨੂੰ ਕਰ ਲੈਣਾ ਚਾਹੀਦਾ, ਕਿਉਂਕਿ ਅਸੀਂ ਸਤਿਕਾਰ ਕਰਦੇ ਹਾਂ। ਮੁੜ ਕੇ ਜੇ ਅਸੀਂ ਮੀਡੀਆ ਸੋਸ਼ਲ ਮੀਡੀਆ 'ਚ ਗੱਲ ਕਰਦੇ ਹਾਂ ਤੇ ਮੁੜ ਕੇ ਤੁਸੀਂ ਤਾਂ ਆਪਣਾ ਵਿਚਾਰ ਦੇ ਕੇ ਆਪਣੇ ਜਿਵੇਂ ਵੀ ਤੁਹਾਡੀਆਂ ਸੇਵਾਵਾਂ ਜਿਸ ਤਰ੍ਹਾਂ ਤੁਹਾਡੇ ਤਾਈਂ ਪਹੁੰਚ ਵੀ ਨਹੀਂ ਕਰ ਸਕਦਾ, ਕੋਈ ਫੋਨ ਵੀ ਨਹੀਂ ਕਰ ਸਕਦਾ। ਸਾਨੂੰ ਜਵਾਬ ਜਿਹੜੇ ਪਿਆਰ ਕਰਨ ਵਾਲੇ ਆ ਇਹ ਤੁਹਾਡਾ ਸਤਿਕਾਰ ਵੀ ਕਰਦੇ ਆ, ਸਾਰੇ ਜਥੇਦਾਰਾਂ ਦਾ, ਸ੍ਰੀ ਅਕਾਲ ਤਖਤ ਸਾਹਿਬ ਦਾ ਵੀ, ਸਾਰੇ ਹੀ ਤਖਤਾਂ ਦਾ ਸਤਿਕਾਰ ਕਰਦੇ ਆ। ਤੇ ਹੱਥ ਜੋੜ ਕੇ ਬੇਨਤੀ ਆ, ਪਹਿਲਾਂ ਸਾਰੀ ਗੱਲ ਪੁੱਛ ਲਿਆ ਕਰੋ। ਬਾਕੀ ਇਹ ਮੱਖੂ ਜੀ ਹੁਣੀ ਉੱਥੇ ਤੁਹਾਡੇ ਨਾਲ ਇੱਕ ਵੀਡੀਓ ਮੈਂ ਵੇਖੀ ਸੀ, ਇਹਨੇ ਕਿਹਾ ਨਾ, ਮੈਨੂੰ 4 ਸਾਲ ਸ਼ਾਇਦ ਨਹੀਂ 2016 'ਚ ਕਿਹਾ ਸੀ ਮੈਂ, ਇਹ ਜਿਹੜੀ ਭੁੱਲ ਬਖਸ਼ਾ ਲਈ ਸੀ। ਜੇਕਰ ਇਹਨਾਂ ਨੂੰ ਬਖਸ਼ਾ ਲਈ ਸੀ ਤਾਂ ਇਹਨਾਂ ਨੂੰ ਮੁੜ ਕੇ ਤਾਂ ਕਦੇ ਜੋ ਸ਼੍ਰੀ ਜਾਪ ਸਾਹਿਬ ਦੀ ਕਥਾ ਕੀਤੀ ਵੀ ਨਹੀਂ ਕਿਤੇ। ਤੁਸੀਂ ਹੁਣ ਇਹਨਾਂ ਨੂੰ ਥਾਪੜਾ ਦੇ ਕੇ ਕਹਿੰਦੇ ਆ ਬਈ ਇਹ ਹੁਣ ਇਹ ਕਰਿਆ ਕਰਨਗੇ, ਕਥਾ ਵੀ ਕਰਿਆ ਕਰਨਗੇ, ਤੇ ਅਸੀਂ ਇਹਨਾਂ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਉੱਥੇ ਬੁਲਾ ਕੇ ਇਹਨਾਂ ਦਾ ਸਨਮਾਨ ਵੀ ਕਰਾਂਗੇ। ਆਹ ਦੇਖੋ ਤਾਂ ਆਪ ਜੀਆਂ ਨੂੰ ਬੇਨਤੀ ਆ ਜੀ, ਇਹ ਤੁਸੀਂ ਕਹਿੰਦੇ ਸਾਡੇ ਕੋਲ ਪ੍ਰਚਾਰਕ ਬਹੁਤ ਥੋੜ੍ਹੇ ਨੇ, ਬਿਲਕੁਲ ਗਲਤ ਗੱਲ ਆ ਜੀ, ਮੈਂ ਇਹਦੇ ਨਾਲ ਸਹਿਮਤ ਨਹੀਂ। ਸਤਿਕਾਰ ਦੇ ਨਾਲ ਤੁਹਾਨੂੰ ਗੱਲ ਕਰਦਾ ਜੀ, ਸਾਡੇ ਕੋਲ ਪ੍ਰਚਾਰਕ ਬਹੁਤ ਨੇ ਜਿਹੜੇ ਇਸ ਤਰ੍ਹਾਂ ਦੇ, ਤੁਸੀਂ ਆਪ ਤੁਹਾਡੇ ਮੂੰਹੋਂ ਮੈਂ ਸੁਣਿਆ ਸੀ। ਇਹ ਪਹਿਲਾਂ ਸ਼੍ਰੋਮਣੀ ਕਮੇਟੀ 'ਚ ਸੇਵਾ ਕੀਤੀ, ਫਿਰ ਇਹ ਲੁਧਿਆਣੇ ਕਿਸੇ ਗੁਰਦੁਆਰੇ ਗਿਆ, ਜਿਵੇਂ ਅੱਜ ਕੱਲ੍ਹ ਜੇ ਕਿਸੇ ਚੈਨਲ 'ਤੇ ਕਰਦੇ ਨੇ ਕੰਮ। ਸਾਡੇ ਕੋਲ ਨਵੇਂ ਹੋਰ ਸਿੰਘ ਨਵੇਂ ਉੱਠਦੇ ਰਹੇ ਨੇ, ਉਹਨਾਂ ਨੂੰ ਵੀ ਟਾਈਮ ਦਿਓ। ਇਹਨਾਂ ਨੂੰ ਦੁਬਾਰਾ ਮਾਫੀਆਂ ਦੇ ਕੇ ਸਰੋਪੇ ਦੇਣ ਦੀ ਕੋਸ਼ਿਸ਼ ਨਾ ਕਰੋ। ਆਹ ਵੇਖੋ ਹੱਥ ਜੋੜ ਕੇ ਆਪ ਜੀਆਂ ਦੇ ਅੱਗੇ ਬੇਨਤੀ ਆ। ਅੱਗੇ ਉਹ ਜਿਹੜਾ ਮਸਲਾ ਉੱਠਿਆ ਆ ਆਪਣੇ ਜ਼ਫਰਨਾਮੇ ਦਾ, ਉਹਦਾ ਵੀ ਤੁਸੀਂ ਵੇਖ ਲਓ। ਅਸੀਂ ਗੱਲ ਕੀਤੀ ਸੀ ਵੀ ਜਿਹੜਾ ਉਹ ਤੁਸੀਂ ਬੰਦਾ ਇੱਕ ਪੜ੍ਹਿਆ ਲਿਖਿਆ ਲਾਇਆ ਸੀ, ਉਹ ਤਾਂ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ 0 ਬੰਦਾ ਹੋਇਆ ਸੀ। ਤੇ ਪਤਾ ਨਹੀਂ ਸਾਡੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹਨਾਂ ਨੇ ਵੀ ਇਹਨਾਂ ਨੂੰ ਕਿਉਂ ਲਾ ਦਿੱਤਾ ਵੀ ਤੂੰ ਇਸ ਚੀਜ਼ ਬਾਰੇ ਖੋਜ ਕਰ। ਤੇ ਹੁਣ ਤੁਹਾਡੇ ਸਾਹਮਣੇ ਹੀ ਆ, ਉਸ ਮੀਡੀਆ ਦੇ ਵਿੱਚ ਤੁਸੀਂ ਦੇਖਦੇ ਆ, ਦੂਸਰੇ ਜੁਝਾਰ ਟੀਵੀ ਸ਼ਾਇਦ ਇਸ ਤਰ੍ਹਾਂ ਦਾ ਕੋਈ ਨਾਮ, ਤੇ ਉੱਥੇ ਵੀ ਉਹ ਸਿੰਘ ਬਹਿ ਕੇ ਜੋ ਉਹਦੇ ਨਾਲ ਗੱਲ ਕਰਦੇ ਨੇ, ਹੈ ਨਾ। ਤੇ ਹੁਣ ਉਹਨਾਂ ਦੇ ਜਵਾਬ ਕੌਣ ਦਊਗਾ? ਜਦੋਂ ਅਸੀਂ ਗੱਲ ਪਹਿਲਾਂ ਕੀਤੀ ਸਾਰੇ ਕਹਿੰਦੇ ਨਹੀਂ ਜੀ ਤੁਸੀਂ ਇਹ ਗਲਤ ਆ, ਕਿਉਂਕਿ ਜਿਹੜੇ ਬੰਦੇ ਆਲਰੇਡੀ ਰਿਜੈਕਟ ਕਰ ਦਿੱਤੇ ਸੰਗਤ ਨੇ, ਇਹ ਸੰਗਤ ਹੈ ਜਿਹੜੇ ਸੋਸ਼ਲ ਮੀਡੀਆ 'ਤੇ ਅਸੀਂ ਤਾਂ ਇਹਨੂੰ ਸੰਗਤ ਮੰਨਦੇ ਆ, ਜਿਹੜੇ ਸੁਹਿਰਦ ਹੋ ਕੇ ਗੁਰੂ ਸਾਹਿਬ ਦੇ ਸਿਧਾਂਤ ਦੀ ਗੱਲ ਕਰਦੇ ਆ। ਹਾਂਜੀ, ਤੇ ਹੁਣ ਇਹ ਚੰਦੂ ਦੀ ਗੱਲ ਚੱਲਦੀ ਸੀ, ਚੰਦੂ ਨੇ ਸ਼ਬਦ ਬੋਲੇ ਸੀ, ਹੈ ਨਾ, ਮੋਰੀ ਦੀ ਇੱਟ ਜੋ ਚਵਾਰੇ ਵਾਲੀ ਗੱਲ ਉਹਨੇ ਕੀਤੀ ਸੀ। ਸੰਗਤ ਕਹਿ ਦਿੱਤਾ ਸੀ ਸਤਿਗੁਰਾਂ ਦਾ ਉੱਥੇ ਰਿਸ਼ਤਾ ਨਹੀਂ ਕਰਨਾ, ਤੇ ਸੰਗਤ ਦੇ ਗੁਰੂ ਸਾਹਿਬ ਜੀ ਨੇ ਉਹ ਬਚਨ ਸੰਗਤ ਦੇ ਜੋ ਗੱਲ ਮੰਨੀ ਸੀ। ਤੇ ਅੱਜ ਆਪ ਜੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ, ਜਿਹੜੇ ਪਹਿਲਾਂ ਸੋਸ਼ਲ ਮੀਡੀਆ 'ਤੇ ਵੀ ਜੋ ਲੱਗੇ ਹੋਏ ਨੇ ਸਿੱਖੋ ਪਿਆਰ ਵਾਲੇ, ਉਹਨਾਂ ਦਾ ਵੀ ਕੁਝ ਵੇਖ ਲਿਆ ਕਰੋ, ਉਹ ਕਿਹੜੇ ਹਿਸਾਬ ਨਾਲ ਚੱਲਦੇ ਨੇ। ਬਾਕੀ ਜਿਹੜਾ ਇੱਥੇ ਦਾ ਤੁਸੀਂ ਹਿਸਾਬ ਕਿਤਾਬ ਕਰਨਾ, ਜਿਹਦੀ ਲੋੜ ਹੈ ਇਸ ਵੇਲੇ, ਅੱਜ ਵੀ ਭਾਈ ਸਾਹਿਬ ਉਹਨਾਂ ਨੇ ਕਿੰਨੀ ਡਿਟੇਲ ਦੇ ਵਿੱਚ ਗੱਲਾਂ ਕੀਤੀਆਂ, ਮੇਰਾ ਬੋਲਣ ਨੂੰ ਦਿਲ ਤੱਕ ਨਹੀਂ ਅੱਜ ਵਿੱਚ ਕੀਤਾ। ਹਾਂਜੀ, ਸਾਡੇ ਕੋਲ ਇਹ ਨਹੀਂ ਹੈ ਕਿ ਸਾਡੇ ਕੋਲ ਪੰਥ ਦੇ ਵਿੱਚ ਬਹੁਤ ਸੂਝਵਾਨ ਪ੍ਰਚਾਰਕ ਬੈਠੇ ਨੇ, ਹੈ ਨਾ, ਉਹਨਾਂ ਨੂੰ ਨਾ ਮੌਕਾ ਦੇਈ ਜਾਓ। ਕਦੇ ਉਹਨਾਂ ਦੀ ਬਖਸ਼ਾ ਦਿੱਤਾ, ਕਦੇ ਉਹਨਾਂ ਨੂੰ ਉਹ ਮੁੜ ਕੇ ਫੇਰ ਸਾਡੇ
ਇਹ ਆਪਣੇ ਨਿਤਨੇਮ ਦੀਆਂ ਬਾਣੀਆਂ ਤੇ ਗੱਲਾਂ ਕਰਦੇ ਤਾਂ ਮੁੜ ਕੇ ਫਿਰ ਇਹਨਾਂ ਨੂੰ ਬਖਸ਼ਾ ਦੋਗੇ ਤੁਸੀਂ ਭਾਵੇਂ ਇਹਨਾਂ ਨੂੰ ਬਖਸ਼ ਦਿਓ, ਪਰ ਪੰਥ ਨੇ ਨਹੀਂ ਬਖਸ਼ਣਾ। ਹਾਂਜੀ, ਪੰਥ ਨੇ ਨਹੀਂ ਇਹਨਾਂ ਨੂੰ ਬਖਸ਼ਣਾ, ਭਾਵੇਂ ਜਿੰਨੇ ਮਰਜ਼ੀ ਸੁੱਚੇ ਹੋ ਜਾਣ, ਜੋ ਮਰਜ਼ੀ ਕਰ ਲੈਣ। ਜੇ ਇਹ ਤਾਂ ਫਿਰ ਮੇਰੇ ਹਿਸਾਬ ਨਾਲ ਜੇਕਰ ਇਹਨੇ ਭੁੱਲ ਬਖਸ਼ਾਈ ਸੀ, ਅੱਜ ਤਾਈਂ ਇਹਨਾਂ ਦੀ ਕਥਾ ਆਈ ਕਿਉਂ ਨਹੀਂ 4 ਸਾਲਾਂ 'ਚ? ਅੱਜ ਤੱਕ ਇਹ 4 ਸਾਲਾਂ 'ਚ ਕਿਉਂ ਨਹੀਂ ਆਈ? ਹੈ ਨਾ, ਵੀ ਇਹਨੇ ਮੁੜ ਕੇ ਕਥਾ ਕਿਉਂ ਨਹੀਂ ਕੀਤੀ? ਤੇ ਅੱਜ ਇਹ ਕਥਾ ਕਰ ਦੇਣਗੇ, ਤੇ ਕਰ ਵੀ ਦੇਣਗੇ। ਜਿਸ ਤਰ੍ਹਾਂ ਦੂਸਰੇ ਇਹਨਾਂ ਦੇ ਨਾਲ ਦੇ ਸਾਥੀ ਕਰਦੇ ਨੇ, ਉਸ ਤਰ੍ਹਾਂ ਦੀਆਂ ਹੀ ਕਥਾ ਕਰਨਗੇ। ਟੀਵੀ ਸ਼ੋਅ ਬਣਾ ਕੇ ਕਥਾ ਕਰਨਗੇ, ਟੀਵੀ ਸ਼ੋਅ ਬਣ ਰਹੇ ਨੇ ਇਹਨਾਂ ਦੇ। ਹਾਂਜੀ, ਤੇ ਜਿਹੜੀ ਰਹਿਤ ਮਰਿਆਦਾ ਤੇ ਪੰਥ ਦੇ ਸਿਧਾਂਤ ਤੇ ਗੱਲ ਕਰਨ ਵਾਲੀ, ਉਹ ਤੇ ਕੌਣ ਕਰੂਗਾ? ਹਾਂਜੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਵੀ ਰੰਗਾਂ ਦੀ ਗੱਲ ਕੀਤੀ ਆ, ਇਹ ਅਕਾਲ ਪੁਰਖ ਦੀ ਫੌਜ ਆ, ਇਹਦਾ ਕੋਈ ਡਰੈਸ ਕੋਡ, ਇਹਦੀ ਕੋਈ ਵਰਦੀ ਹੈ। ਤੁਸੀਂ ਬਿਨਾਂ ਵਰਦੀ ਤੋਂ ਕੋਈ ਟੈਕਸੀ ਚਲਾਉਂਦਾ, ਕੋਈ ਡਾਕਟਰ ਆ, ਕੋਈ ਫੌਜ 'ਚ ਆ, ਕੋਈ ਪੁਲਿਸ 'ਚ ਆ, ਉਹ ਬਿਨਾਂ ਵਰਦੀ ਤੋਂ ਜਾ ਕੇ ਦਿਖਾ ਲਏ ਆਪਣੇ ਮਨਪਸੰਦ ਦੀਆਂ ਸਾਰੀ ਮੈਚਿੰਗ ਵਾਲੀਆਂ ਪੱਗਾਂ, ਦਸਤਾਰਾਂ ਤੇ ਮੋਢਿਆਂ ਤੇ ਪਰਨੇ ਰੱਖ ਕੇ, ਉੱਥੇ ਵੀ ਉਹਨਾਂ ਨੂੰ ਕਹਿ ਦਿਓ ਵੀ ਇੱਦਾਂ ਕਰਕੇ ਵੇਖੇ। ਜਿਹੜੇ ਪੁਲਿਸ ਡਰੈਸ ਵਿੱਚ ਆ ਉਹਨੂੰ ਕਹ ਆਪਣੀ ਮਨ ਮਰਜ਼ੀ ਦੀ ਪਾ ਕੇ ਚੱਲ ਜਾਓ, ਤੇ ਉਹ ਚੱਲ ਜਾਊਗਾ। ਜਿਹੜੀ ਅਕਾਲ ਪੁਰਖ ਦੀ ਫੌਜ ਆ, ਇਹਦਾ ਕੋਈ ਡਰੈਸ ਕੋਡ ਹੀ ਹੈ ਨਹੀਂ, ਹੈ ਨਾ। ਤੇ ਸਾਡੇ ਜੇ ਮੀਡੀਆ ਵਾਲੇ ਆ ਜੀ, ਨਹੀਂ ਜੀ ਫਰਕ ਨਹੀਂ ਪੈਂਦਾ, ਸਾਡੇ ਯੂਥ ਨੂੰ ਭੜਕਾ ਰਹੇ ਨੇ ਹਰ ਵੇਲੇ। ਤੁਸੀਂ ਵੀ ਕਰ ਸਕਦੇ ਆ, ਤੁਸੀਂ ਵੀ ਕਰ ਸਕਦੇ ਆ, ਤੁਸੀਂ ਵੀ ਇੱਦਾਂ ਕਰ ਸਕਦੇ ਆ। ਭਾਈ ਇੱਦਾਂ ਤਾਂ ਫਿਰ ਆਮ ਬੰਦਾ ਵੀ ਜਾ ਕੇ ਉੱਥੇ ਕਹਿ ਦਿਆ ਕਰੋ, ਪੁਲਿਸ ਸਟੇਸ਼ਨ ਜਾ ਕੇ ਬਹਿ ਕੇ ਜੋ ਮਰਜ਼ੀ ਕਰੀ ਜਾਵੇ। ਜੱਜ ਨੂੰ ਕਹਿ ਪੁੰਜੇ ਬੈਠ, ਮੈਂ ਤੇਰੇ ਸਾਹ ਬਹਿ ਕੇ ਗੱਲ ਕਰ ਸਕਦਾ। ਕੋਈ ਸਿਸਟਮ ਆ, ਗੁਰੂ ਮਹਾਰਾਜ ਨੇ ਸਿਸਟਮ ਕੋਈ ਬਣਾਇਆ ਜਿਨ੍ਹਾਂ ਤੇ ਹਰ ਰੋਜ਼ ਇਹ ਗੱਲਾਂ ਕਰਦੇ ਨੇ, ਤਰਕ ਕਰਦੇ ਨੇ। ਨਹੀਂ ਜੀ ਸਾਨੂੰ ਇਹ ਜੋ ਸਾਡਾ ਇਤਿਹਾਸ ਨਹੀਂ ਚਾਹੀਦਾ, ਸਾਨੂੰ ਉਹ ਨਹੀਂ ਚਾਹੀਦਾ, ਸਾਨੂੰ ਇਹ ਨਹੀਂ ਚਾਹੀਦਾ। ਬਾਕੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਬਹੁਤ ਸਾਰੇ ਸਾਡੇ ਗੁਰਮੁਖ ਪਿਆਰਿਆਂ ਨੂੰ ਇਹ ਲੱਗਦਾ ਆ ਵੀ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ। ਜੇ ਖਾਸ ਕਰਕੇ ਸਾਡੇ ਪ੍ਰਚਾਰਕ ਵੀਰ ਕਹਿਣ, ਮੈਂ ਹੱਥ ਜੋੜ ਕੇ ਅੱਜ ਬੜਾ ਮੇਰਾ ਮਨ ਦੁਖੀ ਆ, ਪ੍ਰੋਗਰਾਮ ਤਾਂ ਮੈਂ ਅੱਜ ਕਰ ਲਿਆ। ਜੇ ਸਾਡੇ ਪ੍ਰਚਾਰਕ ਵੀਰ ਕਹਿਣ ਚੁੱਪ ਕਰਕੇ ਬਹਿ ਜਾਓ, ਇਹਨਾਂ ਨੂੰ ਕਰੀ ਜਾਣ ਦਿਓ, ਤੁਸੀਂ ਰੱਬ ਰੱਬ ਕਰੋ। ਪਰ ਮੈਨੂੰ ਫਿਰ ਸਮਝ ਨਹੀਂ ਆਉਂਦੀ, ਜਦੋਂ ਤੁਸੀਂ ਇੱਥੇ ਕਥਾ ਕਹਾਣੀਆਂ ਆਪ ਸਟੇਜਾਂ 'ਤੇ ਸੁਣਾ ਕੇ ਜਾਂਦੇ ਆ, ਉੱਥੇ ਸਿੰਘਾਂ ਨੂੰ ਤਿਆਰ ਕਰਕੇ ਜਾਂਦੇ ਆ। ਜਾਂ ਤਾਂ ਇੱਕ ਵਾਰੀ ਮਤਾ ਪਵਾ ਲਓ ਜੀ, ਬਸ ਜੀ ਹੁਣ ਚੁੱਪ ਕਰਕੇ ਘਰਾਂ 'ਚ ਹੀ ਬਹਿ ਜੀ ਆਪਾਂ ਸਾਰੇ, ਹੈ ਨਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ, ਹੋਈ ਭੁੱਲ ਚੁੱਕਦੀ ਖਿਮਾ ਜੀ। ਭਾਈ ਸਾਹਿਬ ਜੀ, ਭਾਈ ਕਮਲਜੀਤ ਸਿੰਘ ਹੁਣਾਂ ਨੂੰ ਵੀ ਬੇਨਤੀਆਂ ਕਰਦੇ, ਕਈ ਵਾਰੀ ਜਦੋਂ ਬੋਲਦੇ ਆ ਕੋਈ ਗੱਲ ਇਸ ਤਰ੍ਹਾਂ ਦੀ ਹੋ ਜਾਂਦੀ ਆ, ਗੁਰੂ ਸਾਹਿਬ ਜੀ ਦੀ ਗੱਲ ਕਰਦੇ ਆ, ਜਾਂ ਆਪਣੇ ਕੋਈ ਵੀ ਹੋਰ ਬਚਨ ਬੋਲਦੇ ਆ, ਗੁਰਬਾਣੀ ਦੇ ਬਚਨ ਬੋਲਦੇ ਆ, ਹੋਈ ਭੁੱਲ ਚੁੱਕਦੀ ਖਿਮਾ ਜੀ। ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਨਾਲ ਫਿਰ ਗੱਲਬਾਤ ਕਰਾਂਗੇ ਜੀ। ਹੋਈ ਭੁੱਲ ਚੁੱਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।